ਸ਼ੇਰ ਪੰਜਾਬ ਰੇਡੀਓ 600 ਕਿਲੋਹਰਟਜ਼ ਮਾਰਨਿੰਗ ਸ਼ੋਅ ਸਭ ਦਾ ਸਵਾਗਤ ਹੈ ਜੀ। ਅੱਜ 17 ਦਸੰਬਰ ਸਨ 2021 3 ਪੋ ਸੰਮਤ ਨਾਨਕਸ਼ਾਹੀ 553 ਸ਼ੁੱਕਰਵਾਰ ਦਾ ਦਿਨ ਹੈ, ਵੀਕਐਂਡ ਹੈ। ਮੈਂ ਤੁਹਾਡਾ ਮੇਜ਼ਬਾਨ ਇਸ ਪ੍ਰੋਗਰਾਮ ਵਾਸਤੇ ਅੱਜ ਰਹਾਂਗਾ ਰਮਿੰਦਰਪਾਲ ਸਿੰਘ ਕੰਗ। 9 ਵਜੇ ਤੱਕ ਤੁਹਾਡਾ ਮੇਰਾ ਸਾਥ ਰਹੇਗਾ। ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਸਾਡੇ ਨਾਲ ਸਹਿਯੋਗ ਹੈ ਮਰਸੀਡੀਜ਼ ਬੈਂਜ਼ ਲੈਂਗਲੀ ਅਤੇ ਰਿਚਮੰਡ ਦਾ। ਉਸ ਤੋਂ ਇਲਾਵਾ ਫਰੂਟੀਕੈਨਾ ਅਤੇ ਸਾਡੀ ਕਮਿਊਨਿਟੀ ਦੇ ਮੰਨੇ ਪ੍ਰਮੰਨੇ ਵਕੀਲ ਬ੍ਰਿਜ ਮੋਹਨ ਸਾਹਿਬ ਇਸ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਸਾਡੇ ਨਾਲ ਸਹਿਯੋਗ ਕਰਦੇ ਹਨ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਕਰੰਟ ਅਫੇਅਰਸ 'ਤੇ ਗੱਲਬਾਤ ਕਰਾਂਗੇ, ਕੁਝ ਇੰਟਰਨੈਸ਼ਨਲ ਮੁੱਦੇ ਔਰ ਕੁਝ ਸਾਡੇ ਮੁਲਕ ਦੀ ਗੱਲਬਾਤ। ਵਕਤ ਬਚਿਆ ਤਾਂ ਭਾਰਤ ਪੰਜਾਬ ਦਾ ਵੀ ਇੱਕ ਚੱਕਰ ਜ਼ਰੂਰ ਲਗਾਵਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਇਸ ਵੇਲੇ ਸਭ ਤੋਂ ਇੱਕ ਅਹਿਮ ਮੁੱਦਾ ਜੋ ਸਭ ਦੇ ਜ਼ਿਹਨ ਦੇ ਵਿੱਚ ਹੈ ਔਰ ਤਕਰੀਬਨ ਪੂਰੇ 1 ਸਾਲ ਤੋਂ ਅਸੀਂ ਉਸ ਦੇ ਨਾਲ ਨਜਿੱਠਦੇ ਚਲੇ ਆ ਰਹੇ ਹਾਂ, ਉਹ ਹੈ ਜੋ ਪੈਂਡੈਮਿਕ ਫੈਲਿਆ ਹੋਇਆ ਕੋਵਿਡ-19। ਉਸ ਦਾ ਕਾਫੀ ਦੇਰ ਬਾਅਦ ਇੱਕ ਨਵਾਂ ਵੇਰੀਐਂਟ ਆ ਗਿਆ ਹੈ, ਓਮਿਕਰੋਨ, ਅਤੇ ਉਹਦੇ ਬਾਰੇ ਕਾਫੀ ਜ਼ਿਆਦਾ ਕੰਸਰਨ ਹੈ, ਕਾਫੀ ਜ਼ਿਆਦਾ ਚਿੰਤਾ ਹੈ ਪੂਰੀ ਦੁਨੀਆ ਦੇ ਅੰਦਰ। ਔਰ ਕੈਨੇਡਾ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਚਿੰਤਾ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਐਕਸਪਰਟਸ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਹੈ। ਲੇਕਿਨ ਬਹੁਤੀਆਂ ਖਬਰਾਂ ਇਸ ਗੱਲ ਦੀ ਵੀ ਪੁਸ਼ਟੀ ਕਰਦੀਆਂ ਹਨ, ਬਹੁਤ ਸਾਰਾ ਡੇਟਾ, ਬਹੁਤ ਸਾਰੀ ਜਾਣਕਾਰੀ ਇਸ ਗੱਲ ਦੀ ਵੀ ਪੁਸ਼ਟੀ ਕਰਦੀ ਹੈ ਕਿ ਇਹਦੇ ਨਾਲ ਜ਼ਿਆਦਾ ਗੰਭੀਰ ਕਿਸਮ ਦੀਆਂ ਅਲਾਮਤਾਂ ਨਹੀਂ ਹੁੰਦੀਆਂ। ਹਾਲੇ ਤੱਕ ਅਜਿਹਾ ਹੀ ਮੰਨਿਆ ਜਾ ਰਿਹਾ, ਲੇਕਿਨ ਇਸ ਦੇ ਫੈਲਣ ਦੀ ਰਫ਼ਤਾਰ ਜਿਹੜੀ ਹੈ ਉਹ ਇਸ ਤੋਂ ਪਹਿਲਾਂ ਜਿਹੜਾ ਇੱਕ ਬਹੁਤ ਖਤਰਨਾਕ ਵੇਰੀਐਂਟ ਆਇਆ ਸੀ ਡੈਲਟਾ, ਉਸ ਨਾਲੋਂ ਵੀ ਕਿਤੇ ਜ਼ਿਆਦਾ ਹੈ। ਲੇਕਿਨ ਇਸ ਦੇ ਨਾਲ ਇੱਕ ਦੂਸਰਾ ਸਵਾਲ ਜਿਹੜਾ ਓਮਿਕਰੋਨ ਦੇ ਬਾਰੇ ਚੱਲਿਆ ਆ ਰਿਹਾ ਹੈ ਔਰ ਹਰ ਵੇਰੀਐਂਟ ਦੇ ਬਾਰੇ ਹਮੇਸ਼ਾ ਤੋਂ ਇਹ ਆਉਂਦਾ ਹੀ ਹੈ ਕਿ ਜੋ ਮੌਜੂਦਾ ਵੈਕਸੀਨਸ ਹਨ, ਜਿਹੜੀਆਂ ਫਿਲਹਾਲ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ, ਜਿਹੜੀਆਂ ਅਪਰੂਵਡ ਵੈਕਸੀਨਸ ਨੇ ਅਲੱਗ-ਅਲੱਗ, ਉਹ ਇਸ ਦੇ ਖਿਲਾਫ ਕਿੰਨਾ ਕੰਮ ਕਰਦੀਆਂ ਨੇ। ਜੇਕਰ ਸਾਰੇ ਸਾਇੰਟੀਫਿਕ ਡੇਟਾ ਨੂੰ ਦੇਖੀਏ ਜੋ ਹੁਣ ਤੱਕ ਅਵੇਲੇਬਲ ਹੈ, ਜੋ ਵੀ ਖਬਰਾਂ ਇਹਦੇ ਬਾਰੇ ਆ ਰਹੀਆਂ ਨੇ, ਉਹਨਾਂ ਨੂੰ ਦੇਖਦਿਆਂ ਹੋਇਆਂ ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਓਮਿਕਰੋਨ ਬਾਰੇ ਹਾਲੇ ਤੱਕ ਪੂਰੀ ਗੱਲ ਸਾਫ਼ ਨਹੀਂ। ਇਹਦੇ ਖਿਲਾਫ ਕਿਹੜੀ ਵੈਕਸੀਨ ਕਿੰਨੀ ਕੁ ਪ੍ਰਭਾਵਸ਼ਾਲੀ ਹੈ, ਇਹਦੇ ਬਾਰੇ ਵੀ ਹਾਲੇ ਤੱਕ ਕੋਈ ਠੋਸ ਅੰਕੜੇ ਸਾਹਮਣੇ ਨਹੀਂ ਆਏ। ਲੇਕਿਨ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵੱਖ-ਵੱਖ ਆਫੀਸ਼ੀਅਲਸ ਇਹਦੇ ਬਾਰੇ ਗਾਹੇ ਬਗਾਹੇ ਅਪਡੇਟ ਦਿੰਦੇ ਰਹਿੰਦੇ ਨੇ ਔਰ ਅਸੀਂ ਉਸ ਨੂੰ ਇੱਕ ਕ੍ਰੈਡੀਬਲ ਸੋਰਸ ਮੰਨ ਕੇ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਉਸੇ ਹੀ ਜਾਣਕਾਰੀ ਦੇ ਆਧਾਰ 'ਤੇ ਮਾਡਲਿੰਗ ਹੁੰਦੀ ਹੈ, ਹੋਰ ਚੀਜ਼ਾਂ ਇਸ ਤੋਂ ਬਚਣ ਵਾਸਤੇ ਕੀਤੀਆਂ ਜਾਂਦੀਆਂ ਨੇ। ਹੁਣ ਵੀ WHO ਵੱਲੋਂ ਇਹ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਔਰ ਇਹ ਖਦਸ਼ਾ ਸ਼ੁਰੂ ਤੋਂ ਚੱਲਿਆ ਆ ਰਿਹਾ। ਹਾਲਾਂਕਿ ਉਸ ਬਾਰੇ ਹਾਲੇ ਵੀ ਪੁਖਤਾ ਜਾਣਕਾਰੀ ਤਾਂ ਨਹੀਂ ਹੈ, ਲੇਕਿਨ ਸਾਇੰਸ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਹਾਈਪੋਥੇਸਿਸ ਹੀ ਬਣਦਾ, ਇੱਕ ਖਿਆਲ ਬਣਦਾ ਕਿ ਕੀ ਅਜਿਹਾ ਹੋ ਸਕਦਾ। ਫਿਰ ਉਹਦੇ 'ਤੇ ਐਵੀਡੈਂਸ ਇਕੱਠਾ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਸਥਿਤੀ ਸਾਫ਼ ਹੁੰਦੀ ਹੈ। ਸੋ ਖਦਸ਼ਾ ਹੀ ਹੈ ਕਿ ਕੀ ਇਸ ਵੇਰੀਐਂਟ ਦੇ ਖਿਲਾਫ ਜਿਹੜੀਆਂ ਮੌਜੂਦਾ ਵੈਕਸੀਨਸ ਨੇ ਉਹਨਾਂ ਦਾ ਅਸਰ ਮੁਕਾਬਲਤਨ ਘੱਟ ਹੋ ਸਕਦਾ ਹੈ। WHO ਦੇ ਆਫੀਸ਼ੀਅਲਸ ਦਾ ਕਹਿਣਾ ਹੈ, ਉਹਨਾਂ ਦੇ ਐਕਸਪਰਟਸ ਦਾ, ਕਿ ਸ਼ੁਰੂਆਤੀ ਅੰਕੜੇ ਇਹੋ ਹੀ ਦੱਸਦੇ ਨੇ ਕਿ ਓਮਿਕਰੋਨ ਵੇਰੀਐਂਟ ਦੇ ਖਿਲਾਫ ਟੀਕਿਆਂ ਦਾ ਅਸਰ, ਵੈਕਸੀਨ ਦਾ ਅਸਰ ਘੱਟ ਹੋ ਸਕਦਾ ਹੈ ਅਤੇ ਓਮਿਕਰੋਨ ਦੇ ਖਿਲਾਫ ਇਸ ਦੇ ਬਾਰੇ ਸਹੀ ਜਾਣਕਾਰੀ ਦਾ ਅੰਦਾਜ਼ਾ ਲਾਉਣ ਦੇ ਵਿੱਚ ਹਾਲੇ ਕੁਝ ਹਫ਼ਤੇ ਹੋਰ ਲੱਗ ਸਕਦੇ ਹਨ। ਲੇਕਿਨ ਉਦੋਂ ਤੱਕ ਐਕਸਪਰਟਸ ਦਾ ਕਹਿਣਾ ਹੈ ਕਿ ਇਸ ਓਮਿਕਰੋਨ ਵੇਰੀਐਂਟ ਨੂੰ ਹਲਕੀ ਫੁਲਕੀ ਚੀਜ਼ ਸਮਝ ਕੇ ਖਾਰਜ ਨਹੀਂ ਕਰ ਦੇਣਾ ਚਾਹੀਦਾ। ਅਤੇ ਬੇਸ਼ੱਕ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਅਰਜ਼ ਕੀਤਾ ਕਿ ਓਮਿਕਰੋਨ ਦੇ ਵਿੱਚ ਗੰਭੀਰ ਅਲਾਮਤਾਂ ਨਹੀਂ ਹੁੰਦੀਆਂ, ਹਾਲੇ ਤੱਕ ਅਜਿਹਾ ਹੀ ਦੇਖਣ 'ਚ ਆ ਰਿਹਾ ਹੈ, ਲੇਕਿਨ ਇਸ ਦੇ ਮਾਮਲੇ ਇੱਕ ਵਾਰੀ ਫਿਰ ਜਿਹੜੇ ਹੈਲਥ ਸਿਸਟਮਸ ਨੇ ਉਹਨਾਂ ਦੇ ਉੱਤੇ ਕਾਫੀ ਨੈਗੇਟਿਵ ਅਸਰ ਪਾ ਸਕਦੇ ਨੇ, ਉਹਨਾਂ 'ਤੇ ਕਾਫੀ ਦਬਾਅ ਪੈਦਾ ਕਰ ਸਕਦੇ ਨੇ। ਸੋ ਜੋ ਮੌਜੂਦਾ ਐਵੀਡੈਂਸ ਹੈ ਉਹਦੇ ਬੇਸਿਸ 'ਤੇ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਓਮਿਕਰੋਨ ਪਿਛਲੇ ਕਿਸੇ ਵੀ ਹੋਰ ਵੇਰੀਐਂਟ ਤੋਂ ਜਿਹੜੇ ਹੁਣ ਤੱਕ ਆ ਚੁੱਕੇ ਨੇ, ਜੇ ਡੈਲਟਾ ਨੂੰ ਅਸੀਂ ਸਭ ਤੋਂ ਖਤਰਨਾਕ ਮੰਨਦੇ ਹਾਂ, ਉਸ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਇਹ ਫੈਲਦਾ। ਪਤਾ ਨਹੀਂ ਕਿੰਨਾ, ਲੇਕਿਨ 70 ਗੁਣਾ ਤੱਕ ਵੀ ਕਈ ਲੋਕ ਦਾਅਵਾ ਕਰ ਰਹੇ ਨੇ ਐਕਸਪਰਟਸ, ਲੇਕਿਨ ਸਾਰੇ ਇਸ 'ਤੇ ਇੱਕ ਮਤ ਨਹੀਂ ਹਨ। ਸਾਊਥ ਅਫਰੀਕਾ, ਜਿੱਥੇ ਸਭ ਤੋਂ ਪਹਿਲਾਂ ਇਸ ਨੂੰ ਡਿਟੈਕਟ ਕੀਤਾ ਗਿਆ ਸੀ, ਜਿਨ੍ਹਾਂ ਨੇ ਇਸ ਨੂੰ ਸਭ ਤੋਂ ਪਹਿਲਾਂ ਰਿਪੋਰਟ ਕੀਤਾ WHO ਨੂੰ, ਉਹਨਾਂ ਦੇ ਅੰਕੜੇ ਵੀ ਦੱਸਦੇ ਨੇ ਕਿ ਓਮਿਕਰੋਨ ਦੇ ਹਵਾਲੇ ਨਾਲ ਖਤਰਾ ਇੱਕ ਦਫਾ ਫਿਰ ਵੱਧ ਸਕਦਾ ਹੈ।
ਹਾਲਾਂਕਿ ਠੋਸ ਨਤੀਜਾ ਕੱਢਣ ਵਾਸਤੇ ਜ਼ਿਆਦਾ ਡਾਟਾ ਹਲੇ ਹੋਰ ਚਾਹੀਦਾ ਹੈ, ਕਿਉਂਕਿ ਡਾਟਾ ਬਹੁਤ ਲਿਮਿਟਿਡ ਹੈ, ਨਵਾਂ ਵੇਰੀਐਂਟ ਹੈ, ਹਲੇ ਬਹੁਤ ਸਾਰੇ ਆਸਪੈਕਟਸ ਤੋਂ ਇਹਦੇ 'ਤੇ ਗੱਲਬਾਤ ਜਾਂਚ ਪੜਤਾਲ ਹੋ ਰਹੀ ਹੈ। ਸੋ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਸ ਨਾਲ ਜੁੜੇ ਹੋਏ ਜਿਹੜੇ ਕੇਸਿਸ ਨੇ ਉਹਨਾਂ ਦੀ ਗੰਭੀਰਤਾ ਦੇ ਬਾਰੇ ਜ਼ਿਆਦਾ ਜਾਣਕਾਰੀ ਆ ਸਕਦੀ ਹੈ ਅਤੇ ਫਿਰ ਸਥਿਤੀ ਜਿਹੜੀ ਹੈ ਹੋਰ ਵਧੇਰੇ ਇਸ ਸੰਦਰਭ ਦੇ ਵਿੱਚ ਕਲੀਅਰ ਹੋ ਸਕਦੀ ਹੈ। ਲੇਕਿਨ ਕੁਐਸਚਨ ਇਹਦੇ 'ਚ ਇਹੀ ਹੈ ਕਿ ਨਵੰਬਰ ਦੇ ਅੱਧ ਦੇ ਵਿੱਚ ਤਕਰੀਬਨ ਸਾਊਥ ਅਫਰੀਕਾ ਦੇ ਬੋਤਸਵਾਨਾ ਦੇ ਵਿੱਚ ਐਕਚੁਅਲੀ ਇੱਕ ਸਹੀ ਰੀਜਨ ਦੇਖਣਾ ਹੋਵੇ ਤਾਂ ਸਾਇੰਟਿਸਟ ਇੱਕ ਨਵੇਂ ਤਰੀਕੇ ਦਾ ਕੋਵਿਡ ਵਾਇਰਸ ਦਾ ਸੈਂਪਲ ਦੇਖ ਰਹੇ ਸੀ ਅਤੇ ਉਹਨਾਂ ਨੇ ਉਸ ਵਾਇਰਸ ਦੀ ਸਪਾਈਕ ਪ੍ਰੋਟੀਨ ਜਿਹਦੇ ਜ਼ਰੀਏ ਇਹ ਹਿਊਮਨ ਸਿਸਟਮ ਦੇ ਉੱਤੇ ਅਸਰ ਪਾਉਂਦਾ, ਸੋ ਕਈ ਐਸੇ ਮਿਊਟੇਸ਼ਨਸ ਦੇਖੇ ਉਹਨਾਂ ਨੇ ਜਿਹੜੇ ਪਹਿਲਾਂ ਨਹੀਂ ਸੀ ਦੇਖੇ ਗਏ। ਸੋ ਇਸ ਦੇ ਤਕਰੀਬਨ 3 ਹਫ਼ਤੇ ਦੇ ਅੰਦਰ ਅੰਦਰ ਹੀ ਵਾਇਰਸ ਦਾ ਨਵਾਂ ਜਿਹੜਾ ਵੇਰੀਐਂਟ ਸੀ 70 ਤੋਂ ਜ਼ਿਆਦਾ ਮੁਲਕਾਂ 'ਚ ਔਰ ਅਮਰੀਕਾ ਦੇ ਤਕਰੀਬਨ 15 ਸਟੇਟਸ ਦੇ ਵਿੱਚ ਫੈਲ ਗਿਆ। ਔਰ ਜੇਕਰ BC ਦਾ ਹਵਾਲਾ ਦਈਏ ਤਾਂ ਇੱਥੇ ਵੀ 2-3 ਦਿਨਾਂ ਦੇ ਵਿੱਚ 3 ਗੁਣਾ ਮਾਮਲੇ ਇਹਦੇ ਹੋ ਗਏ ਨੇ। ਮੇਰਾ ਖਿਆਲ ਹੈ 2-3 ਦਿਨ ਪਹਿਲਾਂ 44-45 ਕੇਸਿਸ ਸੀ, ਮੇਰੇ ਖਿਆਲ ਹੁਣ ਸ਼ਾਇਦ ਰਫਲੀ 150 ਦੇ ਅਰਾਊਂਡ ਹੋ ਗਏ, ਹੁਣ 135 ਤੋਂ ਲੈ ਕੇ ਕੋਈ 150 ਦੇ ਵਿੱਚ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਇਸ ਵੇਰੀਐਂਟ ਨੂੰ ਪਹਿਲਾਂ ਤਾਂ ਇੱਕ ਨਾਮ ਦਿੰਦੇ ਨੇ ਤਾਂ ਕਿ ਉਹਦੀ ਪਛਾਣ ਰਹੇ। ਪਹਿਲਾਂ 1.1.529 ਇਹਨੂੰ ਕਿਹਾ ਗਿਆ, ਫਿਰ ਉਹਨਾਂ ਨੇ ਅੱਜ ਕੱਲ੍ਹ ਕਿਉਂਕਿ ਜਿਹੜੇ ਲੈਟਿਨ ਅੱਖਰ ਨੇ ਉਹਨਾਂ ਦੇ ਉੱਤੇ ਨਾਂ ਦਿੱਤਾ ਜਾ ਰਿਹਾ, ਸੋ ਓਮੀਕਰੋਨ ਡੈਲਟਾ ਤੋਂ ਬਾਅਦ ਉਸ ਨੂੰ ਓਮੀਕਰੋਨ ਦਿੱਤਾ ਔਰ ਇਸ ਨੂੰ ਵੇਰੀਐਂਟ ਆਫ ਕੰਸਰਨ ਡਿਕਲੇਅਰ ਕੀਤਾ। ਸੋ ਉਦੋਂ ਹੀ ਦੱਸਿਆ ਗਿਆ ਸੀ ਕਿ ਜ਼ਿਆਦਾ ਇਨਫੈਕਸ਼ੀਅਸ ਹੈ, ਇਹ ਗੱਲ ਕਲੀਅਰ ਹੋ ਗਈ ਸੀ, ਲੇਕਿਨ ਫਿਰ ਇਹ ਵੀ ਕਿਹਾ ਕਿ ਡੈਲਟਾ ਦੇ ਮੁਕਾਬਲੇ ਇਹ ਜ਼ਿਆਦਾ ਫੇਟਲ ਹੈ, ਜ਼ਿਆਦਾ ਘਾਤਕ ਹੈ ਕਿ ਨਹੀਂ, ਇਹ ਪਤਾ ਲਾਉਣ 'ਚ ਹਲੇ ਵਕਤ ਲੱਗੇਗਾ। ਸੋ ਇਹ ਲੇਕਿਨ ਹੁਣ ਸਵਾਲ ਇਹ ਹੈ ਕਿ ਕੁਝ ਵਕਤ ਲੱਗ ਸਕਦਾ ਹੈ ਹਲੇ ਇਹਦੇ ਬਾਰੇ ਸਾਰੀ ਜਾਣਕਾਰੀ ਇਕੱਤਰ ਕਰਨ ਵਾਸਤੇ ਔਰ ਪੂਰੀ ਸਥਿਤੀ ਕਲੀਅਰ ਹੋਣ ਵਾਸਤੇ, ਲੇਕਿਨ ਉਨੀ ਦੇਰ ਤੱਕ ਕੀ ਕੀਤਾ ਜਾ ਸਕਦਾ, ਕਿਵੇਂ ਇਸ ਵੇਰੀਐਂਟ ਤੋਂ ਬਚਾਓ ਕੀਤਾ ਜਾ ਸਕਦਾ ਹੈ, ਕਿਵੇਂ ਸਿਹਤਮੰਦ ਰਿਹਾ ਜਾ ਸਕਦਾ ਹੈ, ਇਹ ਸਭ ਤੋਂ ਇੰਪੋਰਟੈਂਟ ਪਹਿਲੂ ਹੈ ਇਸ ਗੱਲ ਦਾ। ਇਸ ਸੰਦਰਭ ਦੇ ਵਿੱਚ ਹੀ ਗੱਲਬਾਤ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਵਕਤ ਬ੍ਰੇਕ ਲੈ ਕੇ ਵਾਪਸ ਆਉਣੇ ਆ। ਮੇਰਾ ਤੁਹਾਡਾ ਸਾਥ 9 ਵਜੇ ਤੱਕ ਰਹੇਗਾ। ਇੱਕ ਵਾਰ ਫਿਰ ਮੈਂ ਦੱਸ ਦਿਆਂ ਜਿਹਨਾਂ ਨੇ ਪ੍ਰੋਗਰਾਮ ਲੇਟ ਸੁਣਨਾ ਸ਼ੁਰੂ ਕੀਤਾ ਹੋਵੇ, ਮੈਂ ਤੁਹਾਡਾ ਮੇਜ਼ਬਾਨ ਰਾਮਿੰਦਰਪਾਲ ਸਿੰਘ ਕੰਗ ਅੱਜ 9 ਵਜੇ ਤੱਕ ਤੁਹਾਡੇ ਲਈ ਇਸ ਪ੍ਰੋਗਰਾਮ ਨੂੰ ਪੇਸ਼ ਕਰਾਂਗਾ। ਤੁਹਾਡੀ ਕੋਈ ਟਿੱਪਣੀ, ਕੋਈ ਸੁਨੇਹਾ, ਕੋਈ ਗੱਲਬਾਤ ਤੁਸੀਂ ਕਰਨੀ ਚਾਹੋ ਤਾਂ ਟੈਲੀਫੋਨ ਨੰਬਰ ਤੁਸੀਂ ਜਾਣਦੇ ਹੋ 604-204-0600 604-204-0600। ਇਸ ਟੈਲੀਫੋਨ ਨੰਬਰ 'ਤੇ ਤੁਸੀਂ ਕੋਈ ਵੀ ਆਪਣੀ ਗੱਲਬਾਤ, ਕੋਈ ਵੀ ਆਪਣੀ ਟਿੱਪਣੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਜੀ। ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ ਜੀ, ਆ ਕੇ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। ਸ਼ੇਰ ਪੰਜਾਬ ਰੇਡੀਓ 600 ਕਿਲੋਹਰਟਜ਼ ਮਾਰਨਿੰਗ ਸ਼ੋਅ 'ਚ ਇੱਕ ਵਾਰੀ ਫਿਰ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਜੀ। ਗੱਲ ਮੈਂ ਕਰ ਰਿਹਾ ਸੀ ਤੁਹਾਡੇ ਨਾਲ ਓਮੀਕਰੋਨ ਵੇਰੀਐਂਟ ਦੇ ਬਾਰੇ, ਜਿਹੜਾ ਸਭ ਤੋਂ ਜ਼ਿਆਦਾ ਵੱਡਾ ਵੇਰੀਐਂਟ ਆਫ ਕੰਸਰਨ ਔਰ ਇਸ ਵੇਲੇ ਗਲੋਬਲ ਲੈਵਲ 'ਤੇ ਜੇਕਰ ਸੇ ਹੈਲਥ ਹੈਜ਼ਰਡ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਹੈਲਥ ਹੈਜ਼ਰਡ ਇਸ ਵੇਲੇ ਇਹੀ ਬਣਿਆ ਹੋਇਆ, ਕਿਉਂਕਿ ਵਾਇਰਸ ਦਾ ਇਹ ਸੁਭਾਅ ਹੁੰਦਾ ਕਿ ਕਿਸੇ ਵੀ ਵਿਅਕਤੀ ਨੂੰ ਇਨਫੈਕਟ ਕਰਨ ਤੋਂ ਬਾਅਦ ਵਾਇਰਸ ਹੋਰ ਫੈਲਣ ਵਾਸਤੇ ਆਪਣੀ ਇੱਕ ਕਾਪੀ ਤਿਆਰ ਕਰਦਾ, ਨਕਲ ਤਿਆਰ ਕਰਦਾ ਅਤੇ ਇਹ ਇੱਕ ਔਨਗੋਇੰਗ ਪ੍ਰੋਸੈਸ ਹੈ। ਕਦੇ ਇਹ ਪ੍ਰੋਸੈਸ ਜਿਹੜਾ ਰੁਕਦਾ ਨਹੀਂ, ਚੱਲਦਾ ਰਹਿੰਦਾ ਲਗਾਤਾਰ, ਕਿਉਂਕਿ ਜਿਸ ਤਰ੍ਹਾਂ ਸਰਵਾਈਵਲ ਇਨਸਟਿੰਕਟ ਦੀ ਗੱਲ ਹੈ, ਸੋ ਵਾਇਰਸ ਵੀ ਆਪਣੇ ਆਪ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹੈ ਅਤੇ ਇਸ ਦੌਰਾਨ ਕਦੇ ਕਦੇ ਗੜਬੜ ਹੋ ਜਾਂਦੀ ਹੈ। ਗੜਬੜ ਇਹ ਹੋ ਜਾਂਦੀ ਹੈ ਕਿ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਜਾਂ ਇਹ ਲਫ਼ਜ਼ ਆਮ ਸਾਰਾ ਤੁਸੀਂ ਸੁਣਦੇ ਆ ਰਹੇ ਹੋ ਕਿ ਮਿਊਟੇਸ਼ਨ, ਉਹਨੂੰ ਅਸੀਂ ਮਿਊਟੇਸ਼ਨ ਕਹਿੰਦੇ ਹਾਂ, ਲੇਕਿਨ ਉਹ ਅਸਲ ਦੇ ਵਿੱਚ ਨਕਲ ਬਣਾਉਣ ਲੱਗਿਆਂ ਕੀਤੀ ਹੋਈ ਵਾਇਰਸ ਵੱਲੋਂ ਇੱਕ ਗਲਤੀ ਹੁੰਦੀ ਹੈ, ਗੜਬੜ ਹੁੰਦੀ ਹੈ। ਅਤੇ ਜਦੋਂ ਵਾਇਰਸ ਦੇ ਵਿੱਚ ਮਿਊਟੇਸ਼ਨ ਹੋ ਜਾਂਦੇ ਨੇ ਤਾਂ ਉਹ ਪਹਿਲਾਂ ਨਾਲੋਂ ਇੱਕ ਵੱਖਰੀ ਕਿਸਮ ਦੀ ਨਕਲ ਤਿਆਰ ਕਰ ਲੈਂਦਾ। ਗਲਤੀ ਹੁੰਦੀ ਹੈ ਉਸ ਨਕਲ ਦੇ ਵਿੱਚ, ਐਗਜ਼ੈਕਟ ਨਕਲ ਨਹੀਂ ਹੁੰਦੀ ਜਿਹੜੀ ਕਿ ਪਹਿਲਾ ਵਰਜ਼ਨ ਸਾਡੇ ਕੋਲ ਆਇਆ ਹੁੰਦਾ। ਉਸੇ ਨੂੰ ਅਸੀਂ ਕਹਿੰਦੇ ਹਾਂ ਵੇਰੀਐਂਟ, ਜੇਕਰ ਮੋਟੇ ਸ਼ਬਦਾਂ ਦੇ ਵਿੱਚ ਤੁਹਾਨੂੰ ਗੱਲ ਇਹ ਸਮਝਾਉਣੀ ਹੋਵੇ। ਸੋ ਕਰੋਨਾ ਵਾਇਰਸ ਸਾਰੇ ਜਾਣਦੇ ਨੇ ਔਰ ਅਮਰੀਕਾ ਨੇ ਪੂਰਾ ਟਿਲ ਥਾਈਂ ਜ਼ੋਰ ਲਾਇਆ ਇਹਨੂੰ ਸਾਬਤ ਕਰਨ ਵਾਸਤੇ ਕਿ ਚੀਨ ਦੇ ਵੁਹਾਨ ਦੇ ਵਿੱਚੋਂ ਸ਼ੁਰੂ ਹੋਇਆ। ਤਕਰੀਬਨ ਇਹ ਗੱਲ ਐਕਸੈਪਟਡ ਵੀ ਹੈ, ਲੇਕਿਨ ਉਹ ਤੋਂ ਫੌਰਨ ਬਾਅਦ ਹੀ ਕਿਹਦਾ ਵੇਰੀਐਂਟ ਨਜ਼ਰ ਆਇਆ ਸੀ ਜਿਹਨੂੰ ਐਲਫਾ ਕਿਹਾ ਸੀ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜੇ ਲੈਟਿਨ ਅੱਖਰ ਨੇ ਉਹਨਾਂ ਦੀ ਤਰਜ਼ 'ਤੇ ਵੇਰੀਐਂਟਸ ਨੂੰ ਨਾਂ ਦੇਣੇ ਸ਼ੁਰੂ ਕੀਤੇ, ਵਰਨਾ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਕਦੇ ਉਹਨੂੰ ਵੁਹਾਨ ਵਾਇਰਸ ਕਹਿੰਦੇ ਸੀ, ਕਦੇ ਉਹਨੂੰ ਚਾਈਨਾ ਵਾਇਰਸ ਕਹਿੰਦੇ ਸੀ, ਕਦੇ ਕਿਸੇ ਹੋਰ ਨਾਲ ਨਾਂ ਲੈਂਦੇ ਸੀ। ਤਾਂ ਕਿ WHO ਦੀ ਇਹ ਪਾਲਿਸੀ ਹੈ ਕਿ ਕਿਸੇ ਪਲੇਸ, ਕਿਸੇ ਬੰਦੇ ਦੇ ਨਾਂ 'ਤੇ, ਕਿਸੇ ਕੰਟਰੀ ਦੇ ਨਾਂ 'ਤੇ ਨਹੀਂ ਹੋਣਾ ਚਾਹੀਦਾ। ਉਹਦੇ ਨਾਲ ਥੋੜ੍ਹਾ ਜਿਹਾ ਡਿਸਕ੍ਰਿਮੀਨੇਟਰੀ ਜਿਹੜਾ ਕਿਸਮ ਦਾ ਐਨਵਾਇਰਨਮੈਂਟ ਬਣ ਜਾਂਦਾ। ਸੋ ਉਹ ਨਾਂ ਦਿੰਦੇ, ਸਾਇੰਟਿਸਟ ਤਾਂ ਆਪਣਾ ਔਖਾ ਜਿਹਾ ਨਾਂ ਦੇ ਲੈਂਦੇ, ਜਿਵੇਂ ਇਹਨੂੰ ਓਮੀਕਰੋਨ ਉਹਨਾਂ ਨੇ ਕਿਹਾ ਸੀ 1.1.5
5 to 9 ਪਹਿਲਾਂ। ਸੋ ਲੇਕਿਨ ਆਮ ਬੰਦਿਆਂ ਦੇ ਮੂੰਹ ਤੇ ਨਹੀਂ ਉਹ ਚੜ੍ਹਦਾ। ਸੋ ਇਸ ਕਰਕੇ ਇੱਕ ਆਮ ਨਾਂ ਦੇ ਲਿੱਤਾ ਜਾਂਦਾ, ਜਿਸ ਤਰ੍ਹਾਂ ਤੂਫਾਨ ਨੂੰ ਨਾਂ ਦੇ ਲੈਂਦੇ ਤਾਂ ਕਿ ਪਤਾ ਲੱਗੇ ਕਿ ਕਿਹੜਾ ਕਿੱਧਰ ਨੂੰ ਹੈ। ਔਰ ਪਹਿਲਾਂ ਔਰਤਾਂ ਦੇ ਨਾਂ ਤੇ ਤੂਫਾਨ ਦੇ ਨਾਂ ਰੱਖਦੇ ਸੀ, ਫਿਰ ਔਰਤਾਂ ਨੇ ਇਤਰਾਜ਼ ਕੀਤਾ, ਫਿਰ ਉਹ ਕਹਿੰਦੇ ਕਿ ਚਲੋ ਹੁਣ ਬੰਦਿਆਂ ਦੇ ਨਾਂ ਤੇ ਵੀ ਰੱਖ ਲਿਆ ਕਰਾਂਗੇ। ਸੋ ਇਸ ਤਰ੍ਹਾਂ ਦੀ ਸਿਲਸਿਲਾ ਹੀ ਚੱਲ ਰਿਹਾ। ਹੁਣ ਇਹਦਾ ਨਾਂ ਵੀ ਓਮੀਕਰੋਨ ਰੱਖ ਲਿਓ, ਲੈਟਨ ਸੀਰੀਜ਼ ਦੇ ਵਿੱਚ ਹੀ ਚੱਲ ਰਿਹਾ, ਹੁਣ ਇਹ ਸਾਹਮਣੇ ਆਇਆ ਹੈ। ਸੋ ਇਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਜਾਰੀ ਰਹੇਗੀ, ਕਿਉਂਕਿ ਬੜੇ ਇੰਪੋਰਟੈਂਟ ਹੈ ਕੁਛ ਜਿਹੜੀ ਖਾਸ ਜਾਣਕਾਰੀ ਇਹਦੇ ਬਾਰੇ ਤੁਹਾਨੂੰ ਮੈਂ ਸ਼ੇਅਰ ਕਰਾਂਗਾ। ਗੱਲਬਾਤ ਦੀ ਲੜੀ ਪਕੜਦੇ ਉੱਥੋਂ ਹੀ ਜਿੱਥੋਂ ਆਪਾਂ ਗੱਲ ਛੱਡੀ ਸੀ ਕਿ ਓਮੀਕਰੋਨ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਸੀ, ਕਿਉਂਕਿ ਬਹੁਤ ਸਾਰੇ ਖਦਸ਼ੇ ਨੇ ਲੋਕਾਂ ਦੇ ਜ਼ਿਹਨ ਦੇ ਵਿੱਚ, ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਸੁਣਨ 'ਚ ਆ ਰਹੀਆਂ ਨੇ, ਅਤੇ ਵੇਰੀਐਂਟ ਕੀ ਹੈ, ਕਿਸ ਤਰ੍ਹਾਂ ਬਣਦਾ, ਕਿਉਂ ਹੁੰਦਾ, ਇਹ ਸਾਰੀਆਂ ਚੀਜ਼ਾਂ ਜੇਕਰ ਪਤਾ ਹੋਵੇ, ਥੋੜ੍ਹਾ ਜਿਹਾ ਬੁਨਿਆਦ ਪਤਾ ਹੋਵੇ ਗੱਲ ਦੀ, ਤਾਂ ਥੋੜ੍ਹੀ ਜਿਹੀ ਚਿੰਤਾ ਘਟ ਜਾਂਦੀ ਹੈ ਔਰ ਮੁਹਤਾਤ ਆਦਮੀ ਜ਼ਿਆਦਾ ਰਹਿ ਸਕਦਾ ਹੈ, ਇਹਤਿਆਤ ਰੱਖੀ ਜਾ ਸਕਦੀ। ਇਸ ਸਮੇਂ ਇਸ ਸਾਰੇ ਬ੍ਰੇਕਸ ਐਂਡ ਨਿਊਜ਼ ਦੇ ਸਿਲਸਿਲੇ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਵੇਰੀਐਂਟ ਉਸ ਨੂੰ ਅਸੀਂ ਕਹਿੰਦੇ ਵਾਇਰਸ ਜਦੋਂ ਆਪਣੀ ਇੱਕ ਕਾਪੀ ਤਿਆਰ ਕਰਦਾ, ਔਰ ਇਹ ਕੰਟੀਨਿਊਸ ਪ੍ਰੋਸੈਸ ਹੈ, ਲਗਾਤਾਰ ਵੇਰੀਐਂਟਸ ਇਸ ਤਰ੍ਹਾਂ ਬਣਦੇ ਰਹਿੰਦੇ ਨੇ, ਅਤੇ ਇਹ ਸੁਭਾਅ ਹੈ ਵਾਇਰਸ ਦਾ, ਇਹ ਕੋਈ ਅਲੋਕਾਰ ਗੱਲ ਨਹੀਂ ਹੈ, ਇਹ ਗਾਂ ਵੀ ਬਣਦੇ ਰਹਿਣੇ ਨੇ। ਸੋ ਵੁਹਾਨ ਤੋਂ ਸਾਰਾ ਸਿਲਸਿਲਾ ਸ਼ੁਰੂ ਹੋਇਆ ਔਰ ਸਾਊਥ ਅਫਰੀਕਾ ਤੱਕ ਇਹ ਗੱਲ ਹੁਣ ਪਹੁੰਚ ਗਈ। ਸਾਊਥ ਅਫਰੀਕਾ ਦਾ ਲੇਟੈਸਟ ਵੇਰੀਐਂਟ ਹੈ ਓਮੀਕਰੋਨ, ਇਹ ਸਾਡੇ ਕੋਲ ਸਾਊਥ ਅਫਰੀਕਾ ਤੋਂ ਆਇਆ ਹੈ। ਸੋ ਸਾਊਥ ਅਫਰੀਕਾ ਜਿਹੜੇ ਐਕਸਪਰਟਸ ਨੇ ਉਹਨਾਂ ਕੋਲ ਇਸ ਦੀ ਮੁੱਢਲੀ ਜਾਣਕਾਰੀ ਹੈ, ਕੋਈ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਨੂੰ ਐਨਕਾਊਂਟਰ ਕੀਤਾ, ਉਹ ਸਭ ਲੌਂਗੈਸਟ ਡਾਟਾ ਜੇਕਰ ਕਿਤੇ ਹੋ ਸਕਦਾ, ਸਭ ਤੋਂ ਜ਼ਿਆਦਾ ਉੱਥੇ ਹੀ ਹੋ ਸਕਦਾ। ਸੋ ਸਾਊਥ ਅਫਰੀਕਾ ਦੀਆਂ ਕੁਝ ਯੂਨੀਵਰਸਿਟੀਜ਼ ਦੇ ਜਿਹੜੇ ਪ੍ਰੋਫੈਸਰਸ ਨੇ, ਇਨਫੈਕਸ਼ੀਅਸ ਡਿਜ਼ੀਜ਼ਜ਼ ਦੇ ਜਿਹੜੇ ਐਕਸਪਰਟਸ ਨੇ, ਉਹ ਦੱਸਦੇ ਨੇ ਕਿ ਹਾਲੀਆ ਮਹੀਨਿਆਂ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜਾਂ ਤਾਂ ਕੋਵਿਡ ਤੋਂ ਰਿਕਵਰ ਹੋਏ ਨੇ ਜਾਂ ਉਹਨਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ, ਅਤੇ ਇਹ ਮੰਨਿਆ ਜਾ ਸਕਦਾ ਹੈ ਹੁਣ ਤੱਕ ਦੀ ਜੋ ਸਾਇੰਟੀਫਿਕ ਜਾਣਕਾਰੀ ਹੈ ਕਿ ਇਹਦੇ ਨਾਲ ਲੋਕ ਗੰਭੀਰ ਬਿਮਾਰੀ ਤੋਂ ਬਚ ਜਾਂਦੇ ਨੇ। ਸੋ ਸ਼ੁਰੂਆਤੀ ਦੌਰ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਓਮੀਕਰੋਨ ਦੇ ਨਾਲ ਲੋਕ ਬਿਲਕੁਲ ਮਾਮੂਲੀ ਅਲਾਮਤਾਂ ਹੀ ਉਹਨਾਂ 'ਚ ਪੈਦਾ ਹੋ ਰਹੀਆਂ ਨੇ, ਮਾਮੂਲੀ ਬਿਮਾਰ ਹੋ ਰਹੇ ਨੇ। ਔਰ ਇਹਦੇ 'ਚ ਇੱਕ ਜਿਹੜੀ ਇੰਪੋਰਟੈਂਟ ਗੱਲ ਸੀ ਉਹ ਇਹ ਵੀ ਇੱਕ ਫੈਕਟਰ ਨੋਟ ਕੀਤਾ ਗਿਆ ਕਿ ਜ਼ਿਆਦਾਤਰ 10 ਤੋਂ ਲੈ ਕੇ 30 ਸਾਲ ਤੱਕ ਦੀ ਉਮਰ ਦੇ ਜਿਹੜੇ ਲੋਕ ਸਨ ਉਹ ਜ਼ਿਆਦਾ ਇਹਦੇ ਨਾਲ ਪ੍ਰਭਾਵਿਤ ਹੋ ਰਹੇ ਸਨ, ਅਤੇ ਉਸ ਲਈ ਇਹ ਸ਼ਾਇਦ ਕਾਰਨ ਦੇਖਿਆ ਗਿਆ ਕਿ ਵਿਦਿਆਰਥੀ ਸੀ, ਨੌਜਵਾਨ ਲੋਕ ਸੀ, ਜਿਹੜੇ ਆਪਸ ਦੇ ਵਿੱਚ ਮਿਲਦੇ ਗਿਲਦੇ ਜ਼ਿਆਦਾ ਨੇ, ਐਕਟੀਵਿਟੀਆਂ ਦੀ ਜ਼ਿਆਦਾ ਹੁੰਦੀ ਹੈ, ਸੋ ਇਸ ਕਰਕੇ ਸ਼ਾਇਦ ਅਜਿਹਾ ਹੋਏਗਾ। ਅਤੇ ਪੂਰੀ ਤਰ੍ਹਾਂ ਵੈਕਸੀਨੇਟਡ ਨਾ ਹੋਣ 'ਤੇ, ਜੇਕਰ ਕੋਈ ਬੰਦਾ ਫੁੱਲੀ ਵੈਕਸੀਨੇਟਡ ਨਹੀਂ ਹੈ, ਅਤੇ ਇਹ ਖਿਆਲ ਸੀ ਕਿ ਜਿਹੜੇ ਨੌਜਵਾਨ ਲੋਕ ਨੇ ਉਹਨਾਂ ਦੀ ਇਮਿਊਨਿਟੀ ਦਾ ਲੈਵਲ, ਜਿਹੜਾ ਨੈਚੁਰਲ ਇਮਿਊਨਿਟੀ ਹੁੰਦੀ ਹੈ, ਕੁਦਰਤ ਨੇ ਜਿਹੜਾ ਸਾਡੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਕੀਤੀ ਹੁੰਦੀ ਹੈ, ਉਹ ਵੀ ਉਹਨਾਂ ਦੀ ਬਿਹਤਰ ਹੁੰਦੀ ਹੈ, ਸਿਹਤ ਚੰਗੀ ਹੁੰਦੀ ਹੈ, ਇਸ ਕਰਕੇ ਉਹ ਜ਼ਿਆਦਾ ਸੀਰੀਅਸਲੀ ਬਿਮਾਰ ਨਹੀਂ ਹੁੰਦੇ। ਸੋ ਜਦੋਂ ਤੁਹਾਨੂੰ ਯਾਦ ਹੋਣਾ ਗਰਮੀਆਂ ਦੇ ਵਿੱਚ ਜਦੋਂ ਡੈਲਟਾ ਦੀ ਲਹਿਰ ਆਈ ਸੀ, ਅਤੇ ਉਦੋਂ ਵੀ ਇਨਫੈਕਸ਼ਨ ਦੇ ਰੇਟ ਦੇ ਵਿੱਚ ਕੁਛ ਖਾਸ ਜ਼ਿਆਦਾ ਇਜ਼ਾਫਾ ਨਹੀਂ ਸੀ ਹੋਇਆ, ਲੇਕਿਨ ਹੁਣ ਦੀ ਜਿਹੜੀ ਪਿਕਚਰ ਹੈ ਉਹ ਬਿਲਕੁਲ ਵੱਖਰੀ ਹੈ, ਅਤੇ ਓਮੀਕਰੋਨ ਦੀ ਲਹਿਰ ਹਾਲੇ ਸ਼ੁਰੂ ਹੀ ਹੋਈ ਹੈ ਤਕਰੀਬਨ, ਅਤੇ ਨਜ਼ਰ ਇਹ ਆ ਰਿਹਾ ਜੋ ਐਕਸਪਰਟਸ ਰਿਪੋਰਟ ਕਰ ਰਹੇ ਨੇ ਕਿ ਦੁਬਾਰਾ ਤੋਂ ਇਨਫੈਕਸ਼ਨ ਹੋਣ ਦਾ ਜਿਹੜਾ ਖਤਰਾ ਹੈ ਉਹ ਤਕਰੀਬਨ 3 ਗੁਣਾ ਦੇ ਕਰੀਬ ਵੱਧ ਗਿਆ। ਇਹਦਾ ਮਤਲਬ ਇਹ ਹੈ ਕਿ ਇਹ ਵੇਰੀਐਂਟ ਉਸ ਇਮਿਊਨਿਟੀ ਨੂੰ ਪਾਸ ਕਰ ਰਿਹਾ, ਉਸ ਇਮਿਊਨਿਟੀ ਦੇ ਬਾਵਜੂਦ ਲੋਕਾਂ 'ਤੇ ਅਸਰ ਕਰ ਰਿਹਾ, ਜਿਹੜੀ ਲੋਕਾਂ ਨੂੰ ਜਾਂ ਤਾਂ ਰਿਕਵਰ ਹੋਣ 'ਤੇ ਮਿਲੀ ਸੀ, ਕੋਈ ਇਨਫੈਕਟ ਹੋ ਗਿਆ ਕੋਵਿਡ-19 ਦੇ ਨਾਲ ਰਾਜ਼ੀ ਹੋ ਗਿਆ, ਉਹਦੇ ਅੰਦਰ ਵੀ ਉਹਦੇ ਨਾਲ ਲੜਨ ਦੀ ਤਾਕਤ ਪੈਦਾ ਹੋ ਜਾਂਦੀ ਹੈ, ਇਮਿਊਨਿਟੀ ਪੈਦਾ ਹੋ ਜਾਂਦੀ, ਜਾਂ ਜਿਹਨਾਂ ਨੂੰ ਵੈਕਸੀਨੇਸ਼ਨ ਹੋਈ ਸੀ। ਸੋ ਲੇਕਿਨ ਉਹਨਾਂ ਲੋਕਾਂ ਨੂੰ ਵੀ ਇਹ ਅਫੈਕਟ ਕਰ ਰਿਹਾ ਹੈ। ਸੋ ਇਸ ਕਰਕੇ ਕਰੋਨਾ ਵਾਇਰਸ ਦਾ ਜੇ ਇੱਕ ਮੋਟਾ ਜਿਹਾ ਦੇਖੀਏ ਤਾਂ 18 ਕੁ ਮਹੀਨੇ ਹੋ ਗਏ ਤਕਰੀਬਨ ਜਦੋਂ ਪਹਿਲਾ ਕੇਸ ਉਹਦਾ ਸਾਹਮਣੇ ਆਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਮਿਊਟੇਸ਼ਨਸ ਅਸੀਂ ਦੇਖੇ ਨੇ। ਅਲਫਾ ਦੇ ਮੁਕਾਬਲੇ ਡੈਲਟਾ ਜ਼ਿਆਦਾ ਸਟਰੋਂਗ ਸੀ, ਔਰ ਕਿਉਂਕਿ ਆਮ ਤੌਰ 'ਤੇ ਵੇਰੀਐਂਟਸ ਜਿਹੜੇ ਨੇ ਉਹ ਜ਼ਿਆਦਾ ਸਟਰੋਂਗਰ ਹੀ ਬਣਦੇ ਨੇ, ਐਸੀ ਵੀ ਗੱਲ ਸਮਝ ਆਉਂਦੀ, ਕਈ ਦਫਾ ਮਾਈਲਡ ਵੀ ਬਣਦੇ, ਨੋ ਡਾਊਟ। ਇਸ ਕਰਕੇ ਓਮੀਕਰੋਨ ਨੂੰ ਲੈ ਕੇ ਜਿਹੜੀ ਚਿੰਤਾ ਹੈ ਉਹ ਬੇਵਜ੍ਹਾ ਨਹੀਂ ਹੈ, ਉਹਦੇ ਪਿੱਛੇ ਰੀਜ਼ਨਸ ਨੇ। ਇਸੇ ਕਰਕੇ ਐਕਸਪਰਟਸ ਕਹਿ ਰਹੇ ਨੇ ਕਿ ਲੋਕ, ਕਿਉਂਕਿ ਹੁਣ ਥੋੜ੍ਹਾ ਜਿਹਾ ਕੰਟਰੋਲ 'ਚ ਹੋ ਗਿਆ ਸੀ ਕੰਮ, ਵੈਕਸੀਨੇਸ਼ਨਸ ਹੋ ਗਈਆਂ ਸੀ, ਕਾਫੀ ਸਥਿਤੀ ਥੋੜ੍ਹੀ ਜਿਹੀ ਬੈਟਰ ਹੋਣ ਲੱਗ ਪਈ ਸੀ, ਲੋਕਾਂ ਦਾ ਮਿਲਣਾ ਗਿਲਣਾ ਆਪਸ ਦੇ ਵਿੱਚ ਵੱਧ ਗਿਆ ਸੀ, ਅਤੇ ਪਬਲਿਕ ਪਲੇਸਿਸ 'ਤੇ ਰਿਸਟ੍ਰਿਕਸ਼ਨਸ ਘੱਟ ਗਈਆਂ ਸੀ, ਲੋਕ ਜ਼ਿਆਦਾ ਉਹਨਾਂ ਥਾਵਾਂ 'ਤੇ ਇਕੱਠੇ ਹੋਣ ਲੱਗ ਪਏ ਸੀ, ਅਤੇ ਕੋਈ ਇਹੋ ਜਿਹੀ ਸਥਿਤੀ ਬਣ ਗਈ ਸੀ ਤੇ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਵਾਸਤੇ ਕੁਛ ਜ਼ਿਆਦਾ ਐਫਰਟਸ ਨਹੀਂ ਸੀ ਹੋ ਰਹੀਆਂ, ਸਾਰਾ ਕੁਛ ਗਾਰਡਸ ਜਿਹੜੇ ਡਾਊਨ ਹੋ ਗਏ ਸੀ, ਅਤੇ ਜਿਹੜੇ ਮੁਲਕ ਹਾਲੇ ਵੀ ਡੈਲਟਾ ਦੇ ਵੇਰੀਐਂਟ ਦੇ ਵਿੱਚ ਉਲਝੇ ਹੋਏ ਸੀ, ਉਸ ਦਾ ਕਹਿਰ ਬਰਦਾਸ਼ਤ ਕਰ ਰਹੇ ਸੀ, ਉੱਥੇ ਜ਼ਰੂਰ ਪਾਬੰਦੀਆਂ ਲੱਗੀਆਂ ਹੋਈਆਂ ਸੀ। ਸੋ ਲੇਕਿਨ ਹੁਣ ਖਦਸ਼ਾ ਇਹ ਹੈ ਕਿ ਕਿਧਰੇ ਐਸਾ ਨਾ ਹੋ ਕਿ ਜਦੋਂ ਤੱਕ ਓਮੀਕਰੋਨ ਨੂੰ ਫੈਲਣ ਤੋਂ ਰੋਕਣ ਵਾਸਤੇ ਕੋਈ ਕਦਮ ਚੁੱਕੇ ਜਾਣ, ਜਦ ਤੱਕ ਸਾਰੀ ਸਥਿਤੀ ਸਪਸ਼ਟ ਹੋਵੇ, ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਹਲੇ ਸਥਿਤੀ ਸਪਸ਼ਟ ਨਹੀਂ, ਕੁਛ ਹਫ਼ਤੇ ਲੱਗਣਗੇ, ਕੁਛ ਇਹ ਹੋਏਗਾ, ਸੋ ਉਨੀ ਦੇਰ ਤੱਕ ਹਾਲਾਤ ਇੰਨੇ ਵਿਗੜ ਜਾਣ ਕਿ ਫਿਰ
ਉਹਨਾਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਏ। ਸੋ ਇਹ ਦੁਬਿਧਾ ਹੈ ਸਰਕਾਰਾਂ ਕੋਲ ਦੇ ਅੰਦਰ ਵੀ, ਇਹ ਦੁਬਿਧਾ ਹੈ ਐਡਮਿਨਿਸਟ੍ਰੇਸ਼ਨ ਦੇ ਅੰਦਰ, ਐਕਸਪਰਟਸ ਦੇ ਅੰਦਰ, ਸਭ ਦੇ ਹੈ ਕਿ ਕਿਤੇ ਜਿਹੜਾ ਵਕਤ ਹੈ ਹੱਥੋਂ ਨਿਕਲ ਨਾ ਜਾਵੇ। ਲੇਕਿਨ ਪਾਬੰਦੀਆਂ ਬਰਦਾਸ਼ਤ ਕਰ ਕਰਕੇ ਵੀ ਦੁਨੀਆ ਤੰਗ ਆ ਚੁੱਕੀ ਹੈ। ਇਕੋਨਮੀ ਦਾ ਇਸ਼ੂ ਵੀ ਹੈ, ਜੇਕਰ ਤੁਸੀਂ ਪਾਬੰਦੀਆਂ ਲਾਉਂਦੇ ਹੋ ਤਾਂ ਜ਼ਿਆਦਾ ਇਕੋਨਮੀ ਨੂੰ ਨੁਕਸਾਨ ਪਹੁੰਚਦਾ ਹੈ। ਲੋਕ ਜਿਹੜੇ ਅੱਕੇ ਹੋਏ ਨੇ ਉਸ ਤੋਂ ਵੱਡਾ ਕੰਮ ਹੈ। ਕਈ ਜਗ੍ਹਾ 'ਤੇ ਲੋਕ ਮੁਜ਼ਾਹਰੇ ਕਰਨ 'ਤੇ ਉਤਰ ਆਏ, ਤੋੜ ਭੰਨ ਕਰਨ 'ਤੇ ਉਤਰ। ਜਦੋਂ ਵੀ ਸਰਕਾਰ ਨੇ ਪਿਛਲੇ ਦਿਨਾਂ ਦੇ ਦੌਰਾਨ ਇਹ ਵਿਚਾਰ ਵੀ ਪੇਸ਼ ਕੀਤਾ ਕਿ ਪਾਬੰਦੀਆਂ ਲਾਈਆਂ ਜਾਣਗੀਆਂ, ਕਈ ਜਗ੍ਹਾ ਲਾਉਣੀਆਂ ਵੀ ਪਈਆਂ ਜਿੱਥੇ ਕਿਤੇ ਵੀ ਉਹਨਾਂ ਨੇ ਲਾਈਆਂ, ਤਾਂ ਉਸ ਮੁਖਾਲਫਤ ਦਾ ਵੀ ਸਰਕਾਰਾਂ ਨੂੰ ਡਰ ਹੈ। ਸੋ ਲੇਕਿਨ ਜਦੋਂ ਦਾ ਇਹ ਨਵਾਂ ਵੇਰੀਐਂਟ ਆਇਆ ਤਾਂ ਬੜਾ ਤਿੱਖਾ ਇਸ ਦੇ ਬਾਰੇ ਪ੍ਰਤੀਕਰਮ ਵੀ ਆਇਆ, ਰਿਐਕਟ ਕੀਤਾ ਲੋਕਾਂ ਨੇ। ਕਈ ਮੁਲਕਾਂ ਦੀਆਂ ਸਰਕਾਰਾਂ ਨੇ ਫਟਾਫਟ, ਜਿਵੇਂ ਕਹਿੰਦੇ ਨੇ ਕਿ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਕੇ ਪੀਂਦਾ, ਉਹੀ ਕੰਮ ਹੋਇਆ। ਮੁਲਕਾਂ ਦੀਆਂ ਸਰਕਾਰਾਂ ਨੇ ਟਰੈਵਲ ਬੈਨਸ ਲਾ ਦਿੱਤੇ। ਲੇਕਿਨ ਜਦੋਂ ਤੱਕ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਉਦੋਂ ਤੱਕ ਤਾਂ ਇਹ ਵਾਇਰਸ ਆਲਰੇਡੀ ਕਈ ਮੁਲਕਾਂ ਦੇ ਵਿੱਚ ਪਹੁੰਚ ਚੁੱਕਿਆ ਸੀ ਅਤੇ ਉਹਨਾਂ ਥਾਵਾਂ 'ਤੇ ਪਾਬੰਦੀਆਂ ਲਾਉਣ ਨਾਲ ਜਿੱਥੇ ਇਨਫੈਕਟਡ ਲੋਕਾਂ ਦੀ ਤਾਦਾਦ ਜ਼ਿਆਦਾ ਹੈ, ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ। ਇਹ ਵੀ ਐਕਸਪਰਟਸ ਮੰਨਦੇ ਨੇ ਕਿ ਜ਼ਰੂਰੀ ਨਹੀਂ ਹੈ। ਸੋ ਨਾਲ ਦੀ ਨਾਲ ਇੱਕ ਚੈਲੰਜ ਇਹ ਵੀ ਹੈ ਕਿ ਇਹਨਾਂ ਪਾਬੰਦੀਆਂ ਦੇ ਡਰ ਨਾਲ ਵੇਰੀਐਂਟ ਦੇ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਲੋਕ ਦੁਬਾਰਾ ਸੋਚਣਾ ਪੈ ਜਾਣ। ਸੋ ਸਾਊਥ ਅਫਰੀਕਾ ਦੇ ਵਿੱਚ ਜਦੋਂ ਇਹ ਨਵਾਂ ਵੇਰੀਐਂਟ ਪਤਾ ਲੱਗਾ, ਉਹਨਾਂ ਨੇ ਫੌਰਨ ਇਸ ਦੀ ਜਾਣਕਾਰੀ ਦਿੱਤੀ, WHO ਨੂੰ ਰਿਪੋਰਟ ਕੀਤਾ ਔਰ ਉਹਦਾ ਜਿਹੜਾ ਜੀਨੋਮ ਸੀਕੁਐਂਸ ਸੀ ਉਹਨਾਂ ਨੇ ਪਬਲਿਸ਼ ਕੀਤਾ, ਜੋ ਵੀ ਜਾਣਕਾਰੀ ਉਹਨਾਂ ਦੇ ਕੋਲ ਸੀ। ਇਹਦੇ ਨਾਲ ਸਾਇੰਟਿਸਟ ਨੂੰ ਕਾਫੀ ਮਦਦ ਮਿਲੀ। ਲੇਕਿਨ ਚੈਲੰਜਸ ਇਹਦੇ ਨਾਲ ਇੰਨੇ ਘਟੇ ਨਹੀਂ, ਉਹ ਸਮੱਸਿਆ ਜੇ ਜਿਉਂ ਦੀ ਤਿਉਂ ਮੌਜੂਦ ਹੈ। ਸੋ ਇਹ ਜਿਹੜੇ ਵਾਇਰਸਿਸ ਨੇ, ਇਹਨਾਂ ਦਾ ਜਿਹੜਾ ਜੀਨੋਮ ਸੀਕੁਐਂਸ ਲਫ਼ਜ਼ ਮੈਂ ਵਰਤਿਆ, ਉਹਨੂੰ ਪੜ੍ਹ ਕੇ ਉਹਦੀ ਜਾਣਕਾਰੀ ਹਾਸਲ ਕਰਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਜਿਹੜਾ ਵੇਰੀਐਂਟ ਨਵਾਂ ਬਣਿਆ ਵਾਇਰਸ ਦਾ, ਉਹ ਕਿਸੇ ਵਿਅਕਤੀ ਦੇ ਅੰਦਰ ਜਾਏਗਾ ਤਾਂ ਉਸ 'ਤੇ ਕੀ ਅਸਰ ਕਰੇਗਾ। ਯਾਨੀ ਵੈਕਸੀਨੇਟਡ, ਜਿਹਨਾਂ ਨੂੰ ਟੀਕੇ ਲੱਗ ਚੁੱਕੇ ਨੇ, ਜਾਂ ਪਹਿਲਾਂ ਤੋਂ ਜਿਹੜੇ ਬੰਦੇ ਬਿਮਾਰ ਹੋ ਕੇ ਰਾਜ਼ੀ ਹੋ ਚੁੱਕੇ ਨੇ, ਉਹਨਾਂ ਵਿਅਕਤੀਆਂ ਦਾ ਜਿਹੜਾ ਇਮਿਊਨ ਸਿਸਟਮ ਹੈ, ਬਿਮਾਰੀ ਨਾਲ ਲੜਨ ਦੀ ਜਿਹੜੀ ਉਹਨਾਂ ਦੀ ਤਾਕਤ ਹੈ, ਉਹ ਕਿਸ ਹੱਦ ਤੱਕ ਉਹਦੇ ਖਿਲਾਫ ਲੜ ਸਕੇਗੀ ਨਵੇਂ ਵੇਰੀਐਂਟ ਦੇ ਖਿਲਾਫ। ਇਹ ਜੀਨੋਮ ਸੀਕੁਐਂਸ ਤੋਂ ਪਤਾ ਲੱਗਦਾ। ਸੋ ਜਿਹੜਾ ਸਾਡਾ ਇਮਿਊਨ ਸਿਸਟਮ ਹੈ ਉਹ ਇਸ ਵਾਇਰਸ ਦੇ ਸੈਂਕੜੇ ਹਿੱਸਿਆਂ ਨੂੰ ਪਛਾਣ ਸਕਦਾ। ਸਭ ਤੋਂ ਪਹਿਲਾਂ ਜ਼ਰੂਰਤ ਇਹੀ ਹੁੰਦੀ ਹੈ ਕਿ ਸਾਡਾ ਜਿਸਮ ਜਿਹੜਾ, ਸਾਡਾ ਸਿਸਟਮ ਜਿਹੜਾ, ਉਹ ਪਛਾਣੇ ਕਿ ਜਿਹੜੀ ਚੀਜ਼ ਸਾਡੇ ਅੰਦਰ ਦਾਖਲ ਹੋ ਰਹੀ ਹੈ, ਕੋਈ ਵਾਇਰਸ ਜਾਂ ਕੋਈ ਵੀ ਜਿਹੜੀ ਸਾਨੂੰ ਤਕਲੀਫ ਦੇ ਸਕਦੀ, ਉਹ ਸਾਡੀ ਦੁਸ਼ਮਣ ਹੈ, ਉਹ ਸਾਨੂੰ ਨੁਕਸਾਨ ਪਹੁੰਚਾਏਗੀ। ਸੋ ਇਹ ਬੜਾ ਜ਼ਰੂਰੀ ਹੈ। ਹਰ ਚੀਜ਼ ਨੂੰ ਜਿਹੜਾ ਸਿਸਟਮ ਆ ਉਹ ਦੁਸ਼ਮਣ ਨਹੀਂ ਮੰਨਦਾ। ਜਿੰਨੀ ਦੇਰ ਤੱਕ ਉਸ ਨੂੰ ਉਹ ਨਹੀਂ ਇਸ ਤਰ੍ਹਾਂ ਪਛਾਣਦਾ, ਉਨੀ ਦੇਰ ਤੱਕ ਉਹਦੇ ਨਾਲ ਲੜਦਾ ਨਹੀਂ। ਸੋ ਇਮਿਊਨ ਸਿਸਟਮ ਜਿਹੜਾ ਹੈ ਇਸ ਵਾਇਰਸ ਦੇ ਸੈਂਕੜੇ ਹਿੱਸਿਆਂ ਨੂੰ ਪਛਾਣ ਸਕਦਾ। ਲੇਕਿਨ ਇਹਦੇ ਕੁਝ 6 ਕੁ ਹਿੱਸੇ ਐਸੇ ਹਨ ਜਿਹੜੇ ਇਨਫੈਕਸ਼ਨ ਨੂੰ ਰੋਕਣ 'ਚ ਬੜੇ ਮਹੱਤਵਪੂਰਨ ਹੁੰਦੇ ਨੇ। ਉਹਦੇ ਵਿੱਚ ਇੱਕ ਸਪਾਈਕ ਪ੍ਰੋਟੀਨ ਲਫ਼ਜ਼ ਜਿਹੜਾ ਆਉਂਦਾ, ਉਹ ਵੀ ਉਹੀ ਚੀਜ਼ ਹੈ। ਸੋ ਇਹ ਵਾਇਰਸ ਨੂੰ ਸੈੱਲ ਦੇ ਨਾਲ ਚਿੰਬੜਨ 'ਚ ਮਦਦ ਕਰਦਾ ਹੈ। ਜਿਹੜਾ ਹਿਊਮਨ ਸੈੱਲ ਦੇ ਨਾਲ ਜੋ ਵਾਇਰਸ ਨੇ ਚਿੰਬੜਨਾ ਹੁੰਦਾ, ਉਹ ਇਸ ਆਪਣੇ ਹਿੱਸੇ ਨੂੰ ਇਸਤੇਮਾਲ ਕਰਦਾ। ਸੋ ਇਸ ਜੇ ਕੋਈ ਤਬਦੀਲੀ ਆ ਜਾਏ, ਕਿਉਂਕਿ ਜਦੋਂ ਸੈੱਲ ਦੇ ਨਾਲ ਉਹਨੇ ਚਿੰਬੜਨਾ ਹੈ, ਸੈੱਲ ਦੇ ਕੰਟੈਕਟ ਦੇ ਵਿੱਚ ਆਉਣਾ ਹੈ, ਤਾਂ ਬਾਡੀ ਨੇ ਉਹਨੂੰ ਉਦੋਂ ਪਛਾਣਨਾ ਹੈ ਕਿ ਇਹ ਦੁਸ਼ਮਣ ਹੈ, ਇਹ 'ਤੇ ਹਮਲਾ ਕਰਨਾ ਹੈ, ਇਸ ਨੂੰ ਮੁਕਾਉਣਾ, ਮਾਰ ਮੁਕਾਉਣਾ। ਜੇਕਰ ਉਹਦੇ ਵਿੱਚ ਵਾਇਰਸ ਤਬਦੀਲੀ ਕਰ ਲਵੇ ਤਾਂ ਇਮਿਊਨ ਸਿਸਟਮ ਜਿਹੜਾ ਸਾਡਾ ਉਸ ਵਾਇਰਸ ਨੂੰ ਪਛਾਣਦਾ ਨਹੀਂ, ਉਹਨੂੰ ਪਤਾ ਨਹੀਂ ਲੱਗਦਾ, ਬਦਲ ਜਾਂਦਾ। ਕਿ ਜਿਹਨੂੰ ਉਹ ਪਛਾਣਦਾ ਸੀ ਉਹ ਨਹੀਂ ਹੈ, ਇਹ ਵੱਖਰਾ ਹੈ। ਸੋ ਇਸ ਕਰਕੇ ਇਨਫੈਕਸ਼ਨ ਕਰਨ ਵਾਸਤੇ ਵਾਇਰਸ ਲਈ ਬੜਾ ਜ਼ਰੂਰੀ ਹੈ ਕਿ ਉਹ ਇਮਿਊਨ ਸਿਸਟਮ ਨੂੰ ਧੋਖਾ ਦੇ ਸਕੇ, ਇਮਿਊਨ ਸਿਸਟਮ ਦੀ ਦੀਵਾਰ ਨੂੰ ਟੱਪ ਸਕੇ। ਸੋ ਇਹ ਉਹਦੇ ਵਾਸਤੇ ਬੜਾ ਜ਼ਰੂਰੀ ਹੈ, ਤਾਂ ਹੀ ਉਹ ਇਨਫੈਕਸ਼ਨ ਕਰ ਸਕਦਾ। ਵਰਨਾ ਬਾਡੀ ਉਹਨੂੰ ਪਛਾਣ ਲਏਗੀ, ਇਮਿਊਨ ਸਿਸਟਮ ਉਹਦੇ ਨਾਲ ਲੜੇਗਾ ਅਤੇ ਉਹਦਾ ਕੰਮ ਨਹੀਂ ਬਣਨਾ। ਸੋ ਜੇਕਰ ਜਿਹੜੀਆਂ ਐਂਟੀਬਾਡੀਜ਼ ਹੀ ਉਹ ਹਥਿਆਰ ਨੇ ਜਿਹੜੇ ਸਾਡੇ ਜਿਸਮ ਦੇ ਅੰਦਰ ਬਣਦੇ ਨੇ, ਜਿਨ੍ਹਾਂ ਦੇ ਨਾਲ ਅਸੀਂ ਵਾਇਰਸ ਦੇ ਨਾਲ ਜਾਂ ਕਿਸੇ ਇਨਫੈਕਸ਼ਨ ਦੇ ਨਾਲ, ਖਾਸ ਕਰਕੇ ਜਿਹੜੀ ਵਾਇਰਲ ਇਨਫੈਕਸ਼ਨ ਹੈ ਉਹਦੇ ਨਾਲ ਲੜਦੇ ਹਾਂ। ਸੋ ਜੇਕਰ ਐਂਟੀਬਾਡੀ ਵਾਇਰਸ ਦੇ ਇਹਨਾਂ ਹਿੱਸਿਆਂ ਨੂੰ ਨਹੀਂ ਪਛਾਣਦੀ ਤਾਂ ਇਨਫੈਕਸ਼ਨ ਦਾ ਖਤਰਾ ਜਿਹੜਾ ਉਹ ਜ਼ਿਆਦਾ ਹੋ ਜਾਂਦਾ। ਸੋ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ, ਐਕਸਪਰਟਸ ਦੱਸਦੇ ਨੇ ਕਿ ਕੋਈ ਵਿਅਕਤੀ ਜਿਹੜਾ ਗੰਭੀਰ ਤਰੀਕੇ ਦੇ ਨਾਲ ਬਿਮਾਰ ਹੋ ਜਾਏਗਾ, ਕਿਉਂਕਿ ਇਮਿਊਨ ਸਿਸਟਮ ਹਲੇ ਵੀ ਜਿਹੜੇ ਬਾਕੀ ਦੇ ਹਿੱਸੇ ਨੇ ਵਾਇਰਸ ਦੇ, ਉਹਨਾਂ ਨੂੰ ਤਾਂ ਪਛਾਣਦਾ, ਕੁਛ ਚੀਜ਼ਾਂ ਨੂੰ ਨਹੀਂ ਪਛਾਣਦਾ। ਕਨਫਿਊਜ਼ਨ ਉੱਥੇ ਤਾਂ ਉਹਦੇ ਵਾਸਤੇ ਹੋ ਸਕਦਾ ਹੈ, ਲੇਕਿਨ ਬਾਕੀ ਜਿਹੜੇ ਉਹਦੇ ਸੈਂਕੜੇ ਹੋਰ ਹਿੱਸੇ ਨੇ ਉਹਨਾਂ ਨੂੰ ਤਾਂ ਉਹ ਪਛਾਣਦਾ ਹੈ। ਬਲਕਿ ਇਹਦੇ ਜਿਹੜੇ 6 ਹਿੱਸੇ ਜ਼ਿਆਦਾ ਮਹੱਤਵਪੂਰਨ ਹੁੰਦੇ ਨੇ, ਉਹਨਾਂ ਦੇ ਵਿੱਚ ਓਮੀਕਰੋਨ ਦੇ ਮਾਮਲੇ 'ਚ ਉਹਨਾਂ 'ਚ 3 ਦੇ ਵਿੱਚ ਤਬਦੀਲੀਆਂ ਹੋਈਆਂ ਨੇ। ਸੋ ਇਸੇ ਕਰਕੇ ਇਹ ਪਹਿਲੇ ਵੇਰੀਐਂਟ ਦੇ ਮੁਕਾਬਲੇ ਜ਼ਿਆਦਾ ਇਨਫੈਕਸ਼ਸ ਹੈ, ਕਿਉਂਕਿ ਇਹ ਅਸਲ 'ਚ ਦਾਖਲ ਹੋ ਸਕਦਾ, ਲੇਕਿਨ ਗੰਭੀਰ ਅਲਾਮਤਾਂ ਇਸੇ ਕਰਕੇ ਨਹੀਂ ਪੈਦਾ ਕਰਦਾ ਕਿਉਂਕਿ ਬਾਕੀ ਦੇ ਹਿੱਸਿਆਂ ਨੂੰ ਜਿਸਮ ਜਿਹੜਾ ਪਛਾਣ ਲੈਂਦਾ। ਸੋ ਕਹਿਣ ਦਾ ਮਤਲਬ ਇਹ ਹੈ, ਕੁੱਲ ਮਿਲਾ ਕੇ, ਜੇ ਮੈਂ ਜ਼ਿਆਦਾ ਤੁਹਾਨੂੰ ਕਨਫਿਊਜ਼ ਨਾ ਕਰਾਂ, ਕਿ ਜੇਕਰ ਇਮਿਊਨਿਟੀ ਚੰਗੀ ਹੈ, ਬਿਮਾਰੀ ਨਾਲ ਲੜਨ ਦੀ ਤਾਕਤ ਅੱਛੀ ਹੈ, ਤਾਂ ਕੁਝ ਹੱਦ ਤੱਕ ਓਮੀਕਰੋਨ ਦੇ ਨਾਲ ਲੜਨ ਦੇ ਵਿੱਚ ਮਦਦ ਮਿਲ ਸਕਦੀ ਹੈ, ਜੋ ਹੁਣ ਤੱਕ ਦਾ ਸਾਇੰਟੀਫਿਕ ਡਾਟਾ ਇੰਡੀਕੇਟ ਕਰਦਾ ਹੈ। ਔਰ ਨਾਲ ਹੀ
ਸਾਇੰਟਿਸਟ ਕੁਝ ਐਸਾ ਸਾਧਨ ਬਣਾਉਣ ਦੇ ਵਿੱਚ ਵੀ ਜੁਟੇ ਹੋਏ ਨੇ ਜਿਹੜਾ ਵਾਇਰਸ ਨੂੰ ਰੈਪਲੀਕੇਟ ਕਰਨ ਤੋਂ, ਯਾਨੀ ਕਿ ਉਸ ਦੀਆਂ ਹੋਰ ਕਾਪੀਆਂ ਬਣਨ ਤੋਂ ਰੋਕ ਸਕੇ। ਉਸ ਨੂੰ ਇਹੋ ਜਿਹੀ ਕੁਛ ਦਵਾਈ ਬੂਟੀ ਤਿਆਰ ਕਰਨ ਦਾ ਯਤਨ ਵੀ ਨਾਲ ਦੀ ਨਾਲ ਹੋ ਸਕਦਾ ਹੈ। ਸੋ ਔਰ ਜਿਹੜੇ ਨੇ ਕਈ ਦਵਾਈਆਂ ਬਣ ਰਹੀਆਂ ਨੇ ਜਿਹੜਾ ਕਿ ਰੈਪਲੀਕੇਟ ਕਰਦੇ ਵਕਤ ਵਾਇਰਸ ਦੀਆਂ ਗਲਤੀਆਂ ਨੂੰ ਵਧਾ ਦਿੰਦਾ, ਉਹਦੇ 'ਚ ਜ਼ਿਆਦਾ ਮਿਊਟੇਸ਼ਨ ਪੈਦਾ ਕਰ ਸਕਦਾ ਕਿ ਵਾਇਰਸ ਅਸਰਦਾਰ ਨਹੀਂ ਰਹਿ ਜਾਂਦਾ। ਇੱਕ ਫਾਈਜ਼ਰ ਵਾਲੇ ਕੋਈ ਦਵਾਈ ਬਣਾ ਲੈਣੇ, ਇੱਕ ਮੈਰਕ ਵਾਲੇ ਬਣਾ ਰਹੇ ਨੇ ਦਵਾਈ ਕੁਛ ਇਸ ਤਰ੍ਹਾਂ ਦੀ, ਸੋ ਜਿਹੜਾ ਕਿ ਵਾਇਰਸ ਨੂੰ ਅੱਗੇ ਰੈਪਲੀਕੇਟ ਕਰਨ ਦੀ, ਅੱਗੇ ਉਹਦੀਆਂ ਕਾਪੀਆਂ ਬਣਨ ਦੀ ਸਮਰੱਥਾ ਨੂੰ ਘਟਾ ਦਿੰਦਾ। ਸੋ ਇਹੋ ਜਿਹੀਆਂ ਦਵਾਈਆਂ ਜਦੋਂ ਆ ਜਾਣਗੀਆਂ ਤਾਂ ਫਿਰ ਇਹਨਾਂ ਵੇਰੀਐਂਟਸ ਦਾ ਮੁਕਾਬਲਾ ਕਰਨ 'ਚ ਥੋੜ੍ਹੀ ਜਿਹੀ ਹੋਰ ਆਸਾਨੀ ਹੋ ਜਾਏਗੀ। ਸੋ ਇਸ ਗੱਲ ਦਾ ਪੂਰਾ ਖਦਸ਼ਾ ਹੈ ਕੁੱਲ ਮਿਲਾ ਕੇ ਕਿ ਇਨਫੈਕਸ਼ਨ ਦੇ ਮਾਮਲੇ ਦੇ ਵਿੱਚ ਓਮੀਕਰੋਨ ਜਿਹੜਾ ਹੈ ਉਹ ਡੈਲਟਾ ਨੂੰ ਪਿੱਛੇ ਛੱਡ ਜਾਏਗਾ ਅਤੇ ਕਰੋਨਾ ਵਾਇਰਸ ਦਾ ਡੋਮੀਨੈਂਟ ਵੇਰੀਐਂਟ ਬਣ ਜਾਏਗਾ, ਯਾਨੀ ਕਿ ਸਭ ਤੋਂ ਜ਼ਿਆਦਾ ਪ੍ਰਭਾਵੀ ਜਿਹੜਾ ਵੇਰੀਐਂਟ ਉਹ ਬਣ ਜਾਏਗਾ। ਲੇਕਿਨ ਹਾਲੇ ਇਹ ਸਥਿਤੀ ਕਲੀਅਰ ਹੋਣ ਨੂੰ ਥੋੜ੍ਹਾ ਵਕਤ ਲੱਗੇਗਾ। ਉਂਝ ਵੈਕਸੀਨ ਕੰਪਨੀਜ਼ ਨੇ ਵੀ ਇਹ ਭਰੋਸਾ ਦਿੱਤਾ ਹੈ ਕਿ ਓਮੀਕਰੋਨ ਜਾਂ ਕਿਸੇ ਵੀ ਜਿਹੜਾ ਸੰਭਾਵਿਤ ਵੇਰੀਐਂਟ ਹੈ ਉਹਦੇ ਨਾਲ ਲੜਨ ਵਾਸਤੇ ਵੈਕਸੀਨਸ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ ਔਰ ਉਸ ਕਿਸਮ ਦੀ ਵੈਕਸੀਨ ਜਿਹੜੀ ਉਹ ਤਿਆਰ ਕੀਤੀ ਜਾ ਸਕਦੀ ਹੈ। ਸੋ ਜੇਕਰ ਬਾਰ-ਬਾਰ ਵੈਕਸੀਨ ਲਈ ਜਾਂਦੀ ਹੈ ਅਤੇ ਕਰੋਨਾ ਦੇ ਇਨਫੈਕਸ਼ਨ ਤੋਂ ਕੋਈ ਬੰਦਾ ਰਿਕਵਰ ਵੀ ਹੋਇਆ ਤਾਂ ਉਹ ਵਾਇਰਸ ਦੇ ਨਾਲ ਲੜਨ ਦੇ ਵਿੱਚ ਬਿਹਤਰ ਹੋ ਸਕਦਾ ਹੈ। ਸੋ ਕਿਉਂਕਿ ਵਾਇਰਸਿਸ ਜਿਹੜੀਆਂ ਨੇ ਉਹ ਤਾਂ ਸਾਡੇ ਨਾਲ ਹਮੇਸ਼ਾ ਮੌਜੂਦ ਰਹਿੰਦੀਆਂ ਨੇ। ਬਚਪਨ ਤੋਂ ਲੈ ਕੇ ਜਦੋਂ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਅੱਗੇ ਤੈਅ ਕਰਦੇ ਹਾਂ ਤਾਂ ਸੈਂਕੜੇ ਵਾਇਰਸਿਸ ਨੇ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਅਸੀਂ ਆਉਂਦੇ ਹਾਂ, ਲੇਕਿਨ ਅਸੀਂ ਹਰ ਇੱਕ ਵਾਇਰਸ ਦੇ ਨਾਲ ਬਹੁਤ ਸੀਰੀਅਸਲੀ ਬਿਮਾਰ ਨਹੀਂ ਹੁੰਦੇ। ਜਦ ਅਸੀਂ ਦੁਬਾਰਾ ਉਸੇ ਵਾਇਰਸ ਦੇ ਨਾਲ ਸੰਪਰਕ ਹੁੰਦੇ ਹਾਂ ਤਾਂ ਕਈ ਵਾਰ ਸਾਨੂੰ ਪਤਾ ਵੀ ਨਹੀਂ ਲੱਗਦਾ, ਕੋਈ ਅਲਾਮਤ ਪੈਦਾ ਹੀ ਨਹੀਂ ਹੁੰਦੀ। ਸੋ ਹੋ ਸਕਦਾ ਕਿ ਵਕਤ ਦੇ ਨਾਲ ਨਾਲ ਇਹ ਵਾਇਰਸ ਵੀ ਜਿਹੜਾ ਉਹ ਆਹਿਸਤਾ ਇਹ ਸ਼ਕਲ ਅਖਤਿਆਰ ਕਰ ਲਵੇ, ਇਹੋ ਜਿਹਾ ਬਣ ਜਾਵੇ ਜਿਹੜਾ ਇੰਨਾ ਜ਼ਿਆਦਾ ਤਬਾਹਕੁਨ ਨਾ ਰਹੇ, ਫਿਰ ਇਹ ਸਾਡੇ ਨਾਲ ਰਲ ਮਿਲ ਕੇ ਰਹੀ ਜਾਏਗਾ ਜਿਵੇਂ ਹੋਰ ਬਹੁਤ ਸਾਰੀਆਂ ਵਾਇਰਸਿਸ ਜਿਹੜੀਆਂ ਨੇ ਆਲਰੇਡੀ ਸਾਡੇ ਨਾਲ ਰਹਿ ਰਹੀਆਂ ਨੇ ਜਿਹਨਾਂ ਬਾਰੇ ਸਾਨੂੰ ਹੁਣ ਪਤਾ ਵੀ ਨਹੀਂ ਹੈ। ਸੋ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਇਹ 'ਚ ਕੁਝ ਸਾਲ ਦਾ ਵਕਤ ਲੱਗੇ, ਇਹ ਵੀ ਕਿੰਨਾ ਵਕਤ ਲੱਗੇਗਾ ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਲੇਕਿਨ ਇਸ ਦਰਮਿਆਨ ਕੀ ਉਮੀਦ ਕੀਤੀ ਜਾ ਸਕਦੀ ਹੈ, ਇਹ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਕਿ ਜਿੰਨੀ ਦੇਰ ਤੱਕ ਸਾਰਾ ਕੁਝ ਪਤਾ ਨਹੀਂ ਲੱਗਦਾ, ਇਹ ਸਾਰਾ ਕੁਝ ਚੱਲ ਰਿਹਾ ਹੋ ਰਿਹਾ ਹੈ, ਉਨੀ ਦੇਰ ਤੱਕ ਅਸੀਂ ਕੀ ਕਰ ਸਕਦੇ ਹਾਂ ਔਰ ਕਿਵੇਂ ਅਸੀਂ ਇਸ ਤੋਂ ਆਪਣਾ ਬਚਾਓ ਕਰ ਸਕਦੇ ਹਾਂ ਅਤੇ ਕਿਸ ਤਰ੍ਹਾਂ ਅਵੋਇਡ ਕਰ। ਸਭ ਤੋਂ ਸੌਖਾ ਤਰੀਕਾ ਬਿਮਾਰੀ ਤੋਂ ਬਚਣ ਦਾ ਇਹੀ ਹੁੰਦਾ ਕਿ ਬਿਮਾਰੀ ਤੋਂ ਬਚਾਓ ਕੀਤਾ ਜਾ ਸਕੇ ਔਰ ਉਸ ਨੂੰ ਅਵੋਇਡ ਕੀਤਾ ਜਾ ਸਕੇ। ਉਹ ਕਿਵੇਂ ਹੋ ਸਕੇਗਾ, ਇਸ ਦੇ ਬਾਰੇ ਵੀ ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਜਾਰੀ ਰਹੇਗਾ। ਸ਼ੇਰ ਪੰਜਾਬ ਰੇਡੀਓ 600 ਕਿਲੋਹਰਟਜ਼ ਮਾਰਨਿੰਗ ਸ਼ੋਅ 'ਚ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਗੱਲਬਾਤ ਫਿਰ ਉੱਥੋਂ ਹੀ ਲੜੀ ਜੋੜਦੇ ਹਾਂ ਜਿੱਥੋਂ ਗੱਲ ਆਪਾਂ ਛੱਡੀ ਸੀ। ਓਮੀਕਰੋਨ ਵੇਰੀਐਂਟ ਬਾਰੇ ਮੈਂ ਤੁਹਾਨੂੰ ਅੱਜ ਡਿਟੇਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਜਿੰਨੇ ਵੀ ਉਹਦੇ ਬਾਰੇ ਉਹ ਖਦਸ਼ੇ, ਕੋਈ ਦੁਬਿਧਾ, ਕੋਈ ਮਨ ਦੇ ਵਿੱਚ ਗੱਲਬਾਤ ਹੈ ਉਹ ਕੁਛ ਹੱਦ ਤੱਕ ਕਲੀਅਰ ਹੋ ਸਕੇ। ਇਹ ਬੜਾ ਚੈਲੰਜ ਹੁੰਦਾ ਹੈ ਕਿ ਜਿਹੜੀ ਸਾਇੰਟੀਫਿਕ ਜਾਣਕਾਰੀ ਹੈ ਉਸ ਨੂੰ ਸੌਖੇ ਆਮ ਸ਼ਬਦਾਂ ਦੇ ਵਿੱਚ ਪਹੁੰਚਾਉਣਾ, ਲੇਕਿਨ ਮੈਂ ਯਤਨ ਕਰ ਰਿਹਾ ਕਿ ਜ਼ਿਆਦਾ ਕਨਫਿਊਜ਼ਨ ਨਾ ਪੈਦਾ ਹੋਵੇ, ਲੇਕਿਨ ਜਾਣਕਾਰੀ ਜਿਹੜੀ ਉਹ ਸਹੀ ਸਾਰਿਆਂ ਤੱਕ ਜਿਹੜੀ ਸਾਇੰਟੀਫਿਕ ਜਾਣਕਾਰੀ ਉਹ ਪਹੁੰਚ ਸਕੇ। ਕਿਉਂਕਿ ਜਦੋਂ ਵੀ ਕੋਈ ਵੇਰੀਐਂਟ ਨਵਾਂ ਆਉਂਦਾ ਹੈ ਤਾਂ ਕਿਸੇ ਬੰਦੇ ਨੂੰ ਜਦੋਂ ਉਹ ਇਨਫੈਕਟ ਕਰਦਾ ਤਾਂ ਉਸ ਤੋਂ ਬਾਅਦ ਕੋਈ ਨਵਾਂ ਵੇਰੀਐਂਟ ਉਹਨੂੰ ਕਿਵੇਂ ਪ੍ਰਭਾਵਿਤ ਕਰਦਾ ਇਨਫੈਕਸ਼ਨ ਤੋਂ ਬਾਅਦ, ਇਹ ਪਤਾ ਲੱਗਣ 'ਚ ਵੀ ਕਈ ਹਫ਼ਤੇ ਲੱਗ ਜਾਂਦੇ ਨੇ ਯੂਜੂਅਲੀ। ਸੋ ਹਾਲੇ ਤੱਕ ਇਸੇ ਕਰਕੇ ਇਹੀ ਪਤਾ ਹੈ ਕਿ ਓਮੀਕਰੋਨ ਜਿਹੜਾ ਹੈ ਉਹ ਡੈਲਟਾ ਵੇਰੀਐਂਟ ਨਾਲੋਂ ਫੈਲਦਾ ਜ਼ਿਆਦਾ, ਇਨਫੈਕਸ਼ਨਸ ਜ਼ਿਆਦਾ ਅਤੇ ਇਹੀ ਚਿੰਤਾ ਦਾ ਵਿਸ਼ਾ। ਇਸੇ ਕਰਕੇ ਵੇਰੀਐਂਟਸ ਆਫ ਕੰਸਰਨ ਉਹਨਾਂ ਨੂੰ ਕਿਹਾ ਜਾਂਦਾ ਕਿ ਜਿਹੜੇ ਵੇਰੀਐਂਟਸ ਬਾਰੇ ਸਾਨੂੰ ਚਿੰਤਾ ਕਰਨ ਦੀ ਲੋੜ ਹੈ, ਕਿਉਂਕਿ ਇਹਦੇ ਨਾਲ ਹੌਸਪੀਟਲਸ 'ਤੇ ਪ੍ਰੈਸ਼ਰ ਵੱਧ ਜਾਂਦਾ। ਬੜੇ ਥਾਵਾਂ 'ਤੇ ਜਿਹੜੇ ਹੈਲਥ ਸਿਸਟਮਸ ਨੇ ਜਦੋਂ ਪ੍ਰੈਸ਼ਰ ਥੱਲੇ ਆਉਂਦੇ ਨੇ ਤਾਂ ਫਿਰ ਬੜੀ ਸਮੱਸਿਆ ਖੜੀ ਹੋ ਜਾਂਦੀ ਹੈ। ਲੇਕਿਨ ਇੱਕ ਮੁਸ਼ਕਲ ਇਹ ਵੀ ਹੈ ਇਹਦੇ ਨਾਲ ਕਿ ਜ਼ਿਆਦਾ ਇਨਫੈਕਸ਼ਸ ਹੋਣ ਦੀ ਵਜ੍ਹਾ ਕਰਕੇ, ਜ਼ਿਆਦਾ ਫੈਲਣ ਦੀ ਸਮਰੱਥਾ ਹੋਣ ਕਰਕੇ ਇਹ ਵਾਇਰਸ ਜਿਹੜਾ ਹੈ ਇਹ ਜ਼ਿਆਦਾ ਲੋਕਾਂ ਨੂੰ ਦੇ ਅੰਦਰ ਚਲਾ ਜਾਏਗਾ ਔਰ ਉਹਦੇ ਨਾਲ ਕੀ ਹੁੰਦਾ ਕਿ ਜਿੰਨਾ ਕੋਈ ਵਾਇਰਸ ਜਿਹੜਾ ਹੈ ਇੱਕ ਜਿਸਮ ਤੋਂ ਦੂਸਰੇ ਤੋਂ ਤੀਸਰੇ ਇਸ ਤਰ੍ਹਾਂ ਲਗਾਤਾਰ ਹੋਰ ਲੋਕਾਂ ਦੇ ਵਿੱਚ ਜਾਂਦਾ ਰਹਿੰਦਾ ਹੈ, ਇੱਕ ਬੋਡੀ ਤੋਂ ਦੂਸਰੀ, ਤੀਸਰੀ, ਚੌਥੀ, ਪੰਜਵੀਂ, ਤਾਂ ਉਹਦੇ 'ਚ ਮਿਊਟੇਟ ਕਰਨ ਦੀ ਸੰਭਾਵਨਾ ਵੀ ਜ਼ਿਆਦਾ, ਯਾਨੀ ਕਿ ਉਸ ਦੀਆਂ ਜਿਹੜੀਆਂ ਉਹ ਗਲਤ ਨਕਲਾਂ, ਜਿਹੜੀ ਮੈਂ ਕਹਿ ਰਿਹਾ ਸੀ ਕਿ ਕਾਪੀ ਆਪਣੀ ਬਣਾਉਂਦਾ ਲੇਕਿਨ ਕਾਪੀ ਦੇ ਵਿੱਚ ਗਲਤੀ ਕਰ ਜਾਂਦਾ, ਸੋ ਉਹ ਜਿਹੜੀਆਂ ਮਿਊਟੇਸ਼ਨਸ ਨੇ ਉਹ ਬਣਨ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨੇ ਜਿਸਮ ਦੇ ਅੰਦਰ ਹੀ ਜਾ ਕੇ ਆਪਣੇ ਆਪ ਨੂੰ ਤਬਦੀਲ ਕਰਨਾ, ਯਾਨੀ ਕਿ ਮੋਟੇ ਲਫ਼ਜ਼ਾਂ 'ਚ ਹੋਰ ਵੇਰੀਐਂਟਸ ਪੈਦਾ ਹੋਣ ਦੀ ਸੰਭਾਵਨਾ ਵੀ ਵੱਧਦੀ ਚਲੀ ਜਾਂਦੀ ਹੈ ਜਿਉਂ ਉਹਦੇ ਫੈਲਣ ਦੀ ਸਮਰੱਥਾ ਜਾਂ ਉਹਦੀ ਫੈਲਣ ਦੀ ਰਫ਼ਤਾਰ ਵੱਧਦੀ ਜਾਂਦੀ ਹੈ ਜਾਂ ਵਧੀ ਰਹਿੰਦੀ ਹੈ। ਸੋ ਉਹਦੇ ਨਾਲ ਹੋਰ ਖਤਰਾ ਪੈਦਾ ਹੋ ਜਾਂਦਾ। ਸੋ ਇੱਕ ਵਿਸ਼ਿਸ਼ ਸਾਈਕਲ ਜਿਹੜਾ ਇੱਕ ਦੁਸ਼ਚਕਰ ਜਿਹੜਾ ਉਹ ਸ਼ੁਰੂ ਹੋ ਜਾਂਦਾ ਜਿਹਦੇ ਵਿੱਚ ਅਸੀਂ ਫਸ ਜਾਂਦੇ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਬਾਡੀ ਦੇ ਅੰਦਰ
ਤਾਕਤ ਜ਼ਰੂਰ ਹੋਣੀ ਚਾਹੀਦੀ ਉਹਨਾਂ ਨਾਲ ਲੜਨ ਦੀ, ਔਰ ਉਹ ਜਿਹੜੀ ਹੈ ਉਹ ਵੈਕਸੀਨਸ ਹੀ ਜਿਹੜੀਆਂ ਨੇ ਉਹ ਦਿੰਦੀਆਂ ਨੇ। ਹਰ ਬੰਦਾ ਇਹ ਤਾਂ ਨਹੀਂ ਕਿ ਬਿਮਾਰ ਹੋ ਕੇ ਠੀਕ ਹੋਵੇ। ਸੋ ਵੈਕਸੀਨ ਜਿਹੜੀ ਹੈ ਉਹ ਬੇਹੱਦ ਜ਼ਰੂਰੀ ਬਣ ਜਾਂਦੀ ਹੈ। ਸੋ ਇੱਕ ਬਾਕਾਇਦਾ ਵਕਫੇ 'ਤੇ ਵੈਕਸੀਨ ਦਿੱਤੀਆਂ ਜਾਂਦੀਆਂ ਨੇ, ਸੋ ਉਹਦੇ ਨਾਲ ਮਦਦ ਮਿਲ ਸਕਦੀ ਹੈ। ਸੋ ਕਈ ਲੋਕ ਇਸ ਦੇ ਵੀ ਖਿਲਾਫ ਨੇ, ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਬਾਰ-ਬਾਰ ਵੈਕਸੀਨ ਦੇਣਾ ਸਾਨੂੰ ਕੀ ਪ੍ਰੋਬਲਮ ਹੋ ਜਾਏ। ਖਦਸ਼ੇ ਵਾਜਬ ਨੇ ਆਪਣੀ ਜਗ੍ਹਾ 'ਤੇ, ਲੇਕਿਨ ਕਈ ਦਫਾ ਚਾਰਾ ਨਹੀਂ ਹੁੰਦਾ, ਔਰ ਮੈਡੀਕਲ ਸਾਇੰਸ ਦੇ ਵਿੱਚ ਹਮੇਸ਼ਾ ਇਹੀ ਤੋਲਣਾ ਪੈਂਦਾ ਕਿ ਖਤਰਾ ਜ਼ਿਆਦਾ ਹੈ ਕਿ ਫ਼ਾਇਦਾ ਜ਼ਿਆਦਾ ਹੈ। ਖਤਰਾ ਘੱਟ ਹੈ ਅਤੇ ਫ਼ਾਇਦਾ ਜ਼ਿਆਦਾ ਹੈ ਤਾਂ ਫਿਰ ਉਹ ਇਲਾਜ ਜਿਹੜਾ ਅਪਣਾ ਲਿਆ ਜਾਂਦਾ। ਸੋ ਇਹੀ ਬੇਸਿਸ ਜਿਹੜਾ ਵੈਕਸੀਨੇਸ਼ਨ 'ਤੇ ਵਰਤਿਆ ਗਿਆ। ਸੋ ਕਈ ਮੁਲਕ ਜਿਹੜੇ ਨੇ ਉਹ ਤੁਸੀਂ ਦੇਖਦੇ ਹੋ ਕਿ ਜਿੱਥੇ ਫਲੂ ਦਾ ਵਾਇਰਸ ਫੈਲਦਾ ਹੈ, ਉਹ ਹਰ ਸਾਲ, ਜਿਸ ਤਰ੍ਹਾਂ ਹੁਣੇ ਮੈਂ ਕਹਿ ਕੇ ਹਟਿਆ ਕਿ ਫਲੂ ਦੇ ਸ਼ਾਟਸ ਤੁਸੀਂ ਲਵਾ ਲਓ। ਸੋ ਇਸੇ ਤਰ੍ਹਾਂ ਦੀ ਇਹ ਜਿਹੜੀ ਸਟ੍ਰੈਟਜੀ ਹੈ, ਇਸੇ ਤਰ੍ਹਾਂ ਦੀ ਰਣਨੀਤੀ ਜਿਹੜੀ ਉਹ ਅਪਣਾਈ ਜਾਂਦੀ ਹੈ। ਸੋ ਵੈਕਸੀਨ ਦੇਣ ਦੇ ਨਾਲ ਜਿਹੜਾ ਵਾਇਰਸ ਸਰਕੂਲੇਸ਼ਨ 'ਚ ਹੁੰਦਾ, ਇੱਕ ਤਾਂ ਉਹਦੀ ਤਾਦਾਦ ਘਟਾਈ ਜਾ ਸਕਦੀ ਹੈ, ਦੂਸਰਾ ਉਹ ਮਿਊਟੇਸ਼ਨ ਕਰਕੇ ਹੋਰ ਵੇਰੀਐਂਟ ਨਹੀਂ ਬਣਾ ਸਕਦਾ ਜਿਹੜੇ ਕਿ ਲੋਕਾਂ ਨੂੰ ਗੰਭੀਰ ਤਰੀਕੇ ਦੇ ਨਾਲ ਬਿਮਾਰ ਕਰ ਸਕਣ। ਫਲੂ ਵਾਇਰਸ ਦੀ ਐਗਜ਼ਾਮਪਲ ਜਿਹੜੀ ਬਹੁਤ ਅੱਛੀ ਐਗਜ਼ਾਮਪਲ ਹੈ, ਇਹ ਵਾਇਰਸ ਉਹੀ ਹੈ ਜਿਹੜਾ 100 ਸਾਲ ਪਹਿਲਾਂ ਫੈਲਿਆ ਸੀ, ਜਿਹਦੇ ਨਾਲ ਕਰੋੜਾਂ ਮੌਤਾਂ ਹੋਈਆਂ। ਲੇਕਿਨ ਆਹਿਸਤਾ ਹੁਣ ਦੇਖੋ ਕਿ ਇਸ ਤਰ੍ਹਾਂ ਦਾ ਬਣ ਗਿਆ ਕਿ ਤਕਰੀਬਨ ਹਰ ਸਾਲ ਕੋਈ ਲੋਕ ਫਲੂ ਸ਼ਾਟਸ ਲਵਾ ਲੈਂਦੇ, ਕੋਈ ਨਹੀਂ ਵੀ ਲਵਾਉਂਦੇ, ਲੇਕਿਨ ਕੋਈ ਕਿਸੇ ਨੂੰ ਮਾੜਾ ਮੋਟਾ ਖਾਂਸੀ ਜ਼ੁਕਾਮ ਹੋ ਕੇ ਹਟ ਜਾਂਦਾ, ਕਿਸੇ ਨੂੰ ਉਹ ਵੀ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ। ਸੋ ਫਲੂ ਵਾਇਰਸ ਦੇ ਨਾਲ ਇਹੀ ਹੋ ਰਿਹਾ, ਔਰ ਹਰ ਸਾਲ ਉਹ ਵੀ ਬਦਲਦਾ ਆਪਣੇ ਆਪ ਨੂੰ। ਜਦੋਂ ਅਸੀਂ ਇੱਕ ਵਾਰ ਲਾਉਂਦੇ ਤਾਂ ਨੈਕਸਟ ਵੇਲੇ ਤੱਕ ਉਹ ਵੀ ਆਪਣੇ ਆਪ 'ਚ ਤਬਦੀਲੀ ਕਰ ਚੁੱਕਿਆ ਹੁੰਦਾ। ਇਸੇ ਕਰਕੇ ਹਰ ਸਾਲ ਜਿਹੜਾ ਫਲੂ ਦਾ ਵਾਇਰਸ ਹੈ, ਉਹਦੇ ਵਾਸਤੇ ਵੀ ਜਿਹੜੇ ਟੀਕੇ ਬਣਦੇ ਨੇ, ਵੈਕਸੀਨ ਬਣਦੀ ਹੈ, ਉਹਦੇ ਵੀ ਥੋੜ੍ਹੀ ਤਬਦੀਲੀ ਕਰਨੀ ਪੈਂਦੀ ਹੈ। ਉਹਦੇ ਨਵੇਂ ਸਟ੍ਰੇਨ ਦੇ ਮੁਤਾਬਕ ਵੈਕਸੀਨ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ, ਵੈਕਸੀਨ ਨਵੀਂ ਬਣਾਈ ਜਾਂਦੀ ਹੈ। ਸੋ ਇਹਦੇ ਨਾਲ ਫਿਰ ਵਾਇਰਸ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਮਿਲਦੀ ਹੈ। ਸੋ ਹੋ ਸਕਦਾ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਜਿਹੜਾ ਇਹ ਕੋਵਿਡ ਵੀ ਹੈ, ਸੋ ਇਹਦੇ ਮਿਊਟੇਸ਼ਨਸ ਜਦੋਂ ਹੋਣ ਤਾਂ ਉਹ ਇੰਨੇ ਜ਼ਿਆਦਾ ਖਤਰਨਾਕ ਵੇਰੀਐਂਟਸ ਨਾ ਬਣਨ ਅੱਗੋਂ, ਜਿਸ ਤਰ੍ਹਾਂ ਦੇ ਹੁਣ ਬਣ ਰਹੇ ਨੇ। ਲੇਕਿਨ ਇਹਦੇ ਬਾਰੇ ਸਹੀ ਕਹਿਣਾ ਬਹੁਤ ਮੁਸ਼ਕਿਲ ਹੈ। ਸੋ ਇਸ ਕਰਕੇ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਸਾਇੰਟਿਸਟ ਜਿਹੜੇ ਨੇ ਉਹ ਨਵੇਂ ਵੇਰੀਐਂਟਸ ਦੀ ਸਟੱਡੀ ਕਰਦੇ ਰਹਿਣ, ਉਹਨਾਂ 'ਤੇ ਨਜ਼ਰ ਰੱਖਣ, ਤਾਂ ਕਿ ਜਿਹੜੀਆਂ ਵੈਕਸੀਨਸ ਦੇ ਵਿੱਚ ਕੋਈ ਤਬਦੀਲੀਆਂ ਕਰਨ ਦੀ ਲੋੜ ਹੈ ਜਾਂ ਵੈਕਸੀਨ ਬਣਾਉਣ ਦੀ ਲੋੜ ਹੈ ਕੋਈ ਹੋਰ ਜਾਂ ਤਿਆਰ ਕਰਨੀ ਹੈ, ਉਹਦੇ 'ਚ ਮਦਦ ਮਿਲ ਸਕੇ। ਸਾਊਥ ਅਫਰੀਕਾ ਨੇ ਇਸ ਮਾਮਲੇ 'ਚ ਬਹੁਤ ਛੇਤੀ ਜਾਣਕਾਰੀ ਦਿੱਤੀ। ਇਹ ਉਹਨਾਂ ਦੇ ਕ੍ਰੈਡਿਟ 'ਚ ਜਾਂਦੀ ਹੈ ਚੀਜ਼। ਉਹਨਾਂ ਨੇ ਬੜਾ ਫਾਇਦਾ ਕੀਤਾ ਕਿ ਇੱਕਦਮ ਉਹਨਾਂ ਨੇ ਪ੍ਰੋਪਰ ਜਾਣਕਾਰੀ ਜਿੰਨੀ ਵੀ ਉਹਨਾਂ ਕੋਲ ਸੀ, ਉਹਨਾਂ ਨੇ ਬੜਾ ਬਿਹਤਰੀਨ ਕੰਮ ਕੀਤਾ। ਲੇਕਿਨ ਆਉਣ ਵਾਲੇ ਵਕਤ ਦੇ ਵਿੱਚ ਚੈਲੰਜ ਇਹ ਹੈ ਕਿ ਸਾਰੇ ਮੁਲਕਾਂ ਨੂੰ ਇਸ ਤਰ੍ਹਾਂ ਕਰਨਾ ਪੈਂਦਾ ਹੈ ਕਿ ਜਿੰਨੀ ਵੀ ਜਾਣਕਾਰੀ ਉਹਨਾਂ ਕੋਲ ਹੈ, ਜਿੰਨੀ ਛੇਤੀ ਹੋਵੇ, ਜਿੰਨੀ ਸਹੀ ਜਾਣਕਾਰੀ ਹੋਵੇ, ਉਹ ਸ਼ੇਅਰ ਕੀਤੀ ਜਾਏ ਤਾਂ ਕਿ ਸਾਇੰਟੀਫਿਕ ਰਿਸਰਚ ਜਿਹੜੀ ਹੈ ਉਹ ਸਹੀ ਡਾਇਰੈਕਸ਼ਨ 'ਚ ਜਾ ਸਕੇ। ਕਿਉਂਕਿ ਡਾਟਾ ਹਰ ਜਗ੍ਹਾ ਤੋਂ ਸਾਰੇ ਸਾਇੰਟਿਸਟ ਨੇ ਜਾ ਕੇ ਤਾਂ ਇਕੱਠਾ ਕਰਨਾ ਨਹੀਂ ਹੁੰਦਾ। ਸੋ ਜਿੰਨਾ ਵੀ ਸਹੀ ਡਾਟਾ, ਇਮਾਨਦਾਰੀ ਨਾਲ ਇਕੱਠਾ ਕੀਤਾ ਹੋਇਆ ਡਾਟਾ ਆਏਗਾ। ਲੇਕਿਨ ਕਈ ਜਗ੍ਹਾ ਕੀ ਹੁੰਦਾ ਕਿ ਪੋਲੀਟੀਕਲ ਕੰਸੀਡਰੇਸ਼ਨਸ ਦੀ ਵਜ੍ਹਾ ਕਰਕੇ, ਹੋਰ ਕਾਰਨਾਂ ਕਰਕੇ, ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਦੁਨੀਆ 'ਚ ਕਈ ਜਗ੍ਹਾ 'ਤੇ ਸਰਕਾਰਾਂ ਜਿਹੜੀਆਂ ਨੇ ਉਹ ਡਾਟਾ ਲੁਕਾ ਲੈਂਦੀਆਂ। ਕਈਆਂ ਕੋਲ ਸਮਰੱਥਾ ਹੀ ਨਹੀਂ ਹੁੰਦੀ ਉਹਨਾਂ ਸਹੀ ਤਰੀਕੇ ਨਾਲ ਇਕੱਠਾ ਕਰਨ ਦੀ, ਔਰ ਕਈ ਜਾਣ ਬੁੱਝ ਕੇ ਉਸ ਨੂੰ ਪੂਰੇ ਦੇ ਪੂਰੇ ਨੂੰ ਸ਼ੇਅਰ ਨਹੀਂ ਕਰਦੇ। ਸੋ ਉਹਦੇ ਨਾਲ ਸਮੱਸਿਆ ਇਹ ਆਉਂਦੀ ਹੈ ਕਿ ਜਿਹੜੀ ਰਿਸਰਚ ਦੀ ਡਾਇਰੈਕਸ਼ਨ ਉਹ ਬਦਲ ਜਾਂਦੀ ਹੈ, ਸਹੀ ਦਿਸ਼ਾ 'ਚ ਨਹੀਂ ਜਾਂਦੀ। ਕਿਉਂਕਿ ਜੇ ਡਾਟਾ ਗਲਤ ਹੈ, ਜੇ ਬੁਨਿਆਦ ਹੀ ਗਲਤ ਹੈ, ਤਾਂ ਉਸ 'ਤੇ ਇਮਾਰਤ ਤਾਂ ਵਿੰਗੀ ਟੇਢੀ ਬਣਨੀ ਸੋ ਇਸ ਕਰਕੇ ਇਹ ਬੜਾ ਵੱਡਾ ਚੈਲੰਜ ਇਹ ਹੈ ਕਿ ਸਾਰੇ ਦੇ ਸਾਰੇ ਮੁਲਕ ਜਿੱਥੇ ਕਿਤੇ ਵੀ ਹੋਵੇ ਤਾਂ ਉਹ ਜਿੰਨਾ ਵੱਧ ਤੋਂ ਵੱਧ ਹੋ ਸਕੇ ਸਹੀ ਜਾਣਕਾਰੀ ਜਿਹੜੀ ਉਹ ਇੱਕ ਦੂਸਰੇ ਨਾਲ ਸ਼ੇਅਰ ਕਰਨ, ਸਾਇੰਟਿਸਟ ਦੇ ਨਾਲ ਸ਼ੇਅਰ ਕਰਨ। ਅੱਜ ਕੱਲ੍ਹ ਤਾਂ ਬਹੁਤ ਸਾਧਨ ਮੌਜੂਦ ਨੇ। ਸੋ ਲੇਕਿਨ ਇੱਕ ਦੂਸਰਾ ਸਵਾਲ ਇਹਦੇ 'ਚ ਇਹ ਹੈ ਕਿ ਇੱਕ ਸਵਾਲ ਤਾਂ ਇਹ ਸੀ ਕਿ ਇਨਫੈਕਸ਼ਨਸ, ਉਹ ਤਾਂ ਸਾਬਤ ਹੋ ਗਿਆ ਤਕਰੀਬਨ ਕਿ ਇਨਫੈਕਸ਼ਨਸ ਥੋੜ੍ਹਾ ਜਿਹਾ ਜ਼ਿਆਦਾ ਹੈ, ਲੇਕਿਨ ਸੀਰੀਅਸ ਅਲਾਮਤਾਂ ਹਾਲੇ ਤੱਕ ਨਹੀਂ ਸਾਹਮਣੇ ਆਈਆਂ। ਇਹ ਵੀ ਗੱਲ ਫੈਕਟ ਹੈ। ਲੇਕਿਨ ਇਹ ਖਦਸ਼ਾ ਹਾਲੇ ਵੀ ਬਰਕਰਾਰ ਹੈ ਕਿ ਪੋਸੀਬਿਲਿਟੀ ਹੈ ਕਿ ਇਹਦੇ 'ਤੇ ਜਿਹੜੀ ਮੌਜੂਦਾ ਵੈਕਸੀਨ ਦਾ ਅਸਰ ਜਿਹੜਾ ਮਾਮੂਲੀ ਜਾਂ ਘੱਟ ਹੋਵੇ। ਸੋ ਇਹ ਵੀ ਇਸੇ ਕਰਕੇ ਕਿਹਾ ਜਾ ਰਿਹਾ ਕਿ ਜਿਹਨਾਂ ਲੋਕਾਂ ਨੂੰ ਫੁੱਲੀ ਵੈਕਸੀਨੇਸ਼ਨ ਹੋ ਵੀ ਚੁੱਕੀ ਹੈ, ਲੱਗ ਚੁੱਕੇ ਨੇ, 6 ਮਹੀਨੇ ਤੋਂ ਜ਼ਿਆਦਾ ਵਕਤ ਹੋ ਗਿਆ ਵੈਕਸੀਨ ਲੱਗਣ, ਹੋ ਸਕਦਾ ਉਹਨਾਂ 'ਚ ਵੈਕਸੀਨ ਦੇ ਨਾਲ ਜਿਹੜੀ ਇਮਿਊਨਿਟੀ ਪੈਦਾ ਹੋਈ ਸੀ, ਬਿਮਾਰੀ ਨਾਲ ਲੜਨ ਦੀ ਤਾਕਤ ਪੈਦਾ ਹੋਈ ਸੀ, ਉਹ ਵੀ ਘਟਣੀ ਸ਼ੁਰੂ ਹੋ ਗਈ। ਇਸੇ ਕਰਕੇ ਕਿਹਾ ਜਾ ਕਿ ਬੂਸਟਰ ਜਿਹੜਾ ਲਵਾਇਆ ਜਾਵੇ ਤਾਂ ਕਿ ਲੋਕਾਂ ਦੀ ਜਿਹੜੀ ਇਮਿਊਨਿਟੀ ਦਾ ਲੈਵਲ ਹੈ ਉਹ ਮੁੜ ਕੇ ਫਿਰ ਉਸੇ ਜਗ੍ਹਾ 'ਤੇ ਆ ਜਾਏ, ਤਾਂ ਕਿ ਓਮੀਕਰੋਨ ਨਾਲ ਲੜਨ ਵਾਸਤੇ ਵੀ ਉਹਨਾਂ ਕੋਲ ਇਨਫ ਹਥਿਆਰ ਹੋਣ। ਸੋ ਇਸ ਕਰਕੇ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਵੈਕਸੀਨ ਦੇ ਵਿੱਚ ਤਬਦੀਲੀ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਉਹ ਕਹਿੰਦੇ ਕਿ ਵੇਰੀਐਂਟ ਦੇ ਹਿਸਾਬ ਦੇ ਨਾਲ ਅਸੀਂ ਵੈਕਸੀਨ ਦੇ ਵਿੱਚ ਤਬਦੀਲੀਆਂ ਕਰ ਸਕਦੇ ਹਾਂ ਬਹੁਤ ਛੇਤੀ। ਕਈ ਕੰਪਨੀਆਂ ਨੇ ਦਾਅਵਾ ਵੀ ਕੀਤਾ ਐਸਾ। ਸੋ ਇਹ ਇੱਕ ਅਹਿਮ ਸਵਾਲ ਹੈ ਕਿ ਵੈਕਸੀਨ ਦੇ ਵਿੱਚ ਤਬਦੀਲੀ ਕਰਨਾ ਇੰਨਾ ਸੌਖਾ ਹੈ। ਸੋ 3 ਮਹੀਨਿਆਂ ਦੇ ਵਕਤ ਦੇ ਵਿੱਚ ਹੁਣ ਤੇ ਨਵੀਂ ਵੈਕਸੀਨ ਬਣ ਜਾਂਦੀ ਹੈ। ਜ਼ਿਆਦਾਤਰ ਐਕਸਪਰਟਸ ਇਹ ਕਹਿ ਰਹੇ ਨੇ ਕਿ ਇਟ ਟੇਕਸ ਓਨਲੀ 3 months ਟੂ ਮੇਕ ਚੇਂਜਸ ਔਰ ਕ੍ਰੀਏਟ ਅ ਨਿਊ ਵੈਕਸੀਨ। ਸੋ ਕਿਉਂਕਿ ਜ਼ਿਆਦਾਤਰ ਤਬਦੀਲੀਆਂ ਹੀ ਕਰਨੀ ਹੁੰਦੀ, ਉਹ ਵੈਕਸੀਨ ਨਵੀਂ ਨਹੀਂ ਹੁੰਦੀ। ਸੋ ਉਸ ਨੂੰ ਥੋੜ੍ਹਾ ਜਿਹਾ
ਨਵੇਂ ਵੇਰੀਐਂਟ ਦੇ ਹਿਸਾਬ ਦੇ ਨਾਲ, ਨਵੇਂ ਸਟ੍ਰੇਨ ਦੇ ਹਿਸਾਬ ਦੇ ਨਾਲ ਉਹ 'ਚ ਥੋੜ੍ਹੀ ਬਹੁਤੀਆਂ ਤਬਦੀਲੀਆਂ ਹੀ ਕਰਨੀਆਂ ਹੁੰਦੀਆਂ। ਇਸ ਕਰਕੇ 3 ਕੁ ਮਹੀਨਿਆਂ 'ਚ ਹੀ ਇਹ ਕੰਮ ਹੋ ਸਕਦਾ ਹੈ। ਸੋ ਲੇਕਿਨ ਇਹ ਵੀ ਪਤਾ ਨਹੀਂ ਹੁੰਦਾ ਕਿ ਉਸ ਦਰਮਿਆਨ ਕੋਈ ਨਵਾਂ ਵੇਰੀਐਂਟ ਆ ਜਾਏ। ਔਰ ਲੇਕਿਨ ਫਿਰ ਵੀ ਜਿੱਥੋਂ ਗੱਲ ਸ਼ੁਰੂ ਹੋਈ ਸੀ, ਜਦੋਂ 1.5 ਸਾਲ ਪਹਿਲਾਂ ਅਸੀਂ ਇਹਦੇ ਨਾਲ ਲੜਨਾ ਝਗੜਨਾ ਸ਼ੁਰੂ ਕੀਤਾ ਸੀ, ਜਦੋਂ ਇਹ ਸਮੱਸਿਆ ਦੁਨੀਆ ਦੇ ਸਾਹਮਣੇ ਆਈ, ਤਾਂ ਉਹਦੇ ਮੁਕਾਬਲੇ ਦੁਨੀਆ ਜਿਹੜੀ ਇਸ ਵੇਲੇ ਕਾਫੀ ਬਿਹਤਰ ਸਥਿਤੀ ਦੇ ਵਿੱਚ ਹੈ। ਸੋ ਇੰਨਾ ਘਬਰਾਉਣ ਵਾਲੀ ਗੱਲ ਤਾਂ ਨਹੀਂ ਹੈ। ਸੋ ਹੁਣ ਤੱਕ ਓਮੀਕਰੋਨ ਦੇ ਮਾਮਲੇ ਜਿੱਥੇ ਕਿਤੇ ਵੀ ਸਾਹਮਣੇ ਆਏ ਨੇ, ਉਹਦੇ ਕਾਰਨ ਇੱਕ ਤਾਂ ਡੈਥ ਰੇਟ ਦੇ ਵਿੱਚ ਬਹੁਤੀ ਤਬਦੀਲੀ ਨਹੀਂ ਦੇਖੀ ਗਈ, ਯਾਨੀ ਕਿ ਡੈਥਸ ਜ਼ਿਆਦਾ ਨਹੀਂ ਹੋਈਆਂ। ਲੇਕਿਨ ਜਿਸ ਤਰ੍ਹਾਂ ਅੰਡਰਲਾਈਨ ਚੀਜ਼ ਇਹੀ ਹੈ ਧਿਆਨ 'ਚ ਰੱਖਣ ਵਾਲੀ ਕਿ ਵਾਇਰਸ ਜਿਹੜਾ ਹੈ ਉਹ ਲਗਾਤਾਰ ਆਪਣੇ ਆਪ ਦੇ ਵਿੱਚ ਤਬਦੀਲੀਆਂ ਕਰਦਾ ਰਹਿੰਦਾ ਹੈ। ਸੋ ਇਸ ਕਰਕੇ ਬੇਫਿਕਰ ਹੋ ਜਾਣਾ, ਥੋੜ੍ਹਾ ਜਿਹਾ ਬੇਪਰਵਾਹ ਹੋ ਜਾਣਾ, ਇਹ ਹਲੇ ਸੰਭਵ ਨਹੀਂ ਹੈ। ਬੇਪਰਵਾਹੀ ਵਾਲੀ ਸਥਿਤੀ ਜੇਕਰ ਅਸੀਂ ਚਲੇ ਗਏ, ਬੇਧਿਆਨੇ ਹੋਣ ਲੱਗ ਪਏ, ਤਾਂ ਫਿਰ ਮੁਸ਼ਕਿਲ ਖੜੀ ਹੋਏਗੀ। ਸੋ ਹੋ ਸਕਦਾ ਹੈ ਕਿ ਕਈ ਸਾਇੰਟਿਸਟ ਇਹ ਵੀ ਕਹਿੰਦੇ, ਜਿਵੇਂ ਕਹਿੰਦੇ ਨੇ ਕਿ ਬਿਗਨਿੰਗ ਆਫ ਦੀ ਐਂਡ ਆਫ ਸਮਥਿੰਗ, ਹੈ ਨਾ, ਕਿਸੇ ਚੀਜ਼ ਦੇ ਖਤਮ ਹੋਣ ਦੀ ਸ਼ੁਰੂਆਤ। ਸੋ ਪੋਸੀਬਿਲਿਟੀ ਇਹ ਵੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹੁਣ ਵੇਰੀਐਂਟਸ ਬਣਨੇ ਸ਼ੁਰੂ ਹੋਣੇ, ਕਿਉਂਕਿ ਇਹਨੂੰ ਥੋੜ੍ਹਾ ਜਿਹਾ ਮਾਈਲਡਰ ਮੰਨਿਆ ਜਾ ਰਿਹਾ, ਅਲਾਮਤਾਂ ਉਨੀਆਂ ਜ਼ਿਆਦਾ ਸਟਰੋਂਗ ਨਹੀਂ ਇਹ ਪੈਦਾ ਕਰਦਾ, ਉਹੋ ਜਿਹੇ ਸਿੰਪਟਮਸ ਨਹੀਂ ਪੈਦਾ ਕਰਦਾ। ਤਾਂ ਹੋ ਸਕਦਾ, ਕਈ ਸਾਇੰਟਿਸਟ ਇਹ ਵੀ ਹੋਪਫੁਲ ਨੇ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੇਰੀਐਂਟਸ ਬਣਨ ਉਹ ਥੋੜ੍ਹੇ ਹੁਣ ਮਾਈਲਡਰ ਬਣਨੇ ਸ਼ੁਰੂ, ਜ਼ਿਆਦਾ ਜਿਹੜੇ ਘਾਤਕ ਨਾ ਹੋਣ, ਅਤੇ ਆਹਿਸਤਾ ਆਹਿਸਤਾ ਇਹ ਉਸ ਸਥਿਤੀ ਵੱਲ ਨੂੰ ਵਾਇਰਸ ਤੁਰ ਪਵੇ ਕਿ ਜਦੋਂ ਫਿਰ ਸਾਡੇ ਨਾਲ ਇਹਦੀ ਜਿਹੜੀ ਕੋ ਐਗਜ਼ਿਸਟੈਂਸ ਹੈ, ਸਾਡੇ ਨਾਲ ਦਾ ਮੌਜੂਦ ਰਹਿਣਾ ਸਾਨੂੰ ਬਿਨਾਂ ਤਕਲੀਫ ਦਿੱਤਿਆਂ ਸੰਭਵ ਹੋ ਸਕੇ। ਸੋ ਇਹ ਬਿਗਨਿੰਗ ਆਫ ਦੀ ਐਂਡ ਵਾਲੀ ਇੱਕ ਥਿਊਰੀ ਵੀ ਚੱਲ ਰਹੀ ਹੈ, ਇੱਕ ਸ਼ੁਰੂਆਤ ਹੋ ਸਕਦੀ ਹੈ, ਬਸ਼ਰਤੇ ਕਿ ਵਿੱਚ ਦੀ ਕੋਈ ਹੋਰ ਇਹੋ ਜਿਹਾ ਮਿਊਟੇਸ਼ਨ ਨਾ ਆਵੇ ਜਿਹੜਾ ਜ਼ਿਆਦਾ ਖਤਰਨਾਕ ਹੋਵੇ। ਸੋ ਇਹ ਸਾਰੀਆਂ ਚੀਜ਼ਾਂ 'ਤੇ ਸਾਇੰਟਿਸਟ ਨਜ਼ਰ ਰੱਖਦੇ ਨੇ। ਸੋ ਇਹ ਇੱਕ ਸਥਿਤੀ ਹੈ ਜਿਹੜੀ ਵੇਰੀਐਂਟ ਬਾਰੇ ਮੇਰੇ ਖਿਆਲ ਤੁਹਾਨੂੰ ਥੋੜ੍ਹਾ ਜਿਹਾ ਸਮਝਣ 'ਚ ਮਦਦ ਦੇਵੇਗੀ। ਲੇਕਿਨ ਇਹਦੇ ਲਈ ਹਮੇਸ਼ਾ ਤਿਆਰ ਰਹਿਣ ਦੀ ਲੋੜ ਹੈ। ਹਾਲੇ ਵੀ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਕੋਤਾਹੀ, ਬੇਪਰਵਾਹੀ, ਬੇਧਿਆਨੀ ਨਹੀਂ ਅਫੋਰਡ ਕਰ ਸਕਦੇ, ਕਿਉਂਕਿ ਇਹ ਇੱਕ ਐਸਾ ਦੁਸ਼ਮਣ ਹੈ ਕਿ ਜਿਹੜਾ ਕਦੋਂ ਕਿਵੇਂ ਆਪਣਾ ਸੁਭਾਅ ਬਦਲ ਲਵੇ ਸਾਨੂੰ ਨਹੀਂ ਪਤਾ। ਔਰ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਇਸ ਕਿਸਮ ਦਾ ਹੈ, ਔਰ ਇਹਦੇ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਵਾਇਰਸ ਜਿਹੜੇ ਨੇ ਲਗਾਤਾਰ ਆਪਣੇ ਆਪ 'ਚ ਤਬਦੀਲੀਆਂ ਕਰਦੇ ਰਹਿੰਦੇ ਨੇ, ਮਿਊਟੇਸ਼ਨਸ ਹੁੰਦੀਆਂ ਰਹਿੰਦੀਆਂ ਨੇ, ਫਿਰ ਮਿਊਟੇਸ਼ਨ ਹੋਣਗੇ, ਫਿਰ ਨਵੇਂ ਕੋਈ ਵੇਰੀਐਂਟ ਆਏਗਾ। ਸੋ ਇਸ ਕਰਕੇ ਇਹ ਕੰਸਰਨਸ, ਇਹ ਚਿੰਤਾ ਜਿਹੜੀ ਹੈ ਲਗਾਤਾਰ ਬਰਕਰਾਰ ਰਹਿੰਦੀ ਹੈ। ਲੇਕਿਨ ਇਸ ਤੋਂ ਬਚਣ ਦਾ ਸਭ ਤੋਂ ਆਸਾਨ ਔਰ ਭਰੋਸੇਮੰਦ ਹਥਿਆਰ ਜਿਹੜਾ ਡੇ 1 ਤੋਂ ਸਾਨੂੰ ਪਤਾ ਹੈ, ਔਰ ਇਹ 100 ਸਾਲ ਪਹਿਲਾਂ ਵੀ ਪਤਾ ਸੀ, ਉਹ ਚੀਜ਼ ਜਿਹੜੀ 100 ਸਾਲ ਪਹਿਲਾਂ ਵੀ ਇਫੈਕਟਿਵ ਸੀ, ਉਹ ਅੱਜ 100 ਸਾਲ ਬਾਅਦ ਵੀ ਇਫੈਕਟਿਵ ਹੈ, ਉਹ ਹੈ ਮਾਸਕ। ਦੂਸਰਾ ਹੈ ਵੈਕਸੀਨੇਸ਼ਨ, ਔਰ ਤੀਸਰਾ ਹੈ ਕਿ ਸਾਫ਼ ਸਫਾਈ, ਖਾਸ ਕਰਕੇ ਹੱਥ ਜਿਹੜੇ ਨੇ ਉਹ ਆਪਣੇ ਸਾਫ਼ ਰੱਖਣੇ, ਅਤੇ ਅਣਧੋਤੇ ਹੱਥਾਂ ਦੇ ਨਾਲ ਤੁਸੀਂ ਗਰਦਨ ਤੋਂ ਉੱਪਰ ਦੇ ਆਪਣੇ ਹਿੱਸੇ ਨੂੰ, ਜਿਸਮ ਦੇ ਨੂੰ ਜੇਕਰ ਟੱਚ ਨਹੀਂ ਕਰਦੇ, ਛੂੰਹਦੇ ਨਹੀਂ, ਤਾਂ ਬਹੁਤ ਹੱਦ ਤੱਕ ਬਚਾਓ ਰਹਿ ਜਾਂਦਾ ਹੈ। ਸੋ ਹੱਥ ਸਾਫ਼ ਰੱਖਣਾ ਵੈਸੇ ਵੀ ਬਹੁਤ ਜ਼ਰੂਰੀ ਹੈ। ਮੈਂ ਪਹਿਲਾਂ ਵੀ ਕਈ ਦਫਾ ਆਪਣੇ ਪ੍ਰੋਗਰਾਮਾਂ ਦੇ ਵਿੱਚ ਅਰਜ਼ ਕੀਤੀ ਹੈ ਕਿ ਬੇਸ਼ੱਕ ਕਰੋਨਾ ਵਾਇਰਸ ਨੇ ਸਾਨੂੰ ਹੱਥ ਧੋਣ ਦੀ ਆਦਤ ਪਾ ਲਈ, ਲੇਕਿਨ ਇਹ ਪਾਈ ਰੱਖਣੀ ਚਾਹੀਦੀ ਹੈ। ਹੱਥ ਧੋਣਾ ਚੰਗੀ ਆਦਤ ਹੈ, ਔਰ ਇਹਦੇ ਨਾਲ ਹੋਰ ਵੀ ਅਸੀਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦੇ ਕੰਟੈਕਟ ਦਿਨ ਭਰ ਆਉਂਦੇ ਨੇ। ਹੱਥ ਇੱਕ ਐਸੀ ਚੀਜ਼ ਹੈ ਜਿਹੜੀ ਸਭ ਤੋਂ ਵੱਧ ਤੁਹਾਡੇ ਦੂਸਰੇ ਸਰਫੇਸਿਸ ਨਾਲ, ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਕੰਟੈਕਟ ਦੇ ਵਿੱਚ ਆਉਂਦਾ। ਸੋ ਹੱਥਾਂ ਨੂੰ ਸਾਫ਼ ਰੱਖਣਾ, ਖਾਣ ਪੀਣ ਤੋਂ ਪਹਿਲਾਂ ਹੱਥ ਧੋ ਲੈਣਾ, ਖਾ ਪੀ ਕੇ ਫਿਰ ਹੱਥ ਧੋ ਲੈਣਾ, ਟੋਇਲਟ ਵਗੈਰਾ ਨੂੰ ਇਸਤੇਮਾਲ ਕਰਨ ਤੋਂ ਬਾਅਦ ਅੱਛੀ ਤਰ੍ਹਾਂ ਹੱਥ ਧੋਣਾ, ਇਹ ਵੈਸੇ ਵੀ ਇੱਕ ਚੰਗੀ ਹਾਈਜੀਨਿਕ ਪ੍ਰੈਕਟਿਸ ਹੈ। ਇਹ ਤਾਂ ਵੈਸੇ ਵੀ ਇਹ ਹੁਣ ਪੱਕੀ ਰੱਖਣੀ ਚਾਹੀਦੀ ਹੈ। ਔਰ ਹੱਥ ਧੋਣ ਵੈਸੇ ਇਹ ਨਹੀਂ ਬਾਰ-ਬਾਰ ਧੋਣੇ, ਜਿਸ ਤਰ੍ਹਾਂ ਮੈਂ ਆਮ ਤੌਰ 'ਤੇ ਕਿਹਾ ਕਰਦਾ ਕਿ ਜੇ ਤੁਸੀਂ ਆਪਣੇ ਚਿਹਰੇ ਨੂੰ ਸਿਰਫ ਟੱਚ ਨਾ ਕਰੋ, ਜਿਸ ਤਰ੍ਹਾਂ ਤੁਸੀਂ ਜੇ ਸਾਫ਼ ਹੱਥਾਂ ਨਾਲ ਘਰੋਂ ਨਿਕਲਦੇ ਹੋ ਤਾਂ ਤੁਹਾਡੀ ਵਹੀਕਲ ਦੇ ਵਿੱਚ ਵਾਇਰਸ ਨਹੀਂ ਜਾਏਗਾ, ਔਰ ਤੁਸੀਂ ਜਾ ਕੇ ਆਪਣੇ ਫਿਰ ਜਿੱਥੇ ਕੰਮ ਸ਼ੁਰੂ ਕਰਨਾ ਇੱਕ ਵਾਰੀ ਉੱਥੇ ਹੱਥ ਧੋ ਲਓ। ਮੇਰੇ ਸਿਰ ਧਿਆਨ ਰੱਖੋ ਕਿ ਚਿਹਰੇ ਨੂੰ ਟੱਚ ਨਾ ਕਰੋ, ਆਉਣ ਲੱਗਿਆਂ ਫਿਰ ਇੱਕ ਵਾਰ ਚੰਗੀ ਤਰ੍ਹਾਂ ਹੱਥ ਧੋ ਲਓ। ਜਿਸ ਵੇਲੇ ਤੁਸੀਂ ਹੱਥ ਧੋਤੇ ਹੋਏ ਨੇ ਉਸ ਵੇਲੇ ਜੇਕਰ ਚਿਹਰੇ 'ਤੇ ਹੱਥ ਫੇਰਨਾ ਉਸ ਵੇਲੇ ਫੇਰ ਲਓ, ਮੁੜ ਕੇ ਨਾ ਕਰੋ। ਇਹ ਨਹੀਂ ਹੈ ਕਿ ਕ੍ਰੇਜ਼ੀ ਹੋ ਜਾਣਾ ਕਿ ਹਰ 10-10 ਮਿੰਟ ਬਾਅਦ ਟੂਟੀ ਮੂਹਰੇ ਖੜ੍ਹੇ ਰਹਿਣਾ, ਇੰਨੀ ਲੋੜ ਨਹੀਂ ਹੁੰਦੀ। ਲੇਕਿਨ ਸਵਾਲ ਇਹ ਹੈ ਕਿ ਜੇ ਤੁਸੀਂ ਕਲੀਨ ਹੱਥਾਂ ਦੇ ਨਾਲ ਆਪਣੇ ਵਹੀਕਲ 'ਚ ਵੜੇ ਹੋ, ਕਲੀਨ ਹੱਥਾਂ ਦੇ ਨਾਲ ਹੀ ਨਿਕਲੇ ਹੋ, ਅਤੇ ਵਹੀਕਲ ਦੇ ਵਿੱਚ ਇਨਫੈਕਸ਼ਨ ਨਹੀਂ ਆਉਂਦੀ, ਉਹਨੂੰ ਬਾਰ-ਬਾਰ ਸਾਫ਼ ਕਰਨੀ। ਘਰੇ ਆ ਕੇ ਵੀ ਸਭ ਤੋਂ ਪਹਿਲੀ ਆਦਤ ਹੀ ਬਣਾ ਲੈਣੀ ਚਾਹੀਦੀ ਕਿ ਜੋ ਕੋਈ ਬੰਦਾ ਬਾਹਰੋਂ ਆਵੇ ਤਾਂ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਕਿ ਆਪਣੇ ਹੱਥ ਧੋ ਕੇ ਫਿਰ ਘਰ 'ਚ ਕਿਸੇ ਹੋਰ ਚੀਜ਼ ਨੂੰ ਟੱਚ ਕਰੋ, ਪਹਿਲਾਂ ਆਪਣੇ ਸਾਰੇ ਹੱਥ ਹੀ ਧੋ ਲਓ। ਉਹਦੇ ਨਾਲ ਘਰ ਦੇ ਵਿੱਚ ਇਨਫੈਕਸ਼ਨ ਨਹੀਂ ਆਉਂਦੀ। ਸੋ ਇਹ ਬੜੇ ਆਸਾਨ ਜਿਹੇ ਤਰੀਕੇ, ਕੋਈ ਐਡਾ ਦਿਮਾਗ 'ਤੇ ਬੋਝ ਪਾਉਣ ਵਾਲੀ ਇਹਦੇ 'ਚ ਗੱਲ ਨਹੀਂ ਹੈ, ਲੇਕਿਨ ਇਹ ਬਹੁਤ ਇੰਪੋਰਟੈਂਟ ਤਰੀਕੇ ਔਰ ਇੰਪੋਰਟੈਂਟ ਹਥਿਆਰ ਹੈ। ਮਾਸਕ, ਹੱਥ ਸਾਫ਼ ਰੱਖਣਾ, ਔਰ ਜਿੱਥੇ ਕਿਤੇ ਜ਼ਿਆਦਾ ਕਲੋਜ਼ਡ ਜਗ੍ਹਾ 'ਤੇ, ਇਨਡੋਰ ਪਲੇਸਿਸ ਦੇ ਵਿੱਚ ਤੁਸੀਂ ਜਾਂਦੇ ਹੋ, ਉੱਥੇ ਵੀ ਆਪਣੇ ਆਪ ਨੂੰ
ਮਾਸਕ ਜ਼ਰੂਰ ਲਗਾਓ, ਜਿੰਨੀ ਜ਼ਿਆਦਾ ਦੇਰ ਉੱਥੇ ਰਹਿੰਦੇ ਹੋ, ਖਾਸ ਕਰਕੇ ਸਟ੍ਰੇਂਜਰਸ ਦੇ ਕੰਟੈਕਟ 'ਚ ਆਉਣ ਤੋਂ ਥੋੜ੍ਹਾ ਜਿਹਾ ਘੱਟ ਮੱਠ ਦੇ ਵਿੱਚ ਜੇ ਅਵੋਇਡ ਕੀਤਾ ਜਾ ਸਕਦਾ ਤਾਂ ਨਹੀਂ ਜਾਣਾ ਚਾਹੀਦਾ, ਘੱਟ ਤੋਂ ਘੱਟ ਜਾਓ। ਅਣਸਰਦੇ ਨੂੰ ਟਰੈਵਲ ਕਰਨਾ ਔਰ ਸਾਰੇ ਇਹ ਚੀਜ਼ਾਂ ਬਾਰੇ ਧਿਆਨ ਜਿਹੜਾ ਜ਼ਰੂਰ ਜਿਹੜਾ ਰੱਖਣਾ ਪਏਗਾ। ਔਰ ਵੈਕਸੀਨੇਸ਼ਨ ਜਿਹੜੀ ਉਹ ਕਰਾ ਲੈਣੀ ਚਾਹੀਦੀ ਸਰ ਨੂੰ। ਸਾਡੇ ਇੱਥੇ ਕਾਫੀ ਅੱਛਾ ਰੇਟ ਹੈ, ਲੇਕਿਨ ਹਲੇ ਵੀ ਜੇ ਲੋਕਾਂ ਨੇ ਕਿਸੇ ਨੇ ਹਲੇ ਕਹਿੰਦੇ ਕਿ ਦੁਵਿਧਾ ਦੇ ਵਿੱਚ ਹੈ ਤਾਂ ਉਹ ਆਪਣੀ ਦੁਵਿਧਾ ਦੂਰ ਕਰ ਲੈਣੀ ਚਾਹੀਦੀ ਹੈ। ਸੋ ਇਹਦੇ ਨਾਲ ਜਿਹੜੇ ਹੌਸਪੀਟਲਾਈਜੇਸ਼ਨਸ ਦੀ ਪ੍ਰੋਬਲਮ ਘੱਟ ਹੁੰਦੀ ਹੈ, ਖਤਰਨਾਕ ਹੱਦ ਤੱਕ ਬਿਮਾਰੀ ਨਹੀਂ ਜਾਂਦੀ, ਇਹ ਸਾਰਾ ਸਿਲਸਿਲਾ ਜਿਹੜਾ ਉਹਦੇ ਨਾਲ ਬਣਿਆ ਰਹਿੰਦਾ। ਸੋ ਅਲੱਗ-ਅਲੱਗ ਸਰਵੇਜ਼ ਨੇ, ਉਹਨਾਂ ਤੋਂ ਪਤਾ ਲੱਗਦਾ ਕਿ ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਆਬਾਦੀਆਂ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਜਾਂ ਤਾਂ ਉਹ ਵਾਇਰਸ ਦੇ ਕੰਟੈਕਟ 'ਚ ਆ ਚੁੱਕਾ ਹੈ ਜਾਂ ਫਿਰ ਉਸ ਦੀ ਇਨਫੈਕਸ਼ਨ ਤੋਂ ਉਹ ਉੱਭਰ ਚੁੱਕਾ ਹੈ। ਸੋ ਇਸ ਕਰਕੇ ਉਹਨਾਂ ਦੇ ਜਿਸਮ ਦੇ ਵਿੱਚ ਕੁਛ ਨਾ ਕੁਛ ਇਮਿਊਨਿਟੀ ਬਣੀ ਹੋਏਗੀ। ਸੋ ਉਹਦੇ ਨਾਲ ਜੇ ਉਹ ਵੈਕਸੀਨੇਸ਼ਨ ਵੀ ਉੱਤੋਂ ਉਹਨਾਂ ਦੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਮਦਦ ਮਿਲ ਸਕਦੀ ਹੈ। ਸੋ ਅਗਲੇ ਕੁਝ ਦਿਨਾਂ 'ਚ ਤੁਸੀਂ ਦੇਖੋਗੇ ਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਇਹਦੇ ਨਾਲ ਸਾਹਮਣੇ ਆਉਣਗੀਆਂ। ਔਰ ਲੇਕਿਨ ਜਿਹੜੇ ਲੋਕ ਅਨਵੈਕਸੀਨੇਟਡ ਨੇ, ਜਿਨ੍ਹਾਂ ਨੇ ਟੀਕੇ ਨਹੀਂ ਲਵਾਏ, ਜਾਂ ਜਿਹੜੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਜਿਨ੍ਹਾਂ ਨੂੰ ਹਾਲੇ ਤੱਕ ਟੀਕੇ ਨਹੀਂ ਲੱਗੇ, ਕਿ ਉਹਨਾਂ ਨੂੰ ਜ਼ਿਆਦਾ ਖਤਰਾ ਹੋ ਸਕਦਾ ਹੈ। ਔਰ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕੁਝ ਮਾਮਲੇ ਅੱਜ ਕੱਲ੍ਹ ਬੱਚਿਆਂ ਔਰ ਅਲੜ ਉਮਰ ਦੇ ਜਿਹੜੇ ਛੋਟੀ ਉਮਰ ਦੇ ਨੌਜਵਾਨ ਨੇ ਉਹਨਾਂ ਨੂੰ ਜ਼ਿਆਦਾ ਸੁਣਨ ਨੂੰ ਮਿਲ ਰਹੇ ਨੇ, ਕਿਉਂਕਿ ਵੈਕਸੀਨ ਔਰ ਹਾਈਬ੍ਰਿਡ ਇਮਿਊਨਿਟੀ ਜਿਹਨੂੰ ਕਹਿੰਦੇ ਆ ਉਹ ਵੀ ਆ ਚੁੱਕੀ ਹੈ। ਸੋ ਚੰਗੀ ਗੱਲ ਹੈ ਕਿ ਲੇਕਿਨ ਜਿਹੜਾ ਮੋਰਟੈਲਿਟੀ ਰੇਟ ਹੈ ਜਾਂ ਡੈਥ ਰੇਟ ਹੈ ਜਿਹੜਾ ਉਹ ਨਾ ਦੇ ਬਰਾਬਰ ਹੀ ਰਿਹਾ ਹੈ ਬੱਚਿਆਂ 'ਚ ਔਰ ਨੌਜਵਾਨ ਲੋਕਾਂ ਦੇ ਵਿੱਚ। ਔਰ ਹੌਸਪੀਟਲਸ ਦੇ ਵਿੱਚੋਂ ਵੀ ਕੋਈ ਇਸ ਕਿਸਮ ਦਾ ਡਾਟਾ ਪੂਰੀ ਦੁਨੀਆ ਦੇ ਵਿੱਚੋਂ ਨਹੀਂ ਜਿਹੜਾ ਸਾਹਮਣੇ ਆਇਆ। ਸੋ ਲੇਕਿਨ ਸਵਾਲ ਇਹੀ ਹੈ ਕਿ ਜੇ ਵਾਇਰਸ ਜੇਕਰ ਜ਼ਿਆਦਾ ਫੈਟਲ ਨਹੀਂ ਵੀ ਹੈ, ਜ਼ਿਆਦਾ ਘਾਤਕ ਨਹੀਂ ਵੀ ਹੈ, ਇਹ ਜ਼ਿਆਦਾ ਸੀਰੀਅਸ ਸਿੰਪਟਮ ਨਹੀਂ ਵੀ ਪੈਦਾ ਕਰਦਾ, ਲੇਕਿਨ ਇਨਫੈਕਸ਼ਸ ਜ਼ਿਆਦਾ, ਫੈਲਦਾ ਜ਼ਿਆਦਾ ਤਾਂ ਉਹ ਜ਼ਿਆਦਾ ਲੋਕਾਂ ਨੂੰ ਬਿਮਾਰ ਕਰ ਸਕਦਾ। ਸੋ ਇਹ ਜਦੋਂ ਬਿਮਾਰ ਕੋਈ ਹੋਏਗਾ ਤਾਂ ਉਹਦੇ ਨਾਲ ਹੈਲਥ ਸਿਸਟਮ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਜ਼ਰੂਰ ਬਣ ਜਾਂਦਾ। ਕੋਈ ਵੀ ਬੰਦਾ ਜੇ ਬਿਮਾਰ ਹੁੰਦਾ ਉਹ ਡਾਕਟਰਸ ਕੋਲ ਜਾਂਦਾ, ਹੋ ਸਕਦਾ ਕਿਸੇ ਸਥਿਤੀ 'ਚ ਉਹਨੂੰ ਹੌਸਪੀਟਲ ਵੀ ਜਾਣਾ ਪੈ ਜੇ। ਸੋ ਇਹ ਚੀਜ਼ਾਂ ਹੋ ਜਾਂਦੀਆਂ ਨੇ। ਇਸ ਕਰਕੇ ਬਾਰ-ਬਾਰ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਮੰਨ ਲਓ ਕਿ ਲੱਖਾਂ ਲੋਕਾਂ ਨੂੰ ਇਕੱਠੀ ਇਨਫੈਕਸ਼ਨ ਇਸ ਕਿਸਮ ਦੀ ਹੋ ਜਾਏ, ਬੇਸ਼ੱਕ ਮੌਤ ਦੀ ਦਰ ਘੱਟ ਹੋਵੇ, ਲੋਕੀ ਉਹਨਾਂ ਨੂੰ ਮੌਤਾਂ ਇੰਨੀਆਂ ਜ਼ਿਆਦਾ ਨਾ ਹੋਣ, ਲੇਕਿਨ ਹਸਪੀਟਲਸ ਦੇ ਵੀ ਦਾਖਲ ਹੋਣ ਦਾ ਰੇਟ ਜਿਹੜਾ ਉਹ ਵੱਧ ਸਕਦਾ। ਸੋ ਉਹਦੇ ਨਾਲ ਫਿਰ ਹੈਲਥ ਸਿਸਟਮ ਦੇ ਉੱਤੇ ਇੱਕ ਪ੍ਰੈਸ਼ਰ ਬਣ ਜਾਂਦਾ। ਇਸ ਕਰਕੇ ਹਮੇਸ਼ਾ ਅਲਰਟ ਰਹਿਣਾ ਚਾਹੀਦਾ, ਤਿਆਰ ਰਹਿਣਾ ਚਾਹੀਦਾ ਔਰ ਜਾਣਕਾਰੀ ਹਾਸਲ ਕਰਦੇ ਰਹਿਣਾ ਚਾਹੀਦਾ ਕਿ ਅੱਗੇ ਕਿਵੇਂ ਫੈਲਦਾ ਹੈ, ਕਿਵੇਂ ਆਪਣੀ ਸ਼ਕਲ ਸੂਰਤ ਬਦਲਦਾ ਹੈ। ਹਾਲਾਂਕਿ ਸਾਰੀਆਂ ਚੀਜ਼ਾਂ ਹਾਲੇ ਪੂਰੀ ਤਰ੍ਹਾਂ ਕਲੀਅਰ ਨਹੀਂ ਹੋਈਆਂ, ਲੇਕਿਨ ਉਹਨੂੰ ਤੁਸੀਂ ਫੋਲੋ ਕਰ ਸਕਦੇ ਹੋ। ਲੇਕਿਨ ਡੈਲਟਾ ਦੀ ਲਹਿਰ ਆਈ ਪਹਿਲਾਂ, ਉਹਦਾ ਮੁਕਾਬਲਾ ਕੀਤਾ ਦੁਨੀਆ ਨੇ। ਉਸ ਤੋਂ ਬਾਅਦ ਹੁਣ ਓਮੀਕਰੋਨ ਆ ਗਿਆ। ਇਹਦੇ ਨਾਲ ਲੜਨ ਵਾਸਤੇ ਅਸੀਂ ਕਿੰਨੇ ਤਿਆਰ, ਔਰ ਸਰਕਾਰਾਂ ਨੂੰ ਔਰ ਇੰਡੀਵਿਜੂਅਲੀ ਸਾਨੂੰ ਕਈ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਜਿਹੜੀ ਹੈ ਉਹ ਪਏਗੀ। ਔਰ ਓਮੀਕਰੋਨ ਦੀ ਲਹਿਰ ਦੇ ਨਾਲ ਮੁਕਾਬਲਾ ਕੀਤਾ ਜਾ ਸਕੇਗਾ, ਕਿਉਂਕਿ ਹਮੇਸ਼ਾ ਇਸ ਚੀਜ਼ 'ਤੇ ਡਿਪੈਂਡ ਕਰਦਾ ਕਿ ਨਵਾਂ ਵੇਰੀਐਂਟ ਕਿਹੋ ਜਿਹਾ। ਅਤੇ ਹੁਣ ਤੱਕ ਇਸ ਬਾਰੇ ਜੋ ਕੁਝ ਪਤਾ ਹੈ ਉਹ ਇਹ ਹੈ ਕਿ ਜ਼ਿਆਦਾ ਇਨਫੈਕਸ਼ਸ ਤਾਂ ਹੈ, ਲੇਕਿਨ ਜ਼ਿਆਦਾ ਸੀਰੀਅਸ ਸਿੰਪਟਮਸ ਪੈਦਾ ਨਹੀਂ ਕਰਦਾ। ਹਾਲੇ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਪਤਾ ਨਾਲ ਦੀ ਨਾਲ ਲੱਗ ਰਹੀਆਂ ਨੇ। ਲੇਕਿਨ ਜੇ ਜ਼ਿਆਦਾ ਤਾਦਾਦ ਦੇ ਵਿੱਚ ਲੋਕ ਬਿਮਾਰ ਹੁੰਦੇ ਨੇ ਤਾਂ ਮਤਲਬ ਇਹ ਹੈ ਕਿ ਇਹ ਸਾਡੇ ਇਮਿਊਨ ਸਿਸਟਮ ਨੂੰ ਹਰਾ ਸਕਦਾ ਹੈ ਜਾਂ ਕਿਸੇ ਹੱਦ ਤੱਕ ਉਹਦੇ ਨਾਲ ਇਹ ਬਿਹਤਰ ਤਰੀਕੇ ਨਾਲ ਲੜ ਸਕਦਾ, ਉਹਨੂੰ ਪਾਸ ਕਰ ਸਕਦਾ। ਸੋ ਅਜਿਹੀ ਸਥਿਤੀ 'ਚ ਫਿਰ ਪਾਬੰਦੀਆਂ ਲਾਉਣ ਦੀ ਲੋੜ ਪੈ ਜਾਂਦੀ ਹੈ, ਰਿਸਟ੍ਰਿਕਸ਼ਨਸ ਜਿਹੜੀਆਂ ਜ਼ਿਆਦਾ ਸਖਤ ਕਰਨੀਆਂ ਪੈਂਦੀਆਂ ਨੇ। ਅਤੇ ਇਹ ਵਾਇਰਸ ਜਿਹੜੇ ਆ, ਇਹ ਜਿਹੜੀ ਪੈਂਡੈਮਿਕ ਵਾਇਰਸ ਤੋਂ ਇੱਕ ਆਮ ਵਾਇਰਸ ਬਣ ਜਾਏ, ਇਹ ਹਲੇ ਦੇਰ ਲੱਗੇਗੀ। ਔਰ ਇਹਦੇ ਵਾਸਤੇ ਹਰ ਸਾਲ ਜਿਹੜੀਆਂ ਵੈਕਸੀਨਸ ਨੇ, ਵਕਤਨ ਫਵਕਤਨ ਜਿਹੜੀਆਂ ਵੈਕਸੀਨਸ ਨੇ, ਉਹਨਾਂ ਨੂੰ ਐਡਜਸਟ ਕਰਨਾ ਪਏਗਾ, ਉਹਨਾਂ ਨੂੰ ਠੀਕ ਕਰਨਾ ਪਏਗਾ ਉਹਨਾਂ ਨੂੰ। ਔਰ ਇਹ ਕੰਮ ਜਿਹੜਾ ਨਾਲ ਦੀ ਨਾਲ ਸਾਇੰਟਿਸਟ ਜਾਰੀ ਰੱਖਣਗੇ। ਸੋ ਇਹ ਕਹਿਣ ਤੋਂ ਭਾਵੇਂ ਕਿ ਇਹ ਚੂਹੇ ਬਿੱਲੀ ਵਰਗਾ ਖੇਡ ਹੁੰਦਾ ਜਿਹੜਾ ਪੈਂਡੈਮਿਕ ਹੁੰਦਾ। ਔਰ ਉਮੀਦ ਆਪਾਂ ਨੂੰ ਇਹੀ ਕਰਨੀ ਚਾਹੀਦੀ ਹੈ ਕਿ ਇਸ ਖੇਡ ਦੇ ਵਿੱਚ ਸਾਇੰਸ ਦੀ ਜਿੱਤ ਹੋਏਗੀ, ਸਾਇੰਟਿਸਟ ਦੀ ਜਿੱਤ ਹੋਏਗੀ, ਲੇਕਿਨ ਉਹਦੇ ਵਿੱਚ ਹਰ ਇੱਕ ਦਾ ਇੱਕ ਇੰਡੀਵਿਜੂਅਲ ਰੋਲ ਜ਼ਰੂਰ ਹੈ, ਉਹ ਹੈ ਪ੍ਰੀਵੈਂਸ਼ਨ ਦਾ। ਅਸੀਂ ਹਮੇਸ਼ਾ ਸੁਣਦੇ ਆਏ ਕਿ ਜਿਹੜਾ ਕਹਿੰਦੇ ਇਲਾਜ ਨਾਲੋਂ ਪਰਹੇਜ਼ ਵਧੀਆ ਹੁੰਦਾ। ਸੋ ਪਰਹੇਜ਼ ਇਹਦੇ 'ਚ ਇਹੀ ਹੈ, ਬਹੁਤ ਔਖਾ ਨਹੀਂ ਹੈ। ਜਿਵੇਂ ਮੈਂ ਦੱਸਿਆ ਕਿ ਦਿਮਾਗ 'ਤੇ ਬਹੁਤਾ ਬੋਝ ਪਾਉਣ ਦੀ ਲੋੜ ਨਹੀਂ, ਸਿਰਫ ਉਹਨੂੰ ਇੱਕ ਆਪਣੀ ਆਦਤ ਦੇ ਵੀ ਸ਼ਾਮਿਲ ਕਰ ਲੈਣਾ ਚਾਹੀਦਾ। ਫਰਸਟਰੇਟ ਹੋਣ ਦੀ ਲੋੜ ਨਹੀਂ ਹੈ। ਔਰ ਉਸ ਹਿਸਾਬ ਨਾਲ ਜੇ ਕਿ ਸਾਰੇ ਚੱਲਣਗੇ ਤਾਂ ਮੇਰਾ ਖਿਆਲ ਹੈ ਕਿ ਅਸੀਂ ਓਮੀਕਰੋਨ ਦਾ ਬਹੁਤ ਬਿਹਤਰ ਤਰੀਕੇ ਨਾਲ ਮੁਕਾਬਲਾ ਕਰ ਸਕਾਂਗੇ। ਜੇ ਘਬਰਾ ਜਾਈਏ ਤਾਂ ਫਿਰ ਸਭ ਤੋਂ ਪਹਿਲੀ ਹਾਰ ਦੀ ਨਿਸ਼ਾਨੀ ਘਬਰਾਹਟ ਹੀ ਹੁੰਦੀ ਹੈ। ਮੇਰਾ ਖਿਆਲ ਹੈ ਕਿ ਇਸ ਵਿਸ਼ੇ 'ਤੇ ਕਾਫੀ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਹੋ ਸਕਦਾ ਤੁਹਾਨੂੰ ਅਕਾਊ ਵੀ ਲੱਗੀ ਹੋਵੇ ਥੋੜ੍ਹੀ ਜਿਹੀ, ਲੇਕਿਨ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹਦੇ ਬਾਰੇ ਬਹੁਤ ਸਾਰੀਆਂ ਦੁਵਿਧਾਵਾਂ ਨੇ, ਬਹੁਤ ਸਾਰੇ ਮਸਲੇ ਨੇ। ਔਰ ਸਭ ਤੋਂ ਇੰਪੋਰਟੈਂਟ ਇਸ਼ੂ ਹੈ ਇਸ ਵੇਲੇ ਕਿ ਇਹ ਇਨਫੈਕਸ਼ਨ ਕਿੱਧਰ ਨੂੰ ਜਾਏ, ਕਿੱਧਰ ਨੂੰ। ਹਰ ਵਕਤ ਜਿੱਥੇ ਵੀ ਕਿਤੇ ਬੈਠਦੇ 4 ਬੰਦਿਆਂ 'ਚ ਕੋਈ ਨਾ ਕੋਈ ਨਵੀਂ ਖਬਰ ਆ ਜਾਂਦੀ ਅਤੇ ਇਹੀ ਗੱਲ ਜਿਹੜੀ ਹੈ ਉਹ ਚਾਲੂ ਹੋ ਜਾਂਦੀ ਹੈ। ਮੈਂ ਉਮੀਦ ਕਰਦਾ ਕਿ ਇਹ ਜਾਣਕਾਰੀ ਜਿਹੜੀ ਹੈ ਤੁਹਾਡੇ ਵਾਸਤੇ ਕੁਛ ਲਾਭਕਾਰੀ ਸਾਬਿਤ ਹੋ ਸਕੇਗੀ। ਗੱਲਬਾਤ ਅੱਜ ਥੋੜ੍ਹੀ ਜਿਹੀ ਜਿਹੜੀ ਆ ਭਾਰਤ ਪੰਜਾਬ ਦਾ ਇੱਕ ਚੱਕਰ ਲਾਉਂਦੇ ਆ, ਅਤੇ ਹਮੇਸ਼ਾ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਨਵਕਿਰਨ ਜੀ ਸ਼ਾਮਿਲ ਹੋ ਕੇ
ਸਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਆ, ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਨਵਕਿਰਨ ਜੀ, ਵੈਲਕਮ ਟੂ ਦ ਸ਼ੋ। ਸ਼ੁਕਰੀਆ ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗੱਲਬਾਤ ਸ਼ੁਰੂ ਕਰੀਏ। ਮੈਂ ਦੇਖ ਰਿਹਾ ਸੀਗਾ ਕਿ ਕੁਛ ਪੁਲਿਸ ਦੇ ਟੌਪ ਐਸ਼ਲਾਨਸ ਦੇ ਵਿੱਚ ਤਬਦੀਲੀਆਂ ਹੋਈਆਂ ਨੇ। ਪੰਜਾਬ ਦੇ ਵਿੱਚ DGP ਬਦਲ ਗਏ ਆ, ਪਹਿਲੇ DGP ਤਾਂ ਨਵੇਂ ਨੇ ਲਿਆ ਅਹੁਦਾ। ਸੋ ਕੀ ਸਾਰਾ ਸਿਲਸਿਲਾ ਹੈ ਜੀ ਇਹ? ਜੀ ਸਰ, ਦੇਖੋ ਸਥਿਤੀ ਇਹ ਹੈਗੀ ਕਿ ਪੰਜਾਬ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਥਾਂ ਦੇ ਉੱਤੇ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ, ਨਾਲ ਦੀ ਨਾਲ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਤਬਦੀਲੀਆਂ ਸ਼ੁਰੂ ਹੋ ਗਈਆਂ ਸੀ। ਪਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਰੁੱਸ ਕੇ ਬਹਿ ਗਏ ਸੀਗੇ। ਦੋ ਚੀਜ਼ਾਂ ਜਿਹੜੀਆਂ ਸਭ ਤੋਂ ਵੱਧ ਨਵਜੋਤ ਸਿੰਘ ਸਿੱਧੂ ਨੇ ਵਾਰੀਆਂ ਸੀ, ਇੱਕ ਸੀ ਕਿ ਪੰਜਾਬ ਦਾ ਐਡਵੋਕੇਟ ਜਨਰਲ ਬਦਲੋ, ਦੂਸਰਾ ਸੀ ਕਿ ਪੰਜਾਬ ਦਾ DGP ਬਦਲੋ। ਪਰ ਐਡਵੋਕੇਟ ਜਨਰਲ ਤਾਂ ਸਮੇਂ ਸਿਰ ਬਦਲ ਦਿੱਤਾ ਗਿਆ ਸੀਗਾ ਪਿਛਲੇ ਸਮੇਂ, ਲੇਕਿਨ DGP ਦੇ ਮਸਲੇ ਦੇ ਉੱਤੇ ਪੇਚ ਫਸਿਆ ਹੋਇਆ ਸੀਗਾ। ਨਵਜੋਤ ਸਿੰਘ ਸਿੱਧੂ ਚਾਹੁੰਦਾ ਸੀ ਕਿ ਚਟੋਪਾ ਧਿਆਏ ਨੂੰ ਜਿਹੜਾ ਉਹ ਪੰਜਾਬ ਦਾ ਨਵਾਂ DGP ਲਾਇਆ ਜਾਵੇ, ਜਦਕਿ ਚਰਨਜੀਤ ਚੰਨੀ ਹੋਰਾਂ ਨੇ ਪੰਜਾਬ ਦਾ DGP ਹੈ ਜਿਹੜਾ ਉਹ ਇਕਬਾਲਪ੍ਰੀਤ ਸਿੰਘ ਭੋਤਾ ਨੂੰ ਲਾ ਦਿੱਤਾ ਸੀਗਾ। ਹੁਣ ਮਸਲਾ ਇੱਥੋਂ ਤੱਕ ਚਲਿਆ ਗਿਆ ਸੀਗਾ ਜੀ ਕਿ ਕਾਂਗਰਸ ਚੋਣ ਪ੍ਰਚਾਰ ਕਰਨ ਲੱਗੀ ਹੈ, ਔਰ ਅਜਿਹੇ ਦੇ ਵਿੱਚ ਨਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਫੜੇ ਗਏ ਨੇ, ਨਾ ਹੀ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀ ਫੜੇ ਗਏ ਨੇ। ਦੂਸਰਾ ਇਹ ਕਿ ਇਹਨਾਂ ਨੇ ਵਾਅਦੇ ਬਹੁਤ ਵੱਡੇ ਵੱਡੇ ਕਰਤੇ ਸੀ। ਕਹਿੰਦਾ ਸੀ ਨਵਜੋਤ ਸਿੰਘ ਸਿੱਧੂ ਦਾ ਸਟੇਜ ਤੋਂ ਅਕਸਰ ਹੀ ਬੋਲਿਆ ਕਰਦਾ ਸੀ ਜੀਜਾ ਸਾਲਾ ਅੰਦਰ ਕਰਾਂਗੇ, ਜਾਂ ਇਹਨਾਂ ਦਾ ਇਹ ਸੀਗਾ ਕਿ ਨਸ਼ਿਆਂ ਦੇ ਤਸਕਰ ਅੰਦਰ ਕਰਾਂਗੇ, ਔਰ ਉਹ 'ਚ ਕੁਛ ਰਾਜਨੀਤਿਕ ਆਗੂਆਂ ਦੇ ਨਾਂ ਵੀ ਸੀ। ਉਹਦੇ ਤੇ ਜੀ ਹੁਣ ਪਿਛਲੇ ਦਿਨਾਂ ਦੇ ਵਿੱਚ 3 ਸੀਨੀਅਰ ਪੁਲਿਸ ਅਫਸਰਾਂ ਨੇ ਕਾਰਵਾਈ ਕਰਨ ਤੋਂ ਇਨਕਾਰ ਕਰਤਾ, ਔਰ ਜਿਹੜਾ ਇਹ ਚਰਚਾ ਚੱਲੀ ਸੀਗੀ ਕਿ ਹੁਣ ਜੇ ਕਾਰਵਾਈ ਨਹੀਂ ਕਰਦੇ ਤਾਂ ਵੋਟਾਂ ਮੰਗਣ ਕਿਵੇਂ ਜਾਵਾਂਗੇ, ਉਹਦੇ ਚੋਂ ਫਿਰ ਸਹੂਤਾ ਹੋਰਾਂ ਨਾਲ ਵੀ ਮੀਟਿੰਗਾਂ ਹੋਈਆਂ ਪਰ ਗੱਲ ਨਾ ਬਣੀ। ਤਾਂ ਹੁਣ ਐਨ ਰਾਤ ਨੂੰ ਅੱਧੀ ਰਾਤ ਜਿਹੜਾ ਹੈਗਾ ਉਹ ਚਟੋਪਾ ਧਿਆਏ ਨੂੰ ਪੰਜਾਬ ਦਾ DGP ਲਾ ਦਿੱਤਾ। ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨੇੜੇ ਨੇ ਔਰ ਉਹਨਾਂ ਦੀ ਪਸੰਦ ਨੇ, ਔਰ ਇਹਨਾਂ ਨੂੰ DGP ਲਾਉਣ ਦੇ ਨਾਲ ਹੁਣ ਸਵਾਲ ਇਹ ਵੀ ਖੜਾ ਹੋ ਗਿਆ ਕਿ ਇਹ ਵੀ ਪੰਜਾਬ ਦੇ ਕਾਰਜਕਾਰੀ DGP ਲਾਏ ਗਏ ਨੇ, ਫੁੱਲ ਫਲੈਸ਼ਡ DGP ਨਹੀਂ ਲਾਏ ਗਏ। ਉਹਦੇ ਲਈ ਜਿਹੜਾ UPSC ਨੂੰ ਫਾਈਨਲ ਭੇਜਿਆ ਹੋਇਆਗਾ 10 ਜਣਿਆਂ ਦਾ, ਉਹਦੇ ਵਿੱਚੋਂ 21 ਦਸੰਬਰ ਨੂੰ ਸੰਭਾਵਨਾ ਹੈਗੀ ਕਿ ਉਹ 3 ਨਾਂ ਸਿਲੈਕਟ ਕਰਕੇ ਭੇਜਣਗੇ। ਉਹ 3 ਨਾਂ ਤੋਂ ਬਾਅਦ ਪਰਮਾਨੈਂਟ ਅਪਾਇੰਟਮੈਂਟ ਹੋਊਗੀ। ਤਾਂ ਫਿਰ ਇਹ ਕੀ 3-4 ਦਿਨਾਂ ਲਈ ਅਪਾਇੰਟਮੈਂਟ ਹੈ? ਇੱਕ ਸਵਾਲ ਇਹ ਖੜਾ ਹੋ ਗਿਆ। ਦੂਸਰਾ ਇਹ ਖੜਾ ਹੋ ਗਿਆ ਜੀ ਕਿ ਪੰਜਾਬ 'ਚ ਚੋਣ ਜਾਬਤਾ ਲੱਗਣ ਵਾਲਾ ਗਾ। ਮੰਨਿਆ ਜਾ ਰਿਹਾ ਕਿ ਦਸੰਬਰ ਲਾਸਟ ਔਰ ਜਨਵਰੀ ਫਸਟ ਵੀਕ, ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਦਿਨ ਵੀ ਚੋਣ ਜਾਬਤਾ ਲੱਗ ਸਕਦਾ। ਇਹ ਵੀ ਕਿਆਸ ਰਾਈਆਂ ਚੱਲਦੀਆਂ ਕਿ ਲਗਭਗ 26-27 ਦਸੰਬਰ ਪੰਜਾਬ ਦਾ ਨਰਿੰਦਰ ਮੋਦੀ ਦੌਰਾ ਕਰਨ ਵਾਲੇ ਨੇ, ਔਰ ਜਦੋਂ ਪੰਜਾਬ ਦੇ ਵਿੱਚ ਦੌਰਾ ਕਰਕੇ ਜਾਣਗੇ ਉਸ ਤੋਂ ਬਾਅਦ ਚੋਣ ਜਾਬਤਾ ਕਿਸੇ ਵੀ ਸਮੇਂ ਲੱਗ ਸਕਦਾ। ਤਾਂ ਦਿਨ ਬਹੁਤ ਥੋੜੇ ਲੈ ਗਏ। ਤਾਂ ਕੀ ਥੋੜੇ ਜਿਹੇ ਦਿਨਾਂ ਖਾਤਰ DGP ਲਾਇਆ? ਅਗਲੀ ਗੱਲ ਇਹ ਕਿ DGP ਲਾਉਣ ਤੋਂ ਬਾਅਦ ਪੁਲਿਸ ਦੇ ਵਿੱਚ ਫੇਰ ਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ। 3 ਮਹੀਨੇ ਪਹਿਲਾਂ ਸੈਟਿੰਗ ਕਰ ਦੇਣੇ ਨਿਗਾਹ ਤੇ ਪਹਿਲੇ ਨਵਾਂ DGP ਆਉਂਦਾ, ਫਿਰ ਉਹ ਆਪਣੇ ਹਿਸਾਬ ਦੇ ਨਾਲ ਸੈਟਿੰਗ ਕਰਨੀ ਸ਼ੁਰੂ ਕਰ ਦਿੰਦਾ। ਫਿਰ ਉਹ ਹੋ ਗਿਆ, ਹੁਣ ਉਹ ਆਪਦੇ ਹਿਸਾਬ ਨਾਲ ਸੈਟਿੰਗ ਕਰਨੀ ਸ਼ੁਰੂ ਕਰ ਦਿੰਦਾ। ਇੰਨੇ ਨਾਲ ਇਹਨਾਂ ਦਾ ਟਾਈਮ ਪਾਸ ਹੋ ਜਾਣਾ ਸੀ, ਉਹਨੂੰ ਚੋਣ ਜਾਬਤਾ ਲੱਗ ਜਾਣਾ, ਫਿਰ ਸਰਕਾਰ ਨੇ ਕਹਿਣਾ ਸਾਡੇ ਹੱਥ ਬਸ ਕੁਝ ਨਹੀਂ। ਸੋ ਇਹ ਅਸਲ ਦੇ ਵਿੱਚ ਤਾਂ ਇਹ ਹੈ ਜੀ ਕਿ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਸਿਆਸੀ ਦਾਅ ਪੇਚ ਹੀ ਲੱਗਦਾ ਕਿ ਉਹ ਕਹਿੰਦੇ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਥਾਂ ਦਾ ਥਾਂ। ਉਹ ਮਤਲਬ ਸਿੱਧੂ ਸਾਹਿਬ ਦੀ ਗੱਲ ਜੀ ਵੀ ਹੋ ਗਈ ਤੇ ਵਿੱਚ ਰੋਲ ਘਚੋਲਾ ਉਵੇਂ ਦਾ ਉਵੇਂ ਹੀ ਹੈ, ਉਵੇਂ ਦਾ ਉਵੇਂ ਹੈ ਜੀ। ਇਹੀ ਗੱਲ ਆ। ਆਮ ਤੌਰ ਦੇ ਉੱਤੇ ਨਾ ਕਿਹਾ ਜਾਂਦਾ ਹੁੰਦਾ ਜਦੋਂ ਕਣਕ ਵੱਢਦੇ ਹੁੰਦੇ ਆ ਕਿ ਉਹ ਬੰਦਾ ਕਹਿੰਦਾ ਹੁੰਦਾ ਮੇਰੀ ਦਾਤੀ ਦੇ ਦੰਦੇ ਘੱਟ ਤਿੱਖੇ ਆ, ਜਿਹੜਾ ਵੱਢਣ ਦਾ ਮੂਡ ਨਾ ਹੋਵੇ। ਅੱਜ ਵੀ ਇਹੀ ਹੈ ਕਿ ਬਹਾਨੇ ਬਣਾ ਕੇ ਅਸਲ ਦੇ ਵਿੱਚ ਟਾਈਮ ਪਾਸ ਕੀਤਾ ਜਾ ਰਿਹਾ ਹੈ। ਬਿਲਕੁਲ। ਪਿੱਛੇ ਸਿਆਸਤ 'ਚ ਮੈਨੂੰ ਲੱਗਦਾ ਕਿ ਲੱਗ ਰਿਹਾ ਕਿ ਹੁਣ ਅੱਧੀ ਰਾਤ ਨੂੰ ਆਪਰੇਸ਼ਨ ਕਰਨ ਦਾ ਤਰੀਕਾ ਮੈਂ ਕਿਹਾ ਮੋਦੀ ਸਾਹਿਬ ਵਾਲਾ ਸਭ ਨੇ ਸਿੱਖ ਲਿਆ। ਜਿਵੇਂ ਉਹਨਾਂ ਨੇ CBI ਦੇ ਵਿੱਚ ਚੇਂਜਿਸ ਕੀਤੀਆਂ ਸੀਗੀਆਂ, ਅੱਧੀ ਰਾਤ ਨੂੰ ਇਹ ਵੀ DGP ਬਦਲ ਗਿਆ। ਲੇਕਿਨ ਐਨੀਵੇਜ਼ ਤੁਸੀਂ ਹੁਣ ਗੱਲ ਕੀਤੀ ਮੋਦੀ ਸਾਹਿਬ ਨੇ, ਮੋਦੀ ਸਾਹਿਬ ਗੇੜੇ ਲਾ ਰਹੇ ਨੇ, UP ਦੇ ਵੀ ਲਾ ਰਹੇ ਨੇ ਔਰ ਸਭ ਥਾਈਂ ਜਾ ਰਹੇ ਨੇ, ਔਰ ਚੋਣ ਜ਼ਾਬਤੇ ਤੋਂ ਪਹਿਲਾਂ ਉਹ ਗੇੜੇ ਦੇ ਰਹੇ ਨੇ ਤਾਂ ਕਿ ਸਰਕਾਰੀ ਸਮਾਰੋਹ ਹੀ ਕੀਤੇ ਜਾ ਸਕਣ ਔਰ ਥੋੜ੍ਹਾ ਜਿਹਾ ਮਾਹੌਲ ਜਿਹੜਾ BJP ਦੇ ਹੱਕ 'ਚ ਬਣਾਇਆ ਜਾ ਸਕੇ। ਪੰਜਾਬ ਦੇ ਹਾਲਾਤ ਕਾਫੀ ਬਦਲ ਗਏ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਜ਼ਿਕਰ ਸ਼ੁਰੂ ਤੋਂ ਹੀ ਚੱਲ ਰਿਹਾ, ਜਦੋਂ ਦਾ ਉਹਨਾਂ ਦੇ ਕਾਂਗਰਸ ਦੇ ਨਾਲ ਉਹਨਾਂ ਦਾ ਪੇਚਾ ਪਿਆ ਸੀ। ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਤੋਂ ਗੱਲ ਸ਼ੁਰੂ ਹੋ ਗਈ ਸੀ ਕਿ ਉਹ ਪੰਜਾਬ ਦੇ ਵਿੱਚ BJP ਨਾਲ ਗੱਠਜੋੜ ਕਰਨਗੇ। ਉਹਨਾਂ ਨੇ ਆਪ ਵੀ ਇਹ ਜਿਹੀ ਇੰਡੀਕੇਸ਼ਨ ਦਿੱਤੀ ਸੀ। ਸੋ ਹੁਣ ਭਾਰਤੀ ਜਨਤਾ ਪਾਰਟੀ ਦੇ ਚੋਣ ਇੰਚਾਰਜ ਗਜਿੰਦਰ ਸਿੰਘ ਨੇ ਤਾਂ ਐਲਾਨ ਹੀ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਰਤੀ ਜਨਤਾ ਪਾਰਟੀ ਗੱਠਜੋੜ ਕਰੇਗੀ। ਸੋ ਇਹਦੇ ਨਾਲ ਪੰਜਾਬ ਦੇ ਸਿਆਸੀ ਦ੍ਰਿਸ਼ ਤੇ ਕੀ ਅਸਰ ਪੈਣ ਵਾਲਾ ਜੀ? ਇਹ ਕੀ ਇੰਡੀਕੇਸ਼ਨ ਹੈ?
ਜੀ ਜੀ, ਦੇਖੋ ਇਹ ਇੰਡੀਕੇਸ਼ਨ ਇਹ ਹੈ ਜੀ ਕਿ ਅੱਜ ਤੋਂ 15 ਦਿਨ ਪਹਿਲਾਂ ਪੰਜਾਬ 'ਚ ਭਾਜਪਾ ਨੂੰ ਕਿਤੇ ਵੜਨ ਨਹੀਂ ਸੀ ਦਿੱਤਾ ਜਾਂਦਾ। ਜੇ ਭਾਜਪਾ ਦਾ ਕੋਈ ਲੀਡਰ ਪੰਜਾਬ 'ਚ ਦੀ ਲੰਘ ਜਾਂਦਾ ਸੀ ਤਾਂ ਉਹਦਾ ਨਾਲ ਦੀ ਨਾਲ ਘਰਾਓ ਹੋ ਜਾਂਦਾ ਸੀ। ਸੋ ਜਿਨ੍ਹਾਂ ਨੂੰ ਪੈਰ ਧਰਨ ਨੂੰ ਪੰਜਾਬ ਦੇ ਵਿੱਚ ਸਿਆਸੀ ਜ਼ਮੀਨ ਨਜ਼ਰ ਨਹੀਂ ਸੀ ਆ ਰਹੀ, ਅੱਜ ਉਹਨਾਂ ਨੂੰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਦੇ ਵਿੱਚ ਇੱਕ ਉਹ ਵਾਹਕ ਮਿਲ ਗਿਆ ਗਾ ਜਿਹੜਾ ਉਹਨਾਂ ਲਈ ਗਰਾਊਂਡ ਤਿਆਰ ਕਰ ਸਕਦਾ ਗਾ। ਜੇ ਹੁਣ ਨਰਿੰਦਰ ਮੋਦੀ ਹੋਰਾਂ ਨੇ ਆਉਣਾ ਤਾਂ ਘੱਟੋ ਘੱਟ ਇਕੱਠ ਜਟਾ ਸਕਦਾ ਹੈ, ਜਾਂ ਉਹ ਅਜਿਹਾ ਸਿੱਖ ਚਿਹਰਾ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਮਿਲਿਆ, ਉਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਔਰ ਢੀਂਡਸਾ ਹੋਰਾਂ ਦੀ ਸੰਭਾਵਨਾ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਤਾਂ ਲਗਭਗ ਇਹਨਾਂ ਦਾ ਗੱਠਜੋੜ ਤੈਅ ਹੋ ਹੀ ਗਿਆ ਗਾ। ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਜਿਹੜੇ ਚੋਣ ਇੰਚਾਰਜ ਨੇ ਗਜੇਂਦਰ ਸਿੰਘ ਭਾਜਪਾ ਦੇ, ਉਹਨਾਂ ਨੇ ਐਲਾਨ ਕਰ ਹੀ ਦਿੱਤਾ ਗਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਤਾਂ ਸਾਡਾ ਬਸ ਸੀਟਾਂ ਦਾ ਲੈਣ ਦੇਣ ਰਹਿ ਗਿਆ। ਤੇ ਦੂਸਰਾ ਇਹ ਕਿ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਵੀ ਹੋ ਰਿਹਾ ਗਾ, ਜਿਵੇਂ ਹੁਣ ਪਿਛਲੇ ਦਿਨਾਂ 'ਚ ਇੱਕ ਗਾਇਕ ਬੂਟਾ ਮੁਹੰਮਦ ਇੱਕ ਦਿਨ 'ਚ 2 ਪਾਰਟੀਆਂ ਜੁਆਇਨ ਕਰ ਗਿਆ, ਉਹ ਭਾਜਪਾ ਵੀ ਜੁਆਇਨ ਕਰ ਲਈ, ਕਪਤਾਨ ਸਾਹਿਬ ਹੋਰਾਂ ਵਾਲੀ ਵੀ ਕਰ ਲਈ। ਉਹ ਤੋਂ ਵੀ ਲੱਗਦਾ ਗਾ ਕਿ ਗੱਲ ਇੱਕੋ ਹੀ ਆ, ਕੋਈ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ। ਬਹੁਤੇ ਬੰਦੇ ਜਿਹੜੇ ਭਾਜਪਾ 'ਚ ਜਾਣ ਤੋਂ ਹਿਚਕਿਚਾਹਟ ਮਹਿਸੂਸ ਕਰ ਰਹੇ ਸੀ, ਉਹਨਾਂ ਲਈ ਸ਼ਾਰਟਕੱਟ ਲੱਭ ਗਿਆ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਜੁਆਇਨ ਕਰ ਰਹੇ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਵਾਲੇ ਪਾਸੇ ਭਾਜਪਾ ਵੱਲੋਂ ਭੇਜੇ ਜਾ ਰਹੇ ਨੇ, ਇਹ ਵੀ ਚਰਚਾਵਾਂ ਚੱਲਦੀਆਂ ਨੇ। ਤਾਂ ਇਸ ਕਰਕੇ ਇਹਦੇ ਚੋਂ ਲੇਕਿਨ ਇੱਕ ਗੱਲ ਜ਼ਰੂਰ ਹੈ, ਭਾਵੇਂ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਨ ਵਾਲੇ ਨੇ, ਉਹ ਕੋਈ ਵੱਡਾ ਐਲਾਨ ਵੀ ਕਰਨ ਜਾ ਰਹੇ ਨੇ, ਇਹ ਵੀ ਪਤਾ ਲੱਗ ਰਿਹਾ ਹੈਗਾ ਕਿ ਉਹ ਸਿੱਖ ਭਾਈਚਾਰੇ ਨੂੰ ਖੁਸ਼ ਕਰਨ ਦੇ ਲਈ ਕੋਈ ਬਹੁਤ ਵੱਡਾ ਜਿਹੜਾ ਹੈਗਾ ਥੋੜਾ ਜਿਹਾ ਜਿਹੜਾ ਕਿਸਾਨ ਅੰਦੋਲਨ ਕਰਕੇ ਕੁੜੱਤਣ ਬਣੀ ਹੈ ਉਹਨੂੰ ਵੀ ਖੁੰਡਾ ਕਰਨਾ ਚਾਹੁੰਦੇ। ਉਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਹੀ ਇਹ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਹੁੰਦੀ ਹੈ ਔਰ ਪੰਜਾਬ ਦੇ ਵਿੱਚੋਂ ਹੀ ਸਭ ਤੋਂ ਜ਼ਿਆਦਾ ਸਪੋਰਟ ਕਿਸਾਨ ਅੰਦੋਲਨ ਨੂੰ ਮਿਲੀ, ਖਾਸ ਕਰਕੇ ਜਿਹੜਾ ਲੰਗਰ ਪਾਣੀ ਦਾ ਇੰਤਜ਼ਾਮ ਰਿਹਾ, ਕਿਉਂਕਿ ਸਭ ਤੋਂ ਜ਼ਿਆਦਾ ਕਿਸੇ ਵੀ ਅੰਦੋਲਨ ਦੇ ਵਿੱਚ ਇਹੀ ਲੋੜ ਹੁੰਦੀ ਹੈ। ਸੋ ਮੇਰਾ ਖਿਆਲ ਹੈ ਕਿ ਉਸ ਪੁਆਇੰਟ ਆਫ ਵਿਊ ਤੋਂ ਵੀ ਕੇਂਦਰ ਸਰਕਾਰ ਜਿਹੜੀ ਹੈ ਕੋਈ ਨਾ ਕੋਈ ਰਣਨੀਤੀ ਘੜ ਰਹੀ ਹੈ ਪੰਜਾਬ ਵਾਸਤੇ ਰਣਨੀਤੀ ਘੜ ਰਹੀ ਹੈ। ਲੇਕਿਨ ਇੱਕ ਗੱਲ ਨਜ਼ਰ ਆ ਰਹੀ ਹੈ ਜੀ ਕਿ ਇਹ ਪੰਜਾਬ ਦੇ ਸਮੀਕਰਨ ਚੇਂਜ ਕਰਨ ਦੇ ਲਈ ਤਾਂ ਬਣ ਸਕਦਾ ਇਹਨਾਂ ਦਾ ਗੱਠਜੋੜ, ਕਿ ਸਮੀਕਰਨ ਜ਼ਰੂਰ ਚੇਂਜ ਕਰ ਸਕਦਾ, ਕਿਸੇ ਇੱਕ ਧਿਰ ਨੂੰ ਖੋਰਾ ਲਾ ਸਕਦਾ, ਦੂਜੀ ਨੂੰ ਫਾਇਦਾ ਪਹੁੰਚਾ ਸਕਦਾ, ਪਰ ਮੈਨੂੰ ਲੱਗਦਾ ਜਿੱਤਣ ਵਾਲੀ ਪੋਜੀਸ਼ਨ ਦੇ ਵਿੱਚ ਨਹੀਂ ਆਉਣਗੇ। ਜਿਹੋ ਜਿਹਾ ਪੰਜਾਬ ਦਾ ਕਲਚਰ ਹੈ, ਜਿਹੋ ਜਿਹਾ ਪੰਜਾਬ ਬੀਜੇਪੀ ਤੁਹਾਡਾ ਖਿਆਲ ਹੈ ਕਿ ਸਰਕਾਰ ਬਣਾਉਣ ਵਾਲੀ ਸਥਿਤੀ 'ਚ ਨਹੀਂ ਆਉਣੀ, ਥੋੜੀ ਜਿਹੀ ਆਪਣੀ ਪ੍ਰੋਸਪੈਕਟਸ ਬੈਟਰ ਕਰਨ ਦੀ ਸ਼ਾਇਦ ਉਹਨਾਂ ਦੀ ਰਣਨੀਤੀ ਵੀ ਇਹੀ ਹੋਵੇ, ਕਿਉਂਕਿ ਪੜਾਅ-ਵਾਰ ਚੱਲਦੀਆਂ ਨੇ ਪਾਰਟੀਆਂ, ਕਿ ਇਸ ਵਾਰੀ ਥੋੜਾ ਜਿਹਾ ਪੈਰ ਧਰਾਵਾ ਹੋ ਜੇ, ਫਿਰ ਅਗਲੀ ਵਾਰੀ ਫਿਰ ਦੇਖਾਂਗੇ, ਕਿਉਂਕਿ ਜਿਹੜਾ ਉਹਨਾਂ ਦਾ ਰਵਾਇਤੀ ਗੱਠਜੋੜ ਸੀਗਾ ਉਹ ਤਾਂ ਖਤਮ ਹੋਇਆ ਅਕਾਲੀ ਦਲ ਦੇ ਨਾਲ, ਪਰ ਇਨ ਦਾ ਲੌਂਗ ਰਨ ਯੂ ਨੈਵਰ ਨੋ, ਹਰ ਇੱਕ ਚੀਜ਼ ਪੋਲੀਟਿਕਸ 'ਚ ਸਭ ਕੁਝ ਸੰਭਵ ਹੈ ਕਿ ਮੁੜ ਕੇ ਫੇਰ ਸ਼ੁਰੂ ਹੋ ਜਾਏ। ਕਿਉਂਕਿ ਜਦੋਂ ਇਹ ਤੋੜ ਵਿਛੋੜਾ ਹੋਇਆ ਸੀ ਤਾਂ ਦਲਜੀਤ ਸਿੰਘ ਚੀਮਾ ਉਹਨਾਂ ਨਾਲ ਮੈਂ ਇੰਟਰਵਿਊ ਕੀਤੀ ਸੀ, ਮੈਂ ਉਹਨਾਂ ਨੂੰ ਬਾਰ-ਬਾਰ ਇਹੀ ਪੁੱਛਦਾ ਸੀ ਕਿ ਹੁਣ ਇਹ ਤੋੜ ਵਿਛੋੜਾ ਪੱਕਾ ਹੈ ਕਿ ਫਿਰ ਕਿਤੇ ਸੰਭਾਵਨਾ ਹੋ ਸਕਦੀ ਹੈ। ਉਹ ਗੱਲ ਗੋਲ ਹੀ ਕਰਦੇ ਰਹੇ, ਕਹਿੰਦੇ ਜੀ ਸਿਆਸਤ 'ਚ ਕੋਈ ਪਤਾ ਨਹੀਂ ਹੁੰਦਾ। ਸੋ ਉਹਨਾਂ ਨੇ ਕਦੇ ਇਹ ਗੱਲ ਕਮਿਟ ਨਹੀਂ ਸੀ ਕੀਤੀ ਕਿ ਮੁੜ ਕੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਕਦੇ ਇਕੱਠੇ ਨਹੀਂ ਹੋ ਸਕਦੇ। ਬਿਲਕੁਲ ਜੀ। ਔਰ ਦੂਸਰਾ ਹੈ ਕਿ ਪੱਛਮੀ ਬੰਗਾਲ ਦੀ ਜਿਹੜੀ ਇਹਨਾਂ ਨੇ ਇਲੈਕਸ਼ਨ ਲੜੀ ਆ ਉਹਦੇ 'ਚੋਂ ਵੀ ਨਜ਼ਰ ਆ ਰਿਹਾ, ਪੱਛਮੀ ਬੰਗਾਲ ਦੇ ਵਿੱਚ ਜਿਹੜੇ ਮਮਤਾ ਬੈਨਰਜੀ ਦੀ ਪਾਰਟੀ ਦੇ ਚੋਣ ਰਣਨੀਤੀਕਾਰ ਸੀ ਪ੍ਰਸ਼ਾਂਤ ਕਿਸ਼ੋਰ, ਉਹ ਉਸ ਵਕਤ ਵੀ ਕਹਿ ਰਹੇ ਸੀ ਕਿ ਇਹ ਜਿੱਤਣ ਲਈ ਨਹੀਂ, ਇਹ 100 ਸੀਟਾਂ ਲਈ ਲੜ ਰਹੇ ਨੇ। ਤਾਂ ਪੰਜਾਬ ਦੇ ਵਿੱਚ ਵੀ ਮੈਨੂੰ ਲੱਗਦਾ ਭਾਜਪਾ ਜਿੱਤਣ ਲਈ ਨਹੀਂ ਬਲਕਿ ਇੱਕ ਮਾਹੌਲ ਤਿਆਰ ਕਰਨ ਦੇ ਲਈ, ਆਪਣੇ ਤਾਂ ਕਿ ਉਹ ਇੰਡੀਪੈਂਡੈਂਟਲੀ ਇੱਕ ਇੰਡੀਪੈਂਡੈਂਟ ਧਿਰ ਬਣ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਪੋਲਿਟਿਕਸ ਦੇ ਅੰਦਰ ਵੀ, ਕਿਉਂਕਿ ਹੁਣ ਤਾਂ ਉਹ ਅਕਾਲੀ ਦਲ ਦੀ ਘਨੇੜੇ ਚੜ੍ਹ ਕੇ ਆਪਣੀ ਪੋਲਿਟਿਕਸ ਕਰਦੇ ਰਹੇ ਨੇ। ਸੋ ਮੇਰਾ ਖਿਆਲ ਹੈ ਇਹੀ ਉਹਨਾਂ ਦੀ ਜਿਹੜੀ ਆ ਮੇਨ ਜਿਹੜੀ ਉਹ ਰਣਨੀਤੀ ਹੈ। ਸੋ ਪੰਜਾਬ ਦੇ ਵਿੱਚ ਨਵਕਿਰਨ ਜੀ ਰੌਲਾ ਰੱਪਾ ਤਾਂ ਪੈਂਦਾ ਹੀ ਰਹਿੰਦਾ, ਮੇਨਲੀ ਬਾਦਲ ਸਾਹਿਬ ਦਾ ਜ਼ਿਕਰ ਤਾਂ ਬਾਰ-ਬਾਰ ਹੁੰਦਾ ਰਹਿੰਦਾ। ਇੱਕ ਸੁਪਰੀਮ ਕੋਰਟ ਨੇ ਬਾਦਲ ਸਾਹਿਬ ਦੀਆਂ ਟਰਾਂਸਪੋਰਟ ਦਾ ਜ਼ਿਕਰ ਹਮੇਸ਼ਾ ਜਦੋਂ ਸਿਆਸਤ ਦੀ ਗੱਲ ਚੱਲਦੀ ਹੈ ਉਹ ਤਾਂ ਨਾਲ ਜ਼ਰੂਰ ਚੱਲਦੀ ਹੈ। ਅਤੇ ਸੁਪਰੀਮ ਕੋਰਟ ਨੇ ਬੱਸ ਪਰਮਿਟਾਂ ਬਾਰੇ ਕੀ ਕਿਹਾ, ਕੁਛ ਮੈਂ ਇਹ ਵੀ ਸੁਣਨ ਚਾਹ ਰਿਹਾ। ਜੀ, ਸੁਪਰੀਮ ਕੋਰਟ ਨੇ ਅੱਜ ਇਸ ਵਿਸ਼ੇ ਦੇ ਉੱਤੇ ਸੁਣਵਾਈ ਕੀਤੀ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹਾਈ ਕੋਰਟ ਦਾ ਫੈਸਲਾ ਸੀ ਉਹ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਦਰਅਸਲ ਹੋਇਆ ਇਹ ਕਿ ਪੰਜਾਬ ਦੇ ਜਿਹੜੇ ਨਵੇਂ ਟਰਾਂਸਪੋਰਟ ਮੰਤਰੀ ਬਣੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਬਾਰੇ ਵੀ ਇਹ ਕਿਹਾ ਜਾਂਦਾ ਵੀ ਉਹ ਕੰਮ ਘੱਟ ਕਰਦੇ ਨੇ, ਸੋਸ਼ਲ ਮੀਡੀਆ ਟੀਮ ਕੈਮਰਿਆਂ ਵਾਲੇ ਉਹਨਾਂ ਨਾਲ ਵੱਧ ਹੁੰਦੇ ਨੇ, ਆਹ ਫੜ ਲਿਆ ਉਹ ਫੜ ਲਿਆ, ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਗੱਲਾਂ ਵੱਧ ਕਰਦੇ ਨੇ। ਹੁਣ ਬਣਦਾ ਤਾਂ ਜਿਹੜਾ ਸਭ ਤੋਂ ਜ਼ਰੂਰੀ ਕੰਮ ਸੀ ਉਹ ਤਾਂ ਇਹ ਬਣਦਾ ਸੀਗਾ ਜੀ ਕਿ ਇਹਨਾਂ ਨੇ ਪਿਛਲੀ ਇਲੈਕਸ਼ਨ ਦੇ ਵਿੱਚ 2017 ਦੇ ਵਿੱਚ ਟਰਾਂਸਪੋਰਟ ਮਾਫੀਆ ਦਾ ਜ਼ਿਕਰ ਕੀਤਾ ਸੀ। ਇਹਨਾਂ ਨੇ ਕਿਹਾ ਸੀ ਕਿ ਜਿਹੜੀ ਇੱਕ ਨਿੱਜੀ ਟਰਾਂਸਪੋਰਟ ਹੈ ਪੰਜਾਬ ਦੇ ਵਿੱਚ ਜਿਹੜੀ ਡੋਮੀਨੇਟ ਹੋ ਚੁੱਕੀ ਆ, ਕਿ ਅਸੀਂ ਉਹਦੀ ਡੋਮੀਨੇਂਸ ਘਟਾਵਾਂਗੇ। ਉਹਦੇ ਚੋਂ ਇੱਕ ਤਾਂ ਇਹ ਬਣਦਾ ਸੀ ਕਿ ਰੂਟ ਦੁਬਾਰੇ ਬਣਾਏ ਜਾਂਦੇ, ਜਿਹੜੇ ਮਲਾਈਦਾਰ ਰੂਟ ਨੇ, ਜਿਵੇਂ ਕੋਈ ਵੱਡੇ ਰੂਟ ਨੇ ਦੁਪਹਿਰ ਦੇ ਸਮੇਂ ਉਹਦੇ ਤੇ ਵੱਧ ਜਿਹੜਾ ਪੈਸੇਂਜਰ ਪੈਂਦੇ ਨੇ, ਉਹ ਸਾਰੇ ਉਹ ਨਿੱਜੀ ਕੰਪਨੀ ਲਈ ਬੈਠੀ ਆ।
ਔਰ ਜਿੱਥੇ ਜਿੱਥੇ ਨਹੀਂ ਸਵਾਰੀਆਂ ਦੀ ਘਾਟ ਹੁੰਦੀ ਆ ਉਹ ਸਰਕਾਰੀ ਨੂੰ ਦੇਈ ਬੈਠੇ ਨੇ, ਰੂਟ ਬਦਲੇ ਨਹੀਂ। ਦੂਸਰਾ ਇਹ ਕਿ ਦਿੱਲੀ ਦੇ 에ਅਰਪੋਰਟ ਦੇ ਲਈ ਉਹਨਾਂ ਦੀਆਂ ਪ੍ਰਾਈਵੇਟ ਬੱਸਾਂ ਜਾਂਦੀਆਂ ਨੇ, ਸਰਕਾਰੀ ਨਹੀਂ ਜਾਂਦੀਆਂ, ਕਿਉਂਕਿ ਉਹਦੇ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੇਂਜ ਕਰਨਾ ਪੈਣਾ ਸੀਗਾ ਕਿ ਉਹੀ ਬੱਸਾਂ ਜਾ ਸਕਦੀਆਂ ਨੇ ਇੰਟਰਸਟੇਟ ਜਾਂ ਦਿੱਲੀ 에ਅਰਪੋਰਟ ਦੇ ਲਈ ਜਿਹੜੀਆਂ ਸਿੱਧੀਆਂ ਜਾਂਦੀਆਂ ਨੇ, ਰਸਤੇ ਦੇ ਵਿੱਚ ਖੜਦੀਆਂ ਨਹੀਂ ਹੈਗੀਆਂ ਪੈਸੇਂਜਰ ਟ੍ਰੇਨ ਵਾਂਗੂ। ਤਾਂ ਉਹਦੇ ਚੋਂ ਇਹਨਾਂ ਨੇ ਉਹ ਕੁਛ ਨਹੀਂ ਕੀਤਾ, ਸਿਰਫ ਇੱਧਰੋਂ ਫੜ ਲਈਆਂ ਬੱਸਾਂ, ਇੱਧਰੋਂ ਫੜ ਲਈਆਂ ਬੱਸਾਂ, ਇਹ ਕੰਮ ਕੀਤਾ। ਉਹਦੇ ਚੋਂ ਜਿਹੜੀ ਇਹ ਪ੍ਰਾਈਵੇਟ ਕੰਪਨੀ ਹੈ ਇਹਨਾਂ ਦੀ ਬਾਦਲਾਂ ਦੀ ਮਲਕੀਅਤ ਵਾਲੀ ਆਰਬਿਟ ਟਰਾਂਸਪੋਰਟ, ਉਹ ਹਾਈ ਕੋਰਟ ਚਲੀ ਗਈ। ਹਾਈ ਕੋਰਟ ਨੇ ਇਸ ਵਿਸ਼ੇ ਦੇ ਵਿੱਚ ਪੰਜਾਬ ਸਰਕਾਰ ਨੂੰ ਜਿਹੜੀ ਆ ਉਹ ਝਾੜ ਪਾਈ ਸੀਗੀ, ਔਰ ਹਾਈ ਕੋਰਟ ਨੇ ਆਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਜਿਹੜੇ ਬੱਸ ਪਰਮਿਟ ਰੱਦ ਕਰਨ ਦਾ ਪੰਜਾਬ ਸਰਕਾਰ ਦਾ ਫੈਸਲਾ ਸੀ ਉਹ ਤੇ ਰੋਕ ਲਾਤੀ ਸੀਗੀ, ਔਰ ਉਹਨਾਂ ਨੂੰ ਰਾਹਤ ਦਿੱਤੀ ਸੀ ਪੰਜਾਬ ਸਰਕਾਰ ਦੇ ਫੈਸਲੇ ਨੂੰ ਰੋਕ ਲਾ ਕੇ। ਪੰਜਾਬ ਸਰਕਾਰ ਇਸ ਵਿਸ਼ੇ ਨੂੰ ਲੈ ਕੇ ਸੁਪਰੀਮ ਕੋਰਟ ਚਲੀ ਗਈ। ਸੁਪਰੀਮ ਕੋਰਟ ਨੇ ਅੱਜ ਸੁਣਵਾਈ ਦੌਰਾਨ ਕਿਹਾ ਕਿ ਅਦਾਲਤਾਂ 'ਚ ਸਿਆਸੀ ਲੜਾਈਆਂ ਨਾ ਲੜੋ। ਇਹ ਜਿਹੜਾ ਕਮੈਂਟ ਸੁਪਰੀਮ ਕੋਰਟ ਨੇ ਕੀਤਾ, ਔਰ ਦੂਸਰਾ ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਦਾ ਜੋ ਫੈਸਲਾ ਉਹ 'ਚ ਅਸੀਂ ਦਖਲ ਨਹੀਂ ਦੇਣਾ। ਤਾਂ ਇਹਦੇ ਚੋਂ ਸਿੱਧੇ ਤੌਰ ਦੇ ਉੱਤੇ ਹੈ ਕਿ ਬਾਦਲਾਂ ਦੀ ਟਰਾਂਸਪੋਰਟ ਕੰਪਨੀ ਨੂੰ ਰਾਹਤ ਆ ਜਿਹੜੀ ਉਹ ਮਿਲੀ ਆ। ਸੋ ਹਕੀਕਤ ਤਾਂ ਜੀ ਡਾਕਟਰ ਸਾਹਿਬ ਇਹੀ ਹੈਗੀ ਕਿ ਇਹਨਾਂ ਨੇ ਕਹਿਣ ਨੂੰ ਇਹ ਕਹੀ ਜਾਂਦੇ ਨੇ, ਕਹਿਣ ਨੂੰ ਨਵਜੋਤ ਸਿੰਘ ਸਿੱਧੂ ਵੀ ਵੱਡੀਆਂ ਟਾਰਾਂ ਮਾਰ ਰਹੇ ਨੇ, ਚਰਨਜੀਤ ਚੰਨੀ ਵੀ ਕਹਿੰਦੇ ਨੇ ਕਿ ਮਸਲੇ ਹੱਲ ਕਰਦੇ ਆ। ਇਸ ਤੋਂ ਇਲਾਵਾ ਰਾਜਾ ਵੜਿੰਗ ਕਹਿੰਦਾ ਸੀ ਇੰਨੀਆਂ ਬੱਸਾਂ ਫੜ ਲਿਆ, ਅਸੀਂ ਇੰਨਾ ਟੈਕਸ ਭਰਾ ਲਿਆ। ਆ ਪਿਛਲੇ ਦਿਨਾਂ ਦੇ ਵਿੱਚ ਸਟ੍ਰਾਈਕ ਚੱਲੀ ਸਰਕਾਰ ਦੀ ਗਲਤ ਨੀਤੀ ਦੇ ਕਰਕੇ, ਮੁਲਾਜ਼ਮਾਂ ਦੀ ਕਿੰਨੇ ਕਰੋੜ ਦਾ ਘਾਟਾ ਪੈ ਗਿਆ ਉਹ ਨਹੀਂ ਦੱਸਣਗੇ, ਸਿਰਫ ਇਹ ਕਿ ਅਸੀਂ ਇੰਨਾ ਫਾਇਦਾ ਲੈ ਲਿਆ ਇਹ ਜ਼ਰੂਰ ਦੱਸਣਗੇ। ਸੋ ਇਹਨਾਂ ਨੂੰ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਨਾ ਚਾਹੀਦਾ ਕਿ ਦੁਬਾਰੇ ਜਿਹੜੀ ਟਰਾਂਸਪੋਰਟ ਆ ਕਿਵੇਂ ਬਹਾਲ ਹੋਵੇ। ਪਰ ਇਹ ਤਾਂ ਆਪ ਪ੍ਰਾਈਵੇਟਾਈਜੇਸ਼ਨ ਦੇ ਪੈਰੋਕਾਰ ਨੇ, ਇਹਨਾਂ ਨੇ ਤਾਂ ਆਪ ਪ੍ਰਾਈਵੇਟਾਈਜੇਸ਼ਨ 1990 ਦੇ ਵਿੱਚ ਕਾਂਗਰਸ ਨੇ ਲੈ ਕੇ ਆਂਦੀ ਆ। ਸੋ ਇਸ ਕਰਕੇ ਇਹ ਤਾਂ ਨਿੱਜੀਕਰਨ ਨੂੰ ਖੁਦ ਵਧਾਵਾ ਦਿੰਦੇ ਨੇ ਜੀ। ਸ਼ੇਰ ਪੰਜਾਬ ਰੇਡੀਓ 600 ਕਿਲੋਹਰਟਜ਼ ਮਾਰਨਿੰਗ ਸ਼ੋਅ 'ਚ ਇੱਕ ਵਾਰੀ ਫਿਰ ਤੁਹਾਡੇ ਨਾਲ ਸਵਾਗਤ ਕਰਦੇ ਹਾਂ ਜੀ। ਨਵਕਿਰਨ ਜੀ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ। ਨਵਕਿਰਨ ਜੀ, ਤੁਹਾਡੇ ਕੋਲ ਸਮਾਂ ਥੋੜ੍ਹਾ ਜਿਹਾ ਲਿਮਿਟਡ ਹੈ, ਲੇਕਿਨ ਮੈਂ ਸਾਰੀਆਂ ਗੱਲਾਂ 'ਤੇ ਟੱਚ ਜ਼ਰੂਰ ਕਰਨਾ ਚਾਹੁੰਦਾ। ਤੁਹਾਡੇ ਕੋਲੋਂ ਵੀ ਮਾਫੀ ਚਾਹੁੰਦੇ ਕਿ ਥੋੜ੍ਹਾ ਜਿਹਾ ਅੱਜ ਅਸੀਂ ਪਛੜ ਕੇ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਸਕੇ ਹਾਂ। ਇੱਕ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਕਾਂਗਰਸ ਦੇ ਵਿੱਚ ਰੇੜ ਕਾਢਾ ਸ਼ੁਰੂ ਤੋਂ ਹੀ ਪਿਆ ਹੋਇਆ, ਗੱਲ ਸੂਤ ਨਹੀਂ ਆ ਰਹੀ। ਚੋਣ ਕਮੇਟੀ ਦੀ ਮੀਟਿੰਗ 'ਚ ਵੀ ਕਾਂਗਰਸ ਆਪਣੀ ਇੱਕ ਪੋਸਚਰਿੰਗ ਤਾਂ ਕਰਦੀ ਹੈ ਕਿ ਅਸੀਂ ਠੀਕ ਠਾਕ ਹੈ, ਸਭ ਕੁਝ ਠੀਕ ਠਾਕ ਹੈ, ਪੋਚਾ ਪਾਚੀ ਜੀ। ਪਰ ਕੀ ਇਹ ਪੋਚਾ ਪਾਚੀ ਇਹ ਹੈ ਕਿ ਜਾਂ ਕੁਝ ਗੱਲ ਬਣੀ ਵੀ ਹੈ ਪਹਿਲਾਂ ਨਾਲੋਂ, ਕੁਝ ਬੈਟਰ ਸਿਚੁਏਸ਼ਨ ਹੈ? ਜੀ ਦੇਖੋ, ਕਾਂਗਰਸ ਪਾਰਟੀ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕਿ ਅਸੀਂ ਸਾਰੇ ਇਕੱਠੇ ਹਾਂ। ਚੋਣ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਪਹਿਲੀ ਵਾਰ ਸਾਰੇ ਸਾਬਕਾ ਪ੍ਰਧਾਨ ਇੱਕੋ ਮੰਚ ਦੇ ਉੱਤੇ ਨਜ਼ਰ ਆਏ ਕਿ ਬੀਬੀ ਰਜਿੰਦਰ ਕੌਰ ਭੱਠਲ, ਸੁਨੀਲ ਜਾਖੜ, HS ਹੰਸਪਾਲ, ਸ਼ਮਸ਼ੇਰ ਸਿੰਘ ਦੂਲੋਂ, ਪ੍ਰਤਾਪ ਸਿੰਘ ਬਾਜਵਾ, ਮਹਿੰਦਰ ਸਿੰਘ KP, ਲਾਲ ਸਿੰਘ, ਇਹ ਸਾਰੇ ਕਾਂਗਰਸ ਦੇ ਪ੍ਰਧਾਨ ਰਹੇ ਨੇ ਸਮੇਂ-ਸਮੇਂ ਤੇ। ਸਾਰੇ ਮੀਟਿੰਗ 'ਚ ਹਾਜ਼ਰ ਸੀ, ਇਕੱਠੇ ਰਹੇ ਔਰ ਇਕੱਠਿਆਂ ਨੇ ਕਿਹਾ ਕਿ ਆਪਾਂ ਨੂੰ ਰਲ ਕੇ ਚੋਣ ਲੜਨੀ ਚਾਹੀਦੀ ਹੈ, ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਪਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚਰਨਜੀਤ ਚੰਨੀ ਇਕੱਲੇ ਚਲੇ ਜਾਂਦੇ ਨੇ, ਕਿਸੇ ਨੂੰ ਪੁੱਛਦੇ ਨਹੀਂ ਔਰ ਇਕੱਲੇ ਹੀ ਐਲਾਨ ਕਰੀ ਜਾਂਦੇ ਨੇ, ਇਕੱਲੇ ਹੀ ਜਿਹੜੇ ਨੇ ਉਹ ਮਸ਼ਹੂਰੀਆਂ ਕਰੀ ਜਾਂਦੇ ਨੇ ਆਪਣੀਆਂ। ਤਾਂ ਉਹਨਾਂ ਨੇ ਗਿਲੇ ਸ਼ਿਕਵੇ ਆ ਜਿਹੜੇ ਉਹ ਜ਼ਾਹਰ ਕੀਤੇ, ਉੱਥੇ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਜ ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ, ਕਹਿੰਦਾ ਮੈਂ ਛੱਡਣੀ ਪਊ, ਉਹਨੇ ਛੱਡਣੀ ਪਊ ਜੇ ਅਸੀਂ ਜਿੱਤਣਾ। ਤਾਂ ਉਹਨਾਂ ਦਾ ਇਸ਼ਾਰਾ ਕਿਸ ਪਾਸੇ ਸੀ ਸਭ ਨੂੰ ਪਤਾ, ਕੌਣ ਮੈਂ ਆਪਣੇ ਬਾਰੇ ਕਹਿੰਦਾ ਹੈਗਾ। ਤਾਂ ਇਹ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਕਾਰਨਰ ਕਰਨ ਵਾਲੀਆਂ ਜਿਹੜੀਆਂ ਗੱਲਾਂ ਨੇ। ਚਰਨਜੀਤ ਚੰਨੀ ਨੂੰ ਲੱਗਦਾ ਕਿ CM ਕੈਂਡੀਡੇਟ ਉਹੀ ਬਣਨ, ਨਵਜੋਤ ਸਿੰਘ ਸਿੱਧੂ ਨੂੰ ਲੱਗਦਾਗਾ ਕਿ ਮੈਨੂੰ ਐਤਕੀ 2-3 ਮਹੀਨਿਆਂ ਦੇ ਲਈ ਜਿਹੜਾ ਉਹ ਜ਼ਰੂਰ ਨਹੀਂ ਬਣਾਇਆ ਗਿਆ, ਲੇਕਿਨ ਅਗਲੀ ਵਾਰ ਤਾਂ ਮੇਰੇ ਫੇਸ ਦੇ ਉੱਤੇ ਉਹ ਵਾਰ-ਵਾਰ ਕਹਿੰਦੇ ਨੇ ਮੈਂ ਕੋਈ ਸ਼ੋਅ ਪੀਸ ਥੋੜ੍ਹੀ ਹਾਂ ਕਿ ਮੈਨੂੰ ਵਰਤ ਲਿਆ ਜਾਵੇ ਤੇ ਪਾਸੇ ਰੱਖ ਦਿੱਤਾ ਜਾਵੇ। ਸੁਨੀਲ ਜਾਖੜ ਨੇ ਵਾਰ-ਵਾਰ ਕਿਹਾਗਾ ਕਿ ਮੈਨੂੰ ਇੱਕ ਹਿੰਦੂ ਚਿਹਰਾ ਹੋਣ ਦੇ ਕਰਕੇ ਜਿਹੜਾ ਪੰਜਾਬ ਦਾ CM ਨਹੀਂ ਬਣਾਇਆ ਗਿਆ। ਤਾਂ ਕਿਉਂ ਨਹੀਂ ਬਣਾਇਆ ਗਿਆ? ਡੈਮੋਕ੍ਰੇਸੀ ਆ, ਮੈਨੂੰ ਵੀ ਬਣਾਇਆ ਜਾਣਾ ਚਾਹੀਦਾ। ਤਾਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ, ਲੇਕਿਨ ਇਕਜੁੱਟਤਾ ਨਜ਼ਰ ਨਹੀਂ ਆ ਰਹੀ। ਸਾਰੀਆਂ ਸੀਟਾਂ ਦੇ ਉੱਤੇ ਹੀ ਇੱਕ ਦੂਜੇ ਦੇ ਬਰਾਬਰ ਦੇ ਉੱਤੇ ਜਿਹੜਾ ਧੜੇ ਉੱਭਰ ਰਹੇ ਨੇ। ਸੋ ਇੰਨੇ ਧੜੇ ਉੱਭਰ ਕੇ ਕਾਂਗਰਸ ਪਾਰਟੀ ਦੇ ਕਿ ਇਹਨਾਂ ਸਾਰਿਆਂ ਨੂੰ ਇੱਕ ਧਾਗੇ 'ਚ ਪਰੋਣਾ ਔਖਾ ਹੋਇਆ ਪਿਆ ਹਾਈ ਕਮਾਂਡ ਦੇ ਲਈ ਜੀ। ਐਤਕੀ ਬੜਾ ਇੰਟਰਸਟਿੰਗ ਹੋਏਗਾ ਮੇਰੇ ਖਿਆਲ ਸਿਨੈਰੀਓ ਕਾਂਗਰਸ ਪੰਜਾਬ ਪੋਲੀਟਿਕਸ ਦਾ, ਕਿਉਂਕਿ BJP ਤੇ ਅਕਾਲੀ ਦਲ ਦਾ ਤੋੜ ਵਿਛੋੜਾ ਹੋ ਗਿਆ। ਆਮ ਆਦਮੀ ਪਾਰਟੀ ਵਾਲੇ ਵੀ ਆਪਣਾ ਜ਼ੋਰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਾਂਗਰਸ ਔਜੜੀ ਪਈ ਫਿਰਦੀ ਹੈ। ਸੋ ਪਤਾ ਨਹੀਂ ਹੰਗ ਅਸੈਂਬਲੀ ਬਣੂਗੀ ਕਿ ਕਿਸੇ ਇੱਕ ਨੂੰ ਮੈਜੋਰਿਟੀ ਮਿਲੇਗੀ ਕਿ ਨਹੀਂ ਮਿਲੇਗੀ। ਸੋ ਇਟ ਵਿਲ ਬੀ ਵੈਰੀ ਇੰਟਰਸਟਿੰਗ ਦਿਸ ਟਾਈਮ ਕਿ ਪੰਜਾਬ ਦੀ ਜਿਹੜੀ ਪੋਲੀਟਿਕਸ ਉਹ ਕਿਸ ਪਾਸੇ ਨੂੰ ਜਾਂਦੀ ਹੈ। ਲੇਕਿਨ ਇੱਕ ਐਂਗਲ 'ਚ ਹੋਰ ਆ ਕੇ ਜੁੜਦਾ ਕਿ ਹੁਣ ਕਿਸਾਨ ਅੰਦੋਲਨ ਜਿਹੜਾ ਮੁਲਤਵੀ ਹੋ ਗਿਆ, ਉੱਥੋਂ ਜਿਹੜੀਆਂ ਕੂਚ ਕਰ ਗਏ ਨੇ, ਵਾਪਸ ਆ ਗਏ ਨੇ ਆਪਣੇ ਆਪਣੇ
ਨੇ ਥਾਂ ਥਾਈਂ। ਔਰ ਉਹਦੇ 'ਚ ਸਭ ਤੋਂ ਜ਼ਿਆਦਾ ਗੁਰਨਾਮ ਸਿੰਘ ਚੜੂਨੀ ਜਿਹੜੇ ਨੇ ਉਹਨੂੰ ਸ਼ੁਰੂ ਤੋਂ ਇਸ ਹੱਕ 'ਚ ਸੀਗੇ ਕਿ ਪੋਲੀਟਿਕਸ ਦੇ ਵਿੱਚ ਆਉਣਾ ਚਾਹੀਦਾ ਕਿਸਾਨ ਲੀਡਰਸ ਨੂੰ ਔਰ ਲੋਕਾਂ ਨੂੰ ਲਾਮਬੰਦ ਕਰਨਾ ਚਾਹੀਦਾ, ਕਿਉਂਕਿ ਪੋਲੀਟੀਕਲ ਆਵਾਜ਼ ਤੁਹਾਡੀ ਤਾਂ ਹੀ ਉੱਠ ਸਕਦੀ ਹੈ। ਸੋ ਉਹ 'ਤੇ ਉਹਨਾਂ ਦੀ ਵਿਰੋਧਤਾ ਵੀ ਹੁੰਦੀ ਰਹੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ, ਲੇਕਿਨ ਉਹਦਾ ਕੋਈ ਪਰਸਨਲ ਏਜੰਡਾ ਸੀ। ਸੋ ਹੁਣ ਉਹਨਾਂ ਨੇ ਗੱਲ ਬਿਲਕੁਲ ਕਲੀਅਰ ਕਰਤੀ ਹੈ ਕਿ ਉਹ ਪਾਰਟੀ ਦਾ ਐਲਾਨ ਵੈਸੇ ਤਾਂ ਉਹਨੇ ਕਿਹਾ ਸੀ ਮੈਂ ਬਹੁਤ ਛੇਤੀ ਕਰ ਦੇਣਾ, ਲੇਕਿਨ ਹਾਲੇ ਉਹਨਾਂ ਨੇ ਕੀਤਾ ਨਹੀਂ। ਬਲਕਿ ਤਾਂ ਜਦੋਂ ਮੁਲਤਵੀ ਹੋਇਆ ਸੀ ਇਹ ਅੰਦੋਲਨ, ਉਦੋਂ ਉਹਨਾਂ ਨੇ ਕਿਹਾ ਸੀ ਮੈਂ ਨੈਕਸਟ ਵੀਕ ਹੀ ਮਤਲਬ ਅਸੀਂ ਵਾਪਸ ਜਾਂਦਿਆਂ ਸਾਰ ਪਾਰਟੀ ਦਾ ਐਲਾਨ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ ਹੋ ਜਾਵਾਂਗੇ। ਸੋ ਇਹ ਜਿਹੜਾ ਸਿਲਸਿਲਾ ਸ਼ੁਰੂ ਹੋ ਰਿਹਾ, ਜਿਹੜੀਆਂ ਕਿਸਾਨ ਲੀਡਰਸ ਦੀਆਂ ਆਪਣੀਆਂ ਸਿਆਸੀ ਲਾਲਸਾਵਾਂ ਨੇ, ਇਹ ਓਵਰਆਲ ਜਿਹੜਾ ਕਿਸਾਨ ਅੰਦੋਲਨ ਜੇ ਕਿ ਭਵਿੱਖ ਦੇ ਵਿੱਚ ਵੀ ਕਰਨਾ ਪੈਂਦਾ ਉਹਦੇ 'ਤੇ ਕੀ ਅਸਰ ਪਾਉਣਗੀਆਂ, ਔਰ ਪੰਜਾਬ ਦੀ ਪੋਲੀਟਿਕਸ 'ਤੇ ਹਰਿਆਣਾ ਦੀ ਪੋਲੀਟਿਕਸ 'ਤੇ ਇਹਨਾਂ ਚੀਜ਼ਾਂ ਦਾ ਕੀ ਅਸਰ ਪਏਗਾ, ਜਿਹਦੀ ਵਜ੍ਹਾ ਕਰਕੇ ਮੈਨੂੰ ਲੱਗਦਾ ਇੱਕ ਹੋਰ ਧਿਰ ਵੀ ਉੱਭਰ ਰਹੀ ਹੈ ਇਸ ਹਿਸਾਬ ਦੇ ਨਾਲ। ਜੀ ਦੇਖੋ, ਗੁਰਨਾਮ ਸਿੰਘ ਚੜੂਨੀ ਹੋਰੀ ਕੱਲ ਨੂੰ ਆਪਣੀ ਪਾਰਟੀ ਅਨਾਉਂਸ ਕਰਨ ਜਾ ਰਹੇ ਨੇ। ਉਹ ਬਹੁਤ ਤਾਹੂ ਨੇ ਕਿ ਮੈਂ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਾਂ। ਸ਼ੁਰੂ ਤੋਂ ਹੀ ਮੈਂ ਜਿਵੇਂ ਦੱਸਿਆ ਕਿ ਸਭ ਤੋਂ ਪਹਿਲੇ ਉਹੀ ਸੀਗੇ ਜਿਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਪੋਲੀਟਿਕਸ ਦੇ ਵਿੱਚ ਆਪਣਾ ਪਾਰਟਿਸਿਪੇਟ ਕਰਨਾ ਚਾਹੀਦਾ। ਬਿਲਕੁਲ ਜੀ, ਉਹਨਾਂ ਨੇ ਖੁਦ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜੀ ਸੀ ਪਿੱਛੇ ਜੇ, ਔਰ ਹਰਿਆਣੇ ਦੇ ਵਿੱਚ ਬਹੁਤ ਘੱਟ ਵੋਟਾਂ ਪਈਆਂ ਸੀ ਉਹਨਾਂ ਨੂੰ, 2000 ਦੇ ਲਗਭਗ ਵੋਟ ਪਈ ਸੀ। ਉਹਨਾਂ ਦੀ ਪਤਨੀ ਨੇ ਵੀ ਚੋਣ ਲੜੀ ਸੀ, ਉਹਨਾਂ ਨੂੰ ਬਹੁਤ ਘੱਟ ਵੋਟਾਂ ਪਈਆਂ ਸੀ। ਉਹ ਪਹਿਲਾਂ ਤੋਂ ਹੀ ਸਿਆਸਤ ਦੇ ਵਿੱਚ ਆਉਣਾ ਲੋਚਦੇ ਨੇ। ਲੇਕਿਨ ਜਿਹੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ, ਉਹਨਾਂ ਦਾ ਸਿਨੈਰੀਓ ਹੋਰ ਤਰ੍ਹਾਂ ਦਾ। ਉਹ 'ਚ ਕੁਛ ਉਹ ਨੇ ਜਿਹੜੇ ਇਹ ਸਮਝਦੇ ਨੇ ਕਿ ਇਲੈਕਸ਼ਨ 'ਚ ਪਾਰਟਿਸਿਪੇਟ ਨਹੀਂ ਕਰਨਾ ਚਾਹੀਦਾ, ਬਾਈਕਾਟ ਕਰਨਾ ਚਾਹੀਦਾ, ਜਿਹਦੇ 'ਚ ਡਾਕਟਰ ਦਰਸ਼ਨਪਾਲ ਨੇ, ਸਰਜੀਤ ਸਿੰਘ ਫੂਲ ਹੈ, ਇਹ ਬਾਈਕਾਟ ਦਾ ਸੱਦਾ ਦਿੰਦੇ ਨੇ। ਕੁਛ ਉਹ ਨੇ ਜਿਹੜੇ ਕਹਿੰਦੇ ਨੇ ਕਿ ਇਲੈਕਸ਼ਨ 'ਚ ਨਾ ਬਾਈਕਾਟ ਕਰੋ ਨਾ ਪਾਰਟਿਸਿਪੇਟ ਕਰੋ, ਇਹਦਾ ਪਰਦਾ ਚਾਕ ਕਰੋ ਕਿ ਇੱਥੋਂ ਕੁਛ ਨਹੀਂ ਕੱਢਣ ਪਾਉਣ। ਉਹ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਈ, ਉਹ 'ਚ ਭਾਰਤੀ ਕਿਸਾਨ ਡਕਾਉਂਦਾ ਹੈਗੀ, ਉਹ 'ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹੈ, ਉਹ ਇਲੈਕਸ਼ਨ 'ਚ ਪਾਰਟਿਸਿਪੇਟ ਨਹੀਂ ਕਰਦੇ। ਕੁਛ ਨੇ ਜਿਹੜੇ ਖੱਬੇ ਪੱਖੀ ਨੇ। ਹੁਣ ਖੱਬੇ ਪੱਖੀਆਂ ਬਾਰੇ ਮੈਨੂੰ ਪਤਾ ਲੱਗਿਆ ਕਿ CPI ਦੀ ਤਾਂ ਕਾਂਗਰਸ ਨਾਲ ਗੱਲ ਚੱਲ ਰਹੀ ਆ ਹਾਇਰ ਲੈਵਲ ਦੇ ਉੱਤੇ। 22 ਦਸੰਬਰ ਨੂੰ ਮੀਟਿੰਗ ਵੀ ਹੈ ਔਰ CPI ਉਸ ਪਾਸੇ ਨੂੰ ਵੱਧ ਰਹੀ ਹੈ, CPM ਦੇ ਨਾਲ ਵੀ ਗੱਲਬਾਤ ਚੱਲ ਰਹੀ ਆ। ਤਾਂ ਉਹ ਹੋ ਸਕਦਾ ਜੇ ਗੱਠਜੋੜ ਬਣਦਾ ਤਾਂ ਕਾਂਗਰਸ ਵਾਲੇ ਪਾਸੇ ਜਾਣੀ ਜਾਊ, ਜਿਹੜੀ ਉਹਨਾਂ ਦੀ ਕਿਸਾਨ ਜਥੇਬੰਦੀਆਂ ਨੇ। ਤੇ ਹੁਣ ਜਿਹੜੇ ਵਿਅਕਤੀ ਚੜੂਨੀ ਤੋਂ ਬਿਨਾਂ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਇਲੈਕਸ਼ਨ 'ਚ, ਉਹ ਹੈਗੇ ਨੇ ਰਾਜੇਵਾਲ ਸਾਹਿਬ। ਕਿਉਂਕਿ ਲੱਖੋਵਾਲ ਤੇ ਕੁਝ ਹੋਰ ਜਥੇਬੰਦੀਆਂ ਨੇ ਜਿਹੜੀਆਂ ਉਹ ਕਿਸੇ ਨਾ ਕਿਸੇ ਮੇਨ ਸਟ੍ਰੀਮ ਜਿਹੜੀ ਪਾਰਟੀ ਆ ਉਹਨੂੰ ਹਮਾਇਤ ਦਿੰਦੀਆਂ ਨੇ। ਈਵਨ ਲੱਖੋਵਾਲ ਤਾਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਮਾਇਤ ਦਿੰਦੀ ਆਈ ਹੈ, ਤੇ ਰਾਜੇਵਾਲ ਸਾਹਿਬ ਨੇ ਲਾਸਟ ਇਲੈਕਸ਼ਨ ਜਿਹੜੀ 2017 ਦੀ ਪੰਜਾਬ 'ਚ ਹੋ ਕੇ ਹਟੀ, ਉਹ 'ਚ ਆਮ ਆਦਮੀ ਪਾਰਟੀ ਨੂੰ ਹਮਾਇਤ ਕੀਤੀ ਸੀਗੀ ਇਹਨਾਂ ਦੀ ਪੂਰੀ ਦੀ ਪੂਰੀ ਕਿਸਾਨ ਜਥੇਬੰਦੀ ਨੇ। ਤਾਂ ਹੁਣ ਰਾਜੇਵਾਲ ਸਾਹਿਬ ਇਹ ਸੋਚ ਰਹੇ ਨੇ ਕਿ ਜਿਹੜੀਆਂ ਕੁਝ ਜਥੇਬੰਦੀਆਂ ਨੇ, ਲਗਭਗ 6-7 ਜਥੇਬੰਦੀਆਂ ਬਣਦੀਆਂ ਜਿਹੜੀਆਂ ਨਾਨ ਲੈਫਟ ਨੇ ਤੇ ਇਲੈਕਸ਼ਨ 'ਚ ਪਾਰਟਿਸਿਪੇਟ ਕਰਨਾ ਚਾਹੁੰਦੀਆਂ ਨੇ, ਕਿ ਉਹਨਾਂ ਨੂੰ ਲੈ ਕੇ ਕੋਈ ਆਪਣਾ ਹੀ ਮੋਰਚਾ ਬਣਾ ਕੇ ਮੈਦਾਨ 'ਚ ਨਿਤਰਿਆ ਜਾਵੇ। ਲੇਕਿਨ ਡਾਕਟਰ ਸਾਹਿਬ ਗੱਲ ਹੁਣ ਇੱਥੇ ਜਾਣੀ ਹੈ ਇਹਨਾਂ ਦੀ ਕਿ ਆਪ ਹੀ ਇੱਕ ਦੂਜੀ ਕਿਸਾਨ ਜਥੇਬੰਦੀ ਹੈ ਜਿਹੜੀ ਉਹ ਲੱਤਾਂ ਖਿੱਚੂਗੀ। ਜੇ ਜਾਣਗੇ ਤਾਂ ਦੂਜੇ ਵਿਰੋਧ ਕਰਨਗੇ, ਕਿਉਂਕਿ ਅਜੇ ਐਜੀਟੇਸ਼ਨ ਜਿੱਤੀ ਨਹੀਂ। ਹਾਲੇ ਤਾਂ ਮੁੱਦਾ ਪਿਆ ਹੈ, ਹਾਲੇ ਤਾਂ ਇਹਨਾਂ ਨੂੰ ਦੁਬਾਰਾ ਸਭ ਨੂੰ ਸੰਭਾਵਨਾ ਇਸ ਗੱਲ ਦੀ ਕਿ ਅੰਦੋਲਨ ਹੋ ਸਕਦਾ ਦੁਬਾਰੇ ਛੇੜਨਾ ਪੈ ਜੇ। ਬਿਲਕੁਲ ਜੀ, MSP ਦਾ ਮਸਲਾ ਪਿਆ, ਬਿਲਕੁਲ ਮੇਨ ਡਿਮਾਂਡ ਤਾਂ ਕੋਈ ਹਲੇ ਮੰਨੀ ਨਹੀਂ ਗਈ, ਹਲੇ ਤਾਂ ਕਾਨੂੰਨ ਹੀ ਵਾਪਸ ਹੋਏ ਨੇ। ਡਿਮਾਂਡ ਤਾਂ ਜਿਹੜੀਆਂ ਸੀਗੀਆਂ ਉਹਨਾਂ 'ਚ ਤਾਂ ਹਲੇ ਕੋਈ ਫੈਸਲਾ ਹੋਇਆ ਹੀ ਨਹੀਂ। ਉਹਦੇ ਤਾਂ ਕੋਈ ਫੈਸਲਾ ਨਹੀਂ ਹੋਇਆ। ਤਾਂ ਕਾਨੂੰਨ ਉਹ ਲੈ ਕੇ ਆਏ 1.5 ਸਾਲ ਪਹਿਲਾਂ, ਉਹਨਾਂ ਨੇ ਮੋੜ ਲਿਆ। 1.5 ਸਾਲ ਪਹਿਲਾਂ ਪੁੱਛੇ ਗਏ ਆ। 1.5 ਸਾਲ ਪਹਿਲਾਂ ਕੀ ਸੀ? ਖੁਦਕੁਸ਼ੀਆਂ, ਕਰਜ਼ਾ, ਖੇਤੀ ਖੇਤਰ ਦੇ ਵਿੱਚ ਕਣਕ ਝੋਨੇ ਦਾ ਫਸਲੀ ਚੱਕਰ। ਇਹ ਤਾਂ ਫਸਲੀ ਚੱਕਰ ਤੋੜਨ, ਖੇਤੀ ਵਿਭਿੰਨਤਾ ਲੈ ਕੇ ਆਉਣ ਦੀ ਗੱਲ ਕੀਤੀ ਹੈ, MSP ਲਿਆਉਣ ਦੀ ਗੱਲ ਕੀਤੀ ਆ। ਤਾਂ ਇਹ ਤਮਾਮ ਮੰਗਾਂ ਦੇ ਉੱਤੇ, ਤਮਾਮ ਮਸਲਿਆਂ ਦੇ ਉੱਤੇ ਅਜੇ ਐਜੀਟੇਸ਼ਨ ਚੱਲ ਰਿਹਾ। ਦੂਸਰਾ ਇਹ ਕਿ ਮੈਨੂੰ ਰਜਿੰਦਰ ਹੋਰਾਂ ਦੀ ਗੱਲ ਵਧੀਆ ਲੱਗੀ ਕਿ ਉਹ ਕਹਿੰਦਾ ਸਿਰਫ 75 MP ਸੀਟਾਂ ਸੀ ਜਿੱਥੇ ਪ੍ਰਭਾਵ ਸੀ ਕਿਸਾਨ ਅੰਦੋਲਨ ਦਾ, ਤੇ 75 MP ਸੀਟਾਂ ਚੋਂ ਕੀ 75 MP ਖੇਤੀ ਕਾਨੂੰਨ ਵਾਪਸ ਕਰਾ ਸਕਦੇ? 2/3 ਚਾਹੀਦੇ ਸੀ, ਨਹੀਂ ਕਰਾ ਸਕਦੇ। ਉਹ ਸਿਰਫ ਸੜਕਾਂ ਤੇ ਬੈਠ ਕੇ ਅੰਦੋਲਨ ਦੇ ਕਰਕੇ ਹੀ ਵਾਪਸ ਹੋਇਆ। ਸੋ ਇਸ ਕਰਕੇ ਹੁਣ ਆਪਣਾ ਅੰਦੋਲਨ ਮਜ਼ਬੂਤ ਰੱਖਣਾ ਚਾਹੀਦਾ ਆਪਣੀਆਂ ਪੋਲੀਟੀਕਲ ਲਾਲਸਾਵਾਂ ਕਰਕੇ, ਜਾਂ ਇਹ ਨਾ ਹੋਵੇ ਕਿ ਅੰਦੋਲਨ ਨੂੰ ਕਮਜ਼ੋਰ ਕਰ ਲੈਣ। ਮੇ ਵੀ ਕੋਈ ਨਵੀਂ ਲੀਡਰਸ਼ਿਪ ਉੱਭਰ ਆਏਗੀ ਫਿਰ। ਨਵਕਿਰਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਘੱਟ ਗਿਆ, ਉਹਦੇ ਲਈ ਮੈਂ ਤੁਹਾਡੇ ਕੋਲ ਮਾਫੀ ਚਾਹੁੰਦਾ। ਲੇਕਿਨ ਮੈਂ ਚਾਹੁੰਦਾ ਸੀ ਕਿ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਨੇ ਉਹ ਸਾਰੀਆਂ ਜ਼ਰੂਰ ਸਾਡੇ ਦਰਸ਼ਕਾਂ ਤੱਕ, ਸਾਡੇ ਸੁਣਨ ਵਾਲਿਆਂ ਤੱਕ ਪਹੁੰਚ ਜਾਣ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ ਫॉर योर टाइम। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਜੀ, ਮਿਹਰਬਾਨੀ। ਪ੍ਰੋਗਰਾਮ ਦਾ ਵਕਤ ਖਤਮ ਹੋਣ ਦੇ ਕਰੀਬ ਆ ਗਿਆ ਜੀ। ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ। ਫਿਰ ਕਿਤੇ ਜੇ ਵਕਤ ਮਿਲਿਆ ਤਾਂ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲੇਕਿਨ ਕੱਲ੍ਹ ਨੂੰ ਸ਼ਨੀਚਰਵਾਰ ਨੂੰ ਤੇ ਫਿਰ ਐਤਵਾਰ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡੇ ਨਾਲ ਮੁਲਾਕਾਤ ਹੋਏਗੀ ਸਵੇਰ ਦੇ ਪ੍ਰੋਗਰਾਮ ਦੇ ਵਿੱਚ। ਉਹਨੂੰ ਸੁਣਨਾ ਨਾ ਭੁੱਲਣਾ। ਸੋ ਇੱਥੇ ਇਜਾਜ਼ਤ ਦਿਓ। ਅੱਲਾ ਵੇਲੀ ਜੀ।